ਹੁਣ ਤੱਕ ਆਪਾਂ ਨੇ ਡਿਸਕਸ ਕੀਤਾ ਸੀ ਕਿ ਪਿਆਜੇ ਦੀ ਥਿਉਰੀ ਨੂੰ ਡਿਸਕਸ ਕੀਤਾ ਸੀਗਾ, ਔਰ ਪਿਆਜੇ ਦੀ ਥਿਉਰੀ ਦੇ ਵਿੱਚ ਜਿਹੜੀ ਮੇਨ ਗੱਲ ਉੱਭਰ ਕੇ ਆਉਂਦੀ ਹੈ, ਐਂਡ ਦੈਟ ਇਜ਼ ਕਿ ਚਾਈਲਡ ਦੀ ਡਿਵੈਲਪਮੈਂਟ ਜਾਂ ਇੱਕ ਇਨਸਾਨ ਦੀ ਡਿਵੈਲਪਮੈਂਟ ਦੀ ਕਿਹੜੀ ਕਿਹੜੀ ਸਟੇਜਿਸ ਨੇ। ਔਰ ਖਾਸ ਤੌਰ ਤੇ ਪਿਆਜੇ ਜਿਹੜਾ ਫੋਕਸ ਕਰਦਾ ਉਹ ਇੱਕ ਬੱਚੇ ਦੇ ਉੱਤੇ ਫੋਕਸ ਕਰਦਾ ਹੈ, ਔਰ ਕਹਿੰਦਾ ਹੈ ਕਿ ਇਹਦੀਆਂ 4 ਸਟੇਜਿਸ ਨੇ ਜਿਹਦੇ ਵਿੱਚ ਕਿ ਇੱਕ ਬੱਚਾ ਆਪਣੀ ਸਟੇਜਾਂ ਦੇ ਵਿੱਚੋਂ ਨਿਕਲਦਾ ਹੈ ਔਰ ਉਹ ਫਿਰ ਜਾ ਕੇ ਅਡਲਟ ਉਹਦੀ ਜਿਹੜੀ ਸੀ ਸੋਚ ਬਣਦੀ ਹੈ ਜਾਂ ਉਹਦੀ ਡਿਵੈਲਪਮੈਂਟ ਇਸ ਤਰੀਕੇ ਨਾਲ ਹੁੰਦੀ ਹੈ। ਇਸੇ ਤਰੀਕੇ ਨਾਲ ਵਾਈਗੋਟਸਕੀ ਦਾ ਜਿਹੜਾ ਪ੍ਰਿੰਸੀਪਲ ਹੈ ਉਹ ਬਿਲਕੁਲ ਉਹਦੇ ਕਿਤੇ ਉਲਟ ਆ ਜਾਂਦਾ ਹੈ। ਵਿਗੋਟਸਕੀ ਦੇ ਮੁਤਾਬਕ ਵਾਈਗੋਟਸਕੀ ਜਿਹੜਾ ਸੀਗਾ ਉਹ ਸਟੇਜਿਸ ਆਫ ਡਿਵੈਲਪਮੈਂਟ ਦੀ ਗੱਲ ਨਹੀਂ ਕਰਦਾ, ਉਹ ਗੱਲ ਕਰਦਾ ਲਰਨਿੰਗ ਦੀ ਗੱਲ ਕਰਦਾ। ਜਦੋਂ ਕਿ ਪਿਆਜੇ ਗੱਲ ਕਰਦਾ ਹੈ ਇੱਕ ਚਾਈਲਡ ਦੀ ਗੱਲ ਕਰਦਾ ਹੈ ਕਿ ਬੱਚੇ ਜਿਹੜੇ ਸੀਗੇ ਉਹ ਕਿਵੇਂ ਸਿੱਖਦੇ ਨੇ। ਵਾਈਗੋਟਸਕੀ ਕਿਸ ਚੀਜ਼ ਦੀ ਗੱਲ ਕਰਦਾ? ਵਾਈਗੋਟਸਕੀ ਲਰਨਿੰਗ ਦੀ ਗੱਲ ਕਰਦਾ ਹੈ ਕਿ ਜਿਹੜੀ ਸਾਡੀ ਡਿਵੈਲਪਮੈਂਟ ਹੁੰਦੀ ਹੈ ਜਾਂ ਸਾਡੀ ਜਿਹੜੀ ਕੋਗਨੀਟਿਵ ਡਿਵੈਲਪਮੈਂਟ ਹੁੰਦੀ ਹੈ ਉਹ ਕਿਸ ਤਰੀਕੇ ਨਾਲ ਹੁੰਦੀ ਹੈ। ਉਹ ਭਾਵੇਂ ਮੈਂ ਹੋਵਾਂ, ਭਾਵੇਂ ਬੱਚਾ ਹੋਵੇ, ਕੋਈ ਵੀ ਹੋਵੇ, ਹਰ ਇੱਕ ਦੀ ਕੋਈ ਕਿਤੇ ਨਾ ਕਿਤੇ ਡਿਵੈਲਪਮੈਂਟ ਹੋ ਰਹੀ ਹੈ। ਸੋ ਕਿਤੇ ਨਾ ਕਿਤੇ ਦੇਖਣ ਵਾਲੀ ਗੱਲ ਇਹ ਹੈ ਕਿ ਇੱਕ ਬਹੁਤ ਵੱਡਾ ਰੈਡੀਕਲ ਡਿਪਾਰਚਰ ਸੀਗਾ ਪਿਆਜੇ ਦੀ ਥਿਉਰੀ ਤੋਂ, ਔਰ ਇਹਦੇ ਕਿਸ ਤਰੀਕੇ ਨਾਲ ਜਿਹੜਾ ਸੀਗਾ ਆਪਣੀ ਪ੍ਰੋਸੈਸ ਆਫ ਟੀਚਿੰਗ ਦੇ ਵਿੱਚ ਮਦਦ ਕੀਤੀ ਹੈ, ਉਸ ਚੀਜ਼ ਨੂੰ ਵੀ ਸਮਝਣ ਦੀ ਜ਼ਰੂਰਤ ਹੈ। ਕਿਉਂਕਿ ਇਸ ਚੀਜ਼ ਤੋਂ ਸਾਨੂੰ ਇਹ ਵੀ ਪਤਾ ਲੱਗਦਾ ਕਿ ਟੀਚਰ ਦਾ ਰੋਲ ਕੀ ਬਣ ਜਾਂਦਾ ਹੈ ਕਲਾਸਰੂਮ ਦੇ ਵਿੱਚ, ਜਿਹੜਾ ਕਿ ਤੁਸੀਂ ਐਗਜ਼ਾਮ ਦੇਣਾ ਉਹਦੇ ਵਾਸਤੇ ਵੀ ਇੱਕ ਬਹੁਤ ਇੰਪੋਰਟੈਂਟ ਹੈ। ਕਿਉਂਕਿ ਟੀਚਰ ਦਾ ਬੇਸਿਕਲੀ ਸਮਝਾਇਆ ਜਾਂਦਾ ਸੀਗਾ ਕਿ ਟੀਚਰ ਨੇ ਆਉਣਾ ਪੜ੍ਹਾਉਣਾ ਤੇ ਚਲੇ ਜਾਣਾ, ਪਰ ਉਹਦਾ ਐਗਜ਼ੈਕਟ ਰੋਲ ਕੀ ਹੈ ਔਰ ਕਿਸ ਤਰੀਕੇ ਨਾਲ ਜਿਹੜਾ ਸੀਗਾ ਟੀਚਰ ਬੱਚਿਆਂ ਦੇ ਵਿੱਚ, ਭਾਵੇਂ ਉਹ ਛੋਟੇ ਬੱਚੇ ਨੇ ਭਾਵੇਂ ਉਹ ਵੱਡੇ ਬੱਚੇ ਨੇ, ਔਰ ਉਹਨਾਂ ਦੀ ਡਿਵੈਲਪਮੈਂਟ ਦੇ ਵਿੱਚ ਕਿਸ ਤਰੀਕੇ ਨਾਲ ਵਾਧਾ ਕਰ ਸਕਦੇ ਨੇ। ਸੋ ਆਓ ਅੱਜ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਦੇ ਹਾਂ ਔਰ ਦੇਖਦੇ ਹਾਂ ਕਿ ਵਾਈਗੋਟਸਕੀ ਦੀ ਥਿਉਰੀ ਜਿਹੜੀ ਹੈਗੀ ਹੈ ਉਹ ਕੀ ਥਿਉਰੀ ਹੈ। ਨਾਓ ਇੱਕ ਇਹ ਵੀ ਸਾਨੂੰ ਸਮਝਣ ਦੀ ਜ਼ਰੂਰਤ ਹੈ, ਬੇਸਿਕਲੀ ਵਾਈਗੋਟਸਕੀ ਵਾਜ਼ ਏ ਰਸ਼ੀਅਨ ਸਾਈਕੋਲੋਜਿਸਟ, ਔਰ ਬਹੁਤ ਹੀ ਛੋਟੀ ਜਿਹੀ ਉਮਰ ਦੇ 38 ਸਾਲ ਦੀ ਉਮਰ ਦੇ ਵਿੱਚ ਹੀ ਬੇਸਿਕਲੀ ਇਹਨਾਂ ਦੀ ਡੈਥ ਵੀ ਹੋ ਗਈ, ਔਰ ਬਹੁਤ ਦੇਰ ਤੱਕ ਇਹਨਾਂ ਦੀ ਥਿਉਰੀਜ਼ ਦਾ ਕਿਸੇ ਨੂੰ ਪਤਾ ਵੀ ਨਹੀਂ ਲੱਗਿਆ। ਜਦੋਂ ਜਾ ਕੇ ਪਤਾ ਲੱਗਿਆ ਔਰ ਇਹਨਾਂ ਦੀਆਂ ਥਿਉਰੀਜ਼ ਨੂੰ ਰਸ਼ੀਅਨ ਤੋਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕੀਤਾ ਗਿਆ, ਤਾਂ ਜਾ ਕੇ ਦੁਨੀਆ ਭਰ ਨੂੰ ਸਮਝ ਆਇਆ ਕਿ ਵਾਈਗੋਟਸਕੀ ਨੇ ਕਿਹਾ ਤਾਂ ਕੀ ਕਿਹਾ। ਔਰ ਵਾਈਗੋਟਸਕੀ ਦਾ ਨਾਓ ਇੱਕ ਜਿਹੜਾ ਮੇਨ ਕਨਸੈਪਟ ਦੁਬਾਰਾ ਆਪਾਂ, ਕਿਉਂਕਿ ਐਗਜ਼ਾਮ ਦੇ ਕੁਐਸਚਨ ਇਹ ਵੀ ਆਉਂਦਾ ਕਿ ਪਿਆਜੇ ਤੇ ਵਾਈਗੋਟਸਕੀ ਦੀ ਥਿਉਰੀਜ਼ ਵਿੱਚ ਕੀ ਫਰਕ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ, ਪਿਆਜੇ ਕੀ ਕਹਿੰਦਾ? ਪਿਆਜੇ ਕਹਿੰਦਾ ਕਿ ਬੱਚੇ ਦੇ ਵਿੱਚ ਇੱਕ ਸੋਚ ਪੈਦਾ ਹੁੰਦੀ ਹੈ, ਸੋਚ ਤੋਂ ਜਿਹੜਾ ਸੀਗਾ ਉਹਦੀ ਲੈਂਗੁਏਜ ਡਿਵੈਲਪ ਹੁੰਦੀ ਹੈ। ਵਾਈਗੋਟਸਕੀ ਦਾ ਕਹਿਣਾ ਥੋੜਾ ਡਿਫਰੈਂਟ ਹੈ, ਬਿਲਕੁਲ ਡਿਫਰੈਂਟ ਹੈ। ਇਹ ਕਹਿੰਦਾ ਪਹਿਲਾਂ ਲੈਂਗੁਏਜ ਡਿਵੈਲਪ ਹੁੰਦੀ ਹੈ ਔਰ ਲੈਂਗੁਏਜ ਦੇ ਨਾਲ ਜਿਹੜੀ ਸੀ ਬੱਚੇ ਦੀ ਸੋਚ ਡਿਵੈਲਪ ਹੁੰਦੀ ਹੈ। ਇਸ ਚੀਜ਼ ਨੂੰ ਵੀ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਵਾਈਗੋਟਸਕੀ ਕਹਿੰਦਾ ਕਿ ਲੈਂਗੁਏਜ ਇਜ਼ ਦਾ ਬੇਸਿਸ ਆਫ ਆਲ ਲਰਨਿੰਗ। ਭਾਵੇਂ ਉਹ ਰੀਜ਼ਨਿੰਗ ਹੈ, ਭਾਵੇਂ ਉਹ ਬੋਲਣਾ ਹੈ, ਭਾਵੇਂ ਕਿਸੇ ਨੇ ਕਮਿਊਨੀਕੇਟ ਕਰਨਾ ਹੈ, ਲੈਂਗੁਏਜ ਹੀ ਤਾਂ ਉਹ ਚੀਜ਼ ਹੈ ਜਿਹਦੇ ਨਾਲ ਸਾਰੀ ਚੀਜ਼ਾਂ ਹੋ ਸਕਦੀਆਂ ਨੇ। ਸੋ ਜਿਹੜਾ ਪ੍ਰੋਸੈਸ ਆਫ ਥਿੰਕਿੰਗ ਹੈ ਉਹ ਕਿਸ ਚੀਜ਼ 'ਤੇ ਡਿਪੈਂਡ ਕਰਦਾ, ਉਹ ਲੈਂਗੁਏਜ ਦੇ ਉੱਤੇ ਡਿਪੈਂਡ ਕਰਦਾ। ਸੋ ਜਦੋਂ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਪਿਆਜੇ ਦੇ ਵਿੱਚ, ਪਿਆਜੇ ਕਹਿੰਦਾ ਕਿ ਬੱਚਾ ਆਪਣੇ ਥਾਟਸ ਨੂੰ ਡਿਵੈਲਪ ਕਰਦਾ ਹੈ, ਥਾਟਸ ਨੂੰ ਡਿਵੈਲਪ ਕਰਕੇ ਜਿਹੜਾ ਸੀਗਾ ਉਹ ਸਕੀਮਾ ਆਉਂਦਾ, ਸਕੀਮਾ ਤੋਂ ਬਾਅਦ ਜਿਹੜਾ ਸੀਗਾ ਉਹਦੇ 'ਚ ਲੈਂਗੁਏਜ ਜਿਹੜੀ ਸੀਗੀ ਉਹ ਡਿਵੈਲਪ ਹੁੰਦੀ ਹੈ। ਉਹ ਕਹਿੰਦਾ ਕਿ ਇਹ ਕੁੱਤਾ ਹੈ, ਇਹ ਬਿੱਲੀ ਹੈ, ਇਹ ਜਾਨਵਰ ਹੈ। ਸੋ ਇਹਨਾਂ ਚੀਜ਼ਾਂ ਨੂੰ ਉਹ ਡਿਵੈਲਪ ਕਰਦਾ ਉਹ। ਸੋ ਹੋਰ ਕੀ ਕਹਿੰਦੇ ਵਿਗੋਟਸਕੀ ਕਿ ਰੀਡਿੰਗ ਰਾਈਟਿੰਗ ਇਹ ਸਾਰੇ ਜਿਹੜਾ ਸੀਗਾ ਇਹ ਲੈਂਗੁਏਜ ਦਾ ਪਾਰਟ ਹੈਗੇ ਨੇ, ਲੌਜਿਕ ਹੈ, ਰੀਜ਼ਨਿੰਗ ਹੈ, ਔਰ ਇਹਨਾਂ ਚੀਜ਼ਾਂ ਤੋਂ ਬਿਨਾਂ ਜਿਹੜਾ ਸੀਗਾ ਕੋਈ ਜਿਹੜਾ ਸੀਗਾ ਡਿਵੈਲਪਮੈਂਟ ਨਹੀਂ ਹੋ ਸਕਦੀ। ਸੋ ਹੀ ਸੇਜ਼ ਲੈਂਗੁਏਜ ਇਜ਼ ਦਾ ਬੇਸਿਸ ਆਫ ਆਲ ਡਿਵੈਲਪਮੈਂਟ। ਠੀਕ ਹੈ ਜੀ। ਸੋ ਇਹਦੇ ਨਾਲ ਹੀ ਅਸੀਂ ਹੋਰ ਦੇਖਦੇ ਹਾਂ ਕਿ ਇੱਕ ਹੋਰ ਵਾਈਗੋਟਸਕੀ ਦੀ ਥਿਉਰੀ ਨੂੰ ਕੀ ਕਿਹਾ ਜਾਂਦਾ ਹੈ? ਇਹਨੂੰ ਸੋਸ਼ੀਓ ਕਲਚਰਲ ਥਿਉਰੀ ਵੀ ਕਿਹਾ ਜਾਂਦਾ ਹੈ। ਇਹਨੂੰ ਕੀ ਕਿਹਾ ਜਾਂਦਾ ਹੈ? ਸੋਸ਼ੀਓ ਕਲਚਰਲ ਥਿਉਰੀ ਵੀ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਵਾਈਗੋਟਸਕੀ ਦਾ ਇਹ ਮੰਨਣਾ ਹੈ ਕਿ ਬੱਚਾ ਆਪਣੇ ਸਮਾਜ ਤੋਂ ਸਭ ਕੁਝ ਸਿੱਖਦਾ ਹੈ, ਆਪਣੇ ਮਾਪਿਆਂ ਤੋਂ ਸਿੱਖਦਾ ਹੈ, ਸਕੂਲ ਜਾਂਦਾ ਤਾਂ ਕਲਾਸਰੂਮ ਦੇ ਵਿੱਚ ਜਾ ਕੇ ਉਹ ਸਿੱਖਦਾ ਹੈ, ਸੋਸਾਇਟੀ ਤੋਂ ਸਿੱਖਦਾ ਹੈ, ਔਰ ਉਹਦੀ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਇਹਨਾਂ ਚੀਜ਼ਾਂ ਦੇ ਨਾਲ ਡਿਵੈਲਪ ਹੁੰਦੀ ਹੈ। ਇਹਨਾਂ ਚੀਜ਼ਾਂ ਦੇ ਨਾਲ ਉਹਦੀ ਜਿਹੜੀ ਸੀਗੀ ਗਰੋਥ ਕੀ ਕਹਿੰਦੇ ਉਹਨੂੰ ਸਮਝ ਆਉਣੀ ਸ਼ੁਰੂ ਹੁੰਦੀ ਹੈ। ਸੋ ਇਹਦਾ ਜਿਹੜਾ ਕਨਸੈਪਟ ਹੈ ਸੋਸ਼ੀਓ ਕਲਚਰਲ ਆਸਪੈਕਟ ਹੈਗਾ। ਸੋ ਅਸੀਂ ਵਾਈਗੋਟਸਕੀ ਨੂੰ ਕੀ ਕਹਿ ਦਿੰਦੇ ਹਾਂ? ਅਸੀਂ ਵਾਈਗੋਟਸਕੀ ਨੂੰ ਸੋਸ਼ਲ ਕੰਸਟਰਕਟਿਵਿਸਟ ਕਹਿ ਦਿੰਦੇ ਹਾਂ।
ਸੋਸ਼ਲ ਕੰਸਟਰਕਟਿਵਿਸਟ ਕਹਿ ਦਿੰਦੇ ਆ। ਔਰ ਪਿਆਜੇ ਨੂੰ ਆਪਾਂ ਨੇ ਕੀ ਕਿਹਾ ਸੀਗਾ, ਉਹਨੂੰ ਕਿਹਾ ਸੀ ਆਪਾਂ ਨੇ ਰੈਡੀਕਲ ਕੰਸਟਰਕਸ਼ਨਿਸਟ। ਇਹਦਾ ਮਤਲਬ ਕੀ ਹੁੰਦਾ, ਰਚਨਾਤਮਕ। ਰਚਨਾਤਮਕ ਦੈਟ ਮੀਨਸ ਕਿ ਉਹਦੀ ਰਚਨਾ, ਠੀਕ ਹੈ ਜੀ, ਉਹਦੀ ਜਿਹੜੀ ਬੋਲਣ ਦੀ क्षमता ਹੈਗੀ ਹੈ, ਲੈਂਗੁਏਜ ਦੀ ਡਿਵੈਲਪਮੈਂਟ ਹੈਗੀ ਹੈ, ਉਹ ਰਚਨਾ ਹੋ ਰਹੀ ਹੈ ਉਹਦੀ ਉਹ। ਸੋ ਇਹ ਕਿਹਦੇ ਬੇਸਿਸ ਤੇ ਹੋ ਰਹੀ ਹੈ, ਸੋਸ਼ਲ ਲੈਵਲ ਦੇ ਬੇਸਿਸ ਦੇ ਉੱਤੇ ਹੋ ਰਹੀ ਹੈ। ਔਰ ਪਿਆਜੇ ਕੀ ਕਹਿੰਦਾ ਸੀਗਾ, ਰੈਡੀਕਲ ਕੰਸਟਰਕਸ਼ਨਿਸਟ ਕਹਿੰਦੇ ਅਸੀਂ ਉਹਨੂੰ ਉਹ। ਕਿਉਂ? ਕਿਉਂਕਿ ਉਹ ਕੀ ਕਹਿੰਦਾ ਕਿ ਬੱਚਾ ਸਕੀਮਾਂ ਬਣਾਉਂਦਾ ਆਪਣੇ ਦਿਮਾਗ ਦੇ ਵਿੱਚ, ਸਕੀਮਾਂ ਬਣਾ ਕੇ ਫਿਰ ਉਸਨੂੰ ਸ਼ੇਪ ਕਰਦਾ, ਔਰ ਉਹਦੇ ਨਾਲ ਜਿਹੜਾ ਸੀ ਉਹਦੀ ਉਹ ਡਿਵੈਲਪਮੈਂਟ ਹੋਣੀ ਸ਼ੁਰੂ ਹੁੰਦੀ ਹੈ। ਉਹਦੇ 'ਚ ਨਵੇਂ ਨਵੇਂ ਵਿਚਾਰ ਆਉਣੇ ਸ਼ੁਰੂ ਹੁੰਦੇ ਨੇ, ਨਵੇਂ ਆਈਡੀਆਜ਼ ਨੂੰ ਉਹ ਸਿਮੂਲੇਟ ਕਰਦਾ, ਔਰ ਫਿਰ ਉਹ ਜਿਹੜੇ ਆਈਡੀਆਜ਼ ਉਹਦੇ 'ਚ ਆਏ ਨੇ ਉਹਨਾਂ ਨੂੰ ਜਿਹੜਾ ਸੀਗਾ ਉਹ ਆਤਮਸਾਤ ਕਰਦਾ। ਕੋਈ ਨਵੀਂ ਚੀਜ਼ ਆਉਂਦੀ ਹੈ ਤਾਂ ਫਿਰ ਉਹਦੇ ਵਿੱਚ ਉਹਨੂੰ ਦੇਖਦਾ ਹੈ ਕਿ ਨਵੀਂ ਚੀਜ਼ ਹੈਗੀ ਹੈ ਤਾਂ ਕਿਉਂ ਹੈਗੀ ਹੈ, ਔਰ ਫਿਰ ਆਪਣੇ ਆਪ ਨੂੰ ਅਕੋਮੋਡੇਟ ਕਰਦਾ। ਅਕੋਮੋਡੇਟ ਤੋਂ ਬਾਅਦ ਉਸ ਚੀਜ਼ ਨੂੰ ਫਿਰ ਅਸਿਮੀਲੇਟ ਕਰਦਾ। ਇਸ ਤਰੀਕੇ ਦੇ ਨਾਲ ਜਿਹੜਾ ਪਿਆਜੇ ਆਪਣੀ ਥਿਊਰੀ ਨੂੰ ਇਸ ਤਰੀਕੇ ਨਾਲ ਸਮਝਾਉਂਦਾ ਹੈ। ਔਰ ਵਾਈਗੋਟਸਕੀ ਕਹਿੰਦਾ ਕਿ ਬੱਚਾ ਸੁਸਾਇਟੀ ਤੋਂ ਇਹਨਾਂ ਚੀਜ਼ਾਂ ਨੂੰ ਸਿੱਖਦਾ ਹੈ। ਸੋ ਇਹ ਵੀ ਇੱਕ ਕੁਐਸਚਨ ਬਣਦਾ ਐਗਜ਼ਾਮ ਦੇ ਵਿੱਚ, ਜਦੋਂ ਐਗਜ਼ਾਮ ਦੇ 'ਚ ਇਹ ਪੁੱਛ ਲੈਂਦੇ ਨੇ ਕਿ ਰੈਡੀਕਲ ਕੰਸਟਰਕਸ਼ਨਿਸਟ ਕੌਣ ਹੈਗਾ, ਤਾਂ ਉਹਦੇ ਪਿਆਜੇ ਆਨਸਰ ਆਏਗਾ। ਸੋਸ਼ਲ ਕੰਸਟਰਕਟਿਵਿਸਟ ਕੌਣ ਹੈਗਾ, ਤਾਂ ਉਹਦੇ ਵਿੱਚ ਕੀ ਆਨਸਰ ਕੀ ਆਏਗਾ, ਸਾਡਾ ਵਾਈਗੋਟਸਕੀ ਆਏਗਾ। ਸੋ ਸੋਸ਼ੋ ਕਲਚਰਲ ਥਿਊਰੀ ਜਿਹੜੀ ਸੀਗੀ ਦੈਟ ਇਜ਼ ਗਿਵਨ ਬਾय ਵਾਈਗੋਟਸਕੀ। ਐਵਰੀ ਫੰਕਸ਼ਨ ਇਨ ਦਾ ਚਾਈਲਡ ਕਲਚਰਲ ਡਿਵੈਲਪਮੈਂਟ ਅਪੀਅਰਸ ਟਵਾਈਸ। ਕਹਿੰਦਾ ਕਿ ਜਿੰਨੀ ਵੀ ਬੱਚੇ ਦੀ ਡਿਵੈਲਪਮੈਂਟ ਹੁੰਦੀ ਹੈ ਨਾ, ਉਹ ਦੋ ਲੈਵਲ ਤੇ ਹੁੰਦੀ ਹੈ। ਪਹਿਲਾਂ ਕਿਸ ਲੈਵਲ ਤੇ ਹੁੰਦੀ ਹੈ, ਉਹਦੀ ਕਲਚਰਲ ਲੈਵਲ ਦੇ ਉੱਤੇ, ਸੁਸਾਇਟੀ ਲੈਵਲ ਦੇ ਉੱਤੇ ਹੁੰਦੀ ਹੈ ਉਹ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਉਹ ਇੰਡੀਵਿਜੂਅਲ ਲੈਵਲ ਤੇ ਹੁੰਦੀ ਹੈ। ਪਹਿਲਾਂ ਬੱਚਾ ਘਰ ਦੇ ਵਿੱਚ ਪੈਦਾ ਹੁੰਦਾ ਹੈ ਤਾਂ ਉਹਨੂੰ ਘਰ ਦੇ ਸੰਸਕਾਰ ਮਿਲਦੇ ਨੇ। ਸੰਸਕਾਰਾਂ ਤੋਂ ਜਿਹੜਾ ਸੀਗਾ ਉਹਦੀ ਪਰਸਨੈਲਿਟੀ ਡਿਵੈਲਪ ਹੁੰਦੀ ਹੈ, ਠੀਕ ਹੈ ਨਾ। ਆਪਾਂ ਕਹਿੰਦੇ ਆ ਨਾ ਕਿ ਇਹਨੂੰ ਬੱਚੇ ਨੂੰ ਕੁਛ ਨਾ ਕੁਛ ਸਿਖਾਇਆ ਨਹੀਂ ਹੋਣਾ, ਦੈਟ ਮੀਨਸ ਉਹਦੇ ਘਰ ਦਾ ਮਾਹੌਲ ਇਸ ਤਰੀਕੇ ਦਾ ਹੋਣਾ ਕਿ ਜੇ ਬੱਚਾ ਕਿਸੇ ਨਾਲ ਬਦਸਲੂਕੀ ਕਰ ਰਿਹਾ ਕਿ ਤੈਨੂੰ ਤੇਰੇ ਘਰ ਵਾਲਿਆਂ ਨੇ ਕੁਝ ਨਹੀਂ ਸਿਖਾਇਆ, ਇਹਦਾ ਮਤਲਬ ਕਿ ਅਸੀਂ ਕਿਤੇ ਨਾ ਕਿਤੇ ਉਹਦੇ ਘਰ ਵਾਲਿਆਂ ਦੇ ਉੱਤੇ ਇੱਕ ਇਲਜ਼ਾਮ ਲਗਾ ਰਹੇ ਹਾਂ ਕਿ ਤੁਹਾਡੇ ਘਰ ਦਾ ਮਾਹੌਲ ਇਸ ਤਰੀਕੇ ਦਾ ਕਿ ਤੁਹਾਡਾ ਬੱਚਾ ਜਿਹੜਾ ਸੀ ਕੁਝ ਸਿੱਖ ਨਹੀਂ ਪਾਇਆ। ਕਿਉਂ? ਕਿਉਂਕਿ ਜੇ ਪੇਰੈਂਟਸ ਜਾਂ ਸੁਸਾਇਟੀ ਦੇ ਵਿੱਚ ਉਹਦੇ ਘਰ ਵਾਲੇ ਉਸ ਤਰੀਕੇ ਨਾਲ ਬਿਹੇਵ ਨਹੀਂ ਕਰ ਰਹੇ ਤਾਂ ਬੱਚਾ ਵੀ ਉਹਨਾਂ ਚੀਜ਼ਾਂ ਨੂੰ ਸਿੱਖੇਗਾ, ਫਿਰ ਉਹ ਕਿਤੇ ਨਾ ਕਿਤੇ ਠੀਕ ਹੈ। ਸੋ ਬੱਚਾ ਜੇ ਆਪਣਾ ਐਟੀਕੇਟ ਸਿੱਖਦਾ ਹੈ, ਆਪਣੇ ਐਕਸ਼ਨ ਸਿੱਖਦਾ ਹੈ, ਤਾਂ ਉਹ ਕਿੱਥੋਂ ਸਿੱਖਦਾ ਹੈ? ਉਹ ਘਰ ਦੇ ਵਿੱਚ ਹੁੰਦੀਆਂ ਚੀਜ਼ਾਂ ਨੂੰ ਸਮਝਦਾ ਹੈ, ਦੇਖਦਾ ਹੈ, ਔਰ ਉਸੇ ਤਰੀਕੇ ਨਾਲ ਉਹ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਸਮਾ ਲੈਂਦਾ ਹੈ। ਔਰ ਦੈਟ ਮੀਨਸ ਪਹਿਲਾਂ ਉਹ ਸੋਸ਼ਲ ਲੈਵਲ ਦੇ ਉੱਤੇ ਜਿਹੜੀ ਡਿਵੈਲਪਮੈਂਟ ਹੈਗੀ ਆ, ਔਰ ਜਿਹੜੀ ਕਿ ਉਹਦੇ ਵਿੱਚ ਇੰਡੀਵਿਜੂਅਲ ਲੈਵਲ ਦੇ ਵਿੱਚ ਉਹਦੇ ਟ੍ਰਾਂਸਫਰ ਹੋ ਜਾਂਦੀ ਹੈ। ਜਾਂ ਅਸੀਂ ਕਹਿ ਲਈਏ ਕਿ ਪਹਿਲਾਂ ਇੰਟਰਸਾਈਕੋਲੋਜੀਕਲ ਹੈਗੀ ਹੈ, ਫਿਰ ਇੰਟਰਾਸਾਈਕੋਲੋਜੀਕਲ ਹੈਗੀ ਉਹ, ਠੀਕ ਹੈ। ਪਹਿਲਾਂ ਸੁਸਾਇਟੀ ਲੈਵਲ ਦੇ ਉੱਤੇ, ਫਿਰ ਚਾਈਲਡ ਦੇ ਵਿੱਚ ਆਪਣੇ ਅੰਦਰ ਜਿਹੜੀ ਸੀਗੀ ਉਹ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਂਦੀ ਆ, ਠੀਕ ਹੈ ਜੀ। ਸੋ ਹੁਣ ਇਹ ਇੱਕ ਹੀ ਚੀਜ਼ਾਂ ਨੇ, ਕਲਚਰਲ ਵੈਲਿਊਜ਼, ਬਿਲੀਵਸ, ਪ੍ਰੋਬਲਮ ਸੋਲਵਿੰਗ ਸਟ੍ਰੈਟੇਜੀਜ਼, ਇਹ ਸਾਰੀਆਂ ਚੀਜ਼ਾਂ ਬੇਸਿਕਲੀ ਅਸੀਂ ਦੇਖਦੇ ਹਾਂ ਕਿ ਕਿੱਥੋਂ ਬਦਲ ਕੇ ਡਿਵੈਲਪ ਹੁੰਦੀਆਂ ਨੇ ਸਾਡੀਆਂ ਇਹ, ਠੀਕ ਹੈ ਜੀ। ਸੋ these develop through collaboration, dialogue with more knowledgeable members of society. Basically ਵਾਈਗੋਟਸਕੀ ਆਪਣੀ ਥਿਊਰੀ ਨੂੰ 3 ਹਿੱਸਿਆਂ ਦੇ ਵਿੱਚ ਡਿਵਾਈਡ ਕਰਦਾ ਹੈ। ਉਹ ਕੀ ਕਹਿੰਦਾ ਹੈ ਕਿ ਬੱਚਾ ਜਾਂ ਕੋਈ ਵੀ ਇਨਸਾਨ ਕਲਚਰਲ ਵੈਲਿਊਜ਼, ਬਿਲੀਵਸ, ਪ੍ਰੋਬਲਮ ਸੋਲਵਿੰਗ ਸਟ੍ਰੈਟੇਜੀਜ਼ ਕਿੱਥੋਂ ਸਿੱਖਦਾ ਹੈ? ਕੋਲੈਬੋਰੇਟਿਵ ਡਾਇਲੋਗ ਵਿਦ ਮੋਰ ਨੌਲੇਜੇਬਲ ਮੈਂਬਰਸ ਆਫ ਸੋਸਾਇਟੀ। ਸੋ ਇਹ ਕਨਸੈਪਟ 3 ਮੇਜਰ ਕਨਸੈਪਟਸ ਹੈਗੇ ਨੇ, ਇਹਨੂੰ ਅਸੀਂ MQ ਵੀ ਕਹਿ ਦਿੰਦੇ ਹਾਂ, ਠੀਕ ਹੈ ਜੀ। ਕੋਲੈਬੋਰੇਸ਼ਨ, ਇਹਨੂੰ ਸਕੈਫੋਲਡਿੰਗ ਕਹਿ ਦਿਆਂਗੇ, ਠੀਕ ਹੈ ਜੀ। ਇਹ ਜਿਹੜਾ ਚਾਈਲਡ ਹੈ ਜਾਂ ਪਰਸਨ ਹੈ ਜਿਹਨੇ ਆਪਣਾ ਨੌਲੇਜ ਦੀ ਉਹਦੀ ਡਿਵੈਲਪਮੈਂਟ ਹੋਣੀ ਹੈ, ਠੀਕ ਹੈ। ਸੋ ਇਹਨਾਂ ਕਨਸੈਪਟਸ ਨੂੰ ਆਪਾਂ ਥੋੜਾ ਡਿਟੇਲ ਦਾ ਡਿਸਕਸ ਕਰਦੇ ਹਾਂ। ਸੋ ਬੇਸਿਕਲੀ ਮੇਰਾ ਪਰਪਸ ਇਹ ਸੀ ਤੁਹਾਨੂੰ ਸਮਝਾਉਣ ਦਾ ਕਿ ਵਾਈਗੋਟਸਕੀ ਦੀ ਥਿਊਰੀ ਕੀ ਹੈ। ਸੋ 3 ਸਟੈਪ ਜਿਹੜੇ ਸੀਗੇ ਇਹਦੇ ਵਿੱਚ ਸ਼ਾਮਲ ਹੁੰਦੇ ਨੇ, ਇਹਨਾਂ ਨੂੰ ਅਸੀਂ ਅੱਗੇ ਦੇਖਦੇ ਹਾਂ ਕਿ ਹਾਂਜੀ, ਕਲਚਰ ਇਜ਼ ਦਾ ਸਿਗਨੀਫਿਕੈਂਟ ਇਨ ਲਰਨਿੰਗ ਦ ਮੋਸਟ। ਪਹਿਲਾਂ ਵੀ ਮੈਂ ਤੁਹਾਨੂੰ ਇਹੀ ਗੱਲ ਕੀਤੀ ਹੈ ਕਿ ਕਲਚਰ ਜਿਹੜਾ ਸੀਗਾ ਇਸ ਦਾ ਮੋਸਟ ਸਿਗਨੀਫਿਕੈਂਟ ਪਾਰਟ ਇਨ ਦਾ ਪ੍ਰੋਸੈਸ ਆਫ ਲਰਨਿੰਗ। ਲੈਂਗੁਏਜ ਇਜ਼ ਦ ਰੂਟ ਆਫ ਕਲਚਰ ਐਂਡ ਇੰਡੀਵਿਜੂਅਲ ਲਰਨ ਐਂਡ ਡਿਵੈਲਪ ਦੇਅਰ ਰੋਲ ਇਨ ਦਾ ਕਮਿਊਨਿਟੀ। ਇਹੀ ਗੱਲ ਜਿਹੜੀ ਕਿ ਤੁਹਾਨੂੰ ਮੈਂ ਪਹਿਲਾਂ ਦੱਸੀ ਸੀਗੀ, ਸਾਰੀ ਗੱਲਾਂ ਇਹ ਉਹੀ ਹੈਗੀਆਂ ਨੇ। ਸੋ ਦਿਸ ਇਜ਼ ਵਨਸ ਅਗੇਨ ਇਹ ਪਿਆਜੇ ਤੇ ਵਾਈਗੋਟਸਕੀ ਦੇ ਵਿੱਚ ਫਰਕ ਕੀ ਹੈਗਾ, ਇਸ ਚੀਜ਼ ਨੂੰ ਆਪਾਂ ਲਾਸਟ ਵਿੱਚ ਜਾ ਕੇ ਕਰਾਂਗੇ, ਹਾਲੇ ਨਹੀਂ ਕਰਦੇ, ਅੱਗੇ ਚੱਲਦੇ ਹਾਂ ਆਪਾਂ ਹੁਣ। ਸੋ ਕੁਝ ਕਨਸੈਪਟ, ਕੋਗਨੀਟਿਵ ਡਿਵੈਲਪਮੈਂਟ, ਕੰਸਟਰਕਟਿਵਿਜ਼ਮ,
ਲੈਂਗੁਏਜ ਐਂਡ ਥਾਟ, ਡਿਵੈਲਪਮੈਂਟ ਐਂਡ ਲਰਨਿੰਗ, ਪ੍ਰਾਈਵੇਟ ਸਪੀਚ ਐਂਡ ਜਾਂ ਇੰਟਰਨਲਾਈਜੇਸ਼ਨ। ਠੀਕ ਹੈ, ਸੋ ਇਹ ਅਲੱਗ-ਅਲੱਗ ਕਨਸੈਪਟਸ ਹੈਗੇ ਨੇ। ਆਓ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜਿਵੇਂ ਮੈਂ ਤੁਹਾਡੇ ਨਾਲ ਪਹਿਲਾਂ ਗੱਲ ਕੀਤੀ ਕਿ ਕੋਗਨੀਟਿਵ ਡਿਵੈਲਪਮੈਂਟ, ਠੀਕ ਹੈ ਜੀ। ਸੋ ਵਾਟ ਇਜ਼ ਕੋਗਨੀਟਿਵ ਡਿਵੈਲਪਮੈਂਟ? ਬੇਸਿਕਲੀ ਮੈਂ ਤੁਹਾਡੇ ਨਾਲ ਪਹਿਲਾਂ ਹੀ ਗੱਲ ਕੀਤੀ ਸੀਗੀ ਕੋਗਨੀਟਿਵ ਡਿਵੈਲਪਮੈਂਟ ਕੀ ਹੈਗੀ। ਕੋਗਨੀਟਿਵ ਦੀ ਤੁਹਾਨੂੰ ਆਪਾਂ ਨੇ ਕੱਲ੍ਹ ਵੀ ਡੈਫੀਨੇਸ਼ਨ ਕੀਤੀ ਸੀਗੀ ਕਿ ਬੇਸਿਕਲੀ ਕਹਿ ਲਈਏ ਅਕਲ, ਕਹਿ ਲਈਏ ਆਪਾਂ ਦਿਮਾਗ, ਕਹਿ ਲਈਏ ਉਹਦਾ ਪ੍ਰੋਸੈਸ ਆਫ ਰੀਜ਼ਨਿੰਗ, ਕਹਿ ਲਈਏ ਉਸਨੂੰ ਉਹ, ਜਾਂ ਅੰਡਰਸਟੈਂਡਿੰਗ ਕਹਿ ਲਈਏ, ਇਹ ਮੈਂਟਲ ਐਬਿਲਿਟੀਜ਼ ਕਹਿ ਲਈਏ, ਇਹ ਸਾਰੀਆਂ ਕੀ ਚੀਜ਼ਾਂ ਆ ਜਾਂਦੀਆਂ, ਇਹ ਕੋਗਨੀਟਿਵ ਲਰਨਿੰਗ ਦਾ ਪ੍ਰੋਸੈਸ ਆ ਜਾਂਦੀਆਂ ਨੇ। ਸੋ ਕੋਗਨੀਟਿਵ ਦੀ ਡਿਵੈਲਪਮੈਂਟ ਹੈਗੀ ਹੈ ਉਹ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਕੋਰਡਿੰਗ ਟੂ ਵਾਈਗੋਟਸਕੀ ਇਟ ਇਜ਼ ਹੈਪਨਿੰਗ ਥਰੂ ਦ ਸੋਸ਼ਲ ਇੰਟਰੈਕਸ਼ਨ ਪ੍ਰੋਸੈਸ। ਠੀਕ ਹੈ ਜੀ, ਉਹ ਸੋਸ਼ਲ ਇੰਟਰੈਕਸ਼ਨ ਪ੍ਰੋਸੈਸਿਸ ਕਿਵੇਂ ਹੁੰਦੇ ਨੇ ਉਹਨਾਂ ਚੀਜ਼ਾਂ ਨੂੰ ਵੀ ਆਪਾਂ ਸਮਝਣ ਦੀ ਕੋਸ਼ਿਸ਼ ਸਮਝਦੇ ਹਾਂ ਆਪਾਂ ਹੁਣੇ। ਹਾਂਜੀ, ਸੋ ਦੈਟ ਵਾਜ਼ ਦ ਫਰਸਟ ਪਾਰਟ। ਦੂਜਾ ਸੀਗਾ ਮੈਂ ਤੁਹਾਨੂੰ ਦੱਸਿਆ ਸੀਗਾ ਕੰਸਟਰਕਟਿਵਿਜ਼ਮ। ਠੀਕ ਹੈ ਜੀ, ਦੈਟ ਇਜ਼ ਸੋਸ਼ਲ ਕੰਸਟਰਕਟਿਵਿਸਟ ਕਿਹਾ ਜਾਂਦਾ ਹੈ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਸੋਸ਼ਲ ਕੰਸਟਰਕਟਿਵਿਜ਼ਮ। ਠੀਕ ਹੈ, ਸੋਸ਼ਲ ਕੰਸਟਰਕਟਿਵਿਸਟ ਕਿਹਾ ਜਾਂਦਾ ਹੈ, ਵਾਈਗੋਟਸਕੀ ਨੂੰ ਕਿਹਾ ਜਾਂਦਾ। ਕਿਉਂ? ਕਿਉਂਕਿ ਇਹਦੇ ਮੁਤਾਬਕ ਬੱਚਾ, ਜੋ ਪਹਿਲਾਂ ਆਪਾਂ ਗੱਲ ਕਰ ਰਹੇ ਸੀ, ਸੋਸਾਇਟੀ ਤੋਂ ਸਿੱਖਦਾ ਹੈ ਔਰ ਐਜ਼ ਕੰਪੇਅਰ ਟੂ ਦਾ ਪਿਆਜੇ ਜਿਹੜਾ ਕਹਿੰਦਾ ਕਿ ਬੱਚਾ ਆਤਮਸਾਤ ਹੋ ਕੇ ਸਿੱਖਦਾ ਹੈ। ਫਿਰ ਆ ਗਿਆ ਤੁਹਾਡਾ ਲੈਂਗੁਏਜ ਐਂਡ ਥਾਟ। ਨਾਓ ਲੈਂਗੁਏਜ ਐਂਡ ਥਾਟ, ਪਹਿਲਾਂ ਬੱਚਾ ਲੈਂਗੁਏਜ ਦੇ ਥਰੂ ਸਿੱਖਦਾ। ਹੁਣ 6 ਮਹੀਨੇ ਦਾ ਬੱਚਾ, 2 ਮਹੀਨੇ ਦਾ ਬੱਚਾ ਜਾਂ 1 ਸਾਲ ਦਾ ਬੱਚਾ, ਉਹ ਕੋਈ ਬੋਲ ਥੋੜੀ ਸਕਦਾ ਕੋਈ ਉਹ। ਠੀਕ ਹੈ, ਪਰ ਵਾਈਗੋਟਸਕੀ ਕਹਿੰਦਾ ਨਹੀਂ, ਉਹ ਬੱਚਾ ਜਿਹੜਾ ਸੀਗਾ ਉਹਨੂੰ ਤੁਸੀਂ ਸਮਝਦੇ ਹੋ। ਠੀਕ ਹੈ, ਬੱਚਾ ਰੋਂਦਾ ਹੈ, ਬੱਚੇ ਨੂੰ ਭੁੱਖ ਲੱਗੀ ਹੈ, ਬੱਚੇ ਦੇ ਜਿਹੜਾ ਸੀਗਾ ਉਹਦੇ ਡਾਇਪਰ ਗਿੱਲੇ ਹੋਏ ਹੋਏ ਨੇ, ਉਹ ਰੋਂਦਾ ਹੈ। ਠੀਕ ਹੈ ਜੀ, ਤੁਸੀਂ ਸਮਝਦੇ ਹੋ ਕਿ ਵੀ ਇਹਨੇ ਦੁੱਧ ਤਾਂ ਪੀ ਲਿਆ ਸੀਗਾ, ਹੁਣ ਇਹਨੇ ਜਿਹੜਾ ਸੀਗਾ ਡੈਫੀਨੇਟਲੀ ਗਿੱਲਾ ਹੋ ਗਿਆ ਨੇ, ਤਾਂ ਇਹਨੂੰ ਜਿਹੜਾ ਸੀਗਾ ਇਹ ਬੱਚਾ ਰੋਂਦਾ ਪਿਆ। ਬੱਚਾ ਹੱਸਦਾ ਪਿਆ ਜਿਹੜਾ ਸੀਗਾ, ਬੱਚੇ ਨੂੰ ਕੋਈ ਗੱਲ ਚੰਗੀ ਲੱਗੀ ਹੈ, ਬੱਚਾ ਜਿਹੜਾ ਸੀਗਾ ਰਾਜ਼ੀ ਹੈ। ਠੀਕ ਹੈ, ਜਾਂ ਬੱਚਾ ਰੋਂਦਾ ਪਿਆ, ਉਹਦਾ ਮੱਥਾ ਗਰਮ ਹੈ, ਉਹਨੂੰ ਬੁਖਾਰ ਹੈ, ਉਹਨੂੰ ਕੋਈ ਨਾ ਕੋਈ ਪ੍ਰੋਬਲਮ ਡੈਫੀਨੇਟਲੀ ਹੋਏਗੀ ਉਹ। ਸੋ ਬੇਸਿਕਲੀ ਲੈਂਗੁਏਜ ਦਾ ਮਤਲਬ ਇਹ ਨਹੀਂ ਕਿ ਮੈਂ ਅੱਖਰਾਂ ਨਾਲ ਹੀ ਬੋਲ ਰਿਹਾ, ਲੈਂਗੁਏਜ ਜਿਹੜੀ ਸੀ ਇਸ਼ਾਰਿਆਂ ਨਾਲ ਵੀ ਹੋ ਸਕਦੀ ਹੈ। ਸੋ ਬੇਸਿਕਲੀ ਬੱਚੇ ਜਿਹੜੇ ਸੀਗੇ ਜਾਂ ਸੋਸਾਇਟੀ ਜਿਹੜੀ ਸੀਗੀ ਉਹ ਲੈਂਗੁਏਜ ਦੇ ਥਰੂ ਜਿਹੜੀ ਸੀ ਡਿਵੈਲਪਮੈਂਟ ਹੁੰਦੀ ਹੈ। ਔਰ ਲੈਂਗੁਏਜ ਹੀ ਜਿਹੜੀ ਸੀਗੀ, ਭਾਵੇਂ ਸਾਡੀ ਇਸ਼ਾਰਿਆਂ ਦੀ ਲੈਂਗੁਏਜ ਹੋਵੇ, ਉਹ ਲੈਂਗੁਏਜ ਜਿਹੜਾ ਸੀਗਾ ਬੱਚਾ ਜਿਹੜਾ ਸੀਗਾ ਉਸ ਚੀਜ਼ ਨੂੰ ਸਮਝਣਾ ਸ਼ੁਰੂ ਕਰਦਾ ਹੈ ਔਰ ਉਸੇ ਦੇ ਨਾਲ ਆਪਾਂ ਜਿਵੇਂ ਗੱਲ ਕਰ ਰਹੇ ਸੀਗੇ ਉਹਦੀ ਡਿਵੈਲਪਮੈਂਟ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਸੋਸ਼ਲ ਲਰਨਿੰਗ ਟੈਂਡਸ ਟੂ ਪ੍ਰੋਸੀਡ ਅਕੋਰਡਿੰਗ ਟੂ ਵਾਈਗੋਟਸਕੀ। ਜਿਹੜੀ ਸੋਸ਼ਲ ਲਰਨਿੰਗ ਹੈ, ਠੀਕ ਹੈ ਜੀ, ਉਹ ਲਰਨਿੰਗ ਹੈ, ਉਹ ਡਿਵੈਲਪਮੈਂਟ ਤੋਂ ਪਹਿਲਾਂ ਹੁੰਦੀ ਹੈ। ਪਹਿਲਾਂ ਸੋਸ਼ਲ ਲਰਨਿੰਗ ਬੱਚੇ ਨੂੰ ਮਤਲਬ ਕਿ ਸਮਝ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਜਿਹੜਾ ਸੀਗਾ ਇਹ ਮਦਰ ਹੈ ਮੇਰੀ, ਜਿਹੜਾ ਹੈਗਾ ਇਹ ਮੈਨੂੰ ਦੁੱਧ ਪਿਲਾਉਂਦੀ ਹੈ। ਠੀਕ ਹੈ, ਦੈਟ ਮੀਨਸ ਇਹ ਮੇਰੀ ਮਾਂ ਹੈ। ਠੀਕ ਹੈ ਜੀ, ਉਹਨੂੰ ਇਸ ਚੀਜ਼ ਪਤਾ ਲੱਗਦੀ ਹੈ। ਬਾਅਦ ਵਿੱਚ ਜਾ ਕੇ ਉਹਨੂੰ ਨਾ ਇਹ ਚੀਜ਼ ਤਾਂ ਉਹਨੂੰ ਬਾਅਦ ਵਿੱਚ ਆਉਂਦੀ ਹੈ ਕਿ ਜਿਹੜੀ ਸੀਗੀ ਇਹ ਮੇਰੀ ਮਾਂ ਹੈ। ਠੀਕ ਹੈ, ਪਹਿਲਾਂ ਤਾਂ ਸੋਸ਼ਲ ਲਰਨਿੰਗ ਆਉਂਦੀ ਹੈ ਕਿ ਦੇਰ ਇਜ਼ ਸਮ ਲੇਡੀ ਜਿਹੜੀ ਕਿ ਮੈਨੂੰ ਦੁੱਧ ਪਿਲਾਉਂਦੀ ਹੈ। ਠੀਕ ਹੈ, ਔਰ ਬਾਅਦ 'ਚ ਜਾ ਕੇ ਉਸ ਚੀਜ਼ ਨੂੰ ਮਤਲਬ ਕਿ ਉਹਨੂੰ ਪਤਾ ਲੱਗਦਾ ਕਿ ਇਹ ਜਿਹੜੀ ਔਰਤ ਹੈ ਮੈਨੂੰ ਦੁੱਧ ਪਿਲਾਉਂਦੀ ਹੈ, ਇਹ ਮੇਰੀ ਮਾਂ ਹੈ। ਸੋ ਇਹਨਾਂ ਤਰੀਕਿਆਂ ਦੇ ਨਾਲ ਜਿਹੜਾ ਅਸੀਂ ਆਪਾਂ ਕਹਿ ਸਕਦੇ ਹਾਂ ਕਿ ਸੋਸ਼ਲ ਲਰਨਿੰਗ ਦੇ ਥਰੂ ਜਿਹੜਾ ਸੀਗਾ ਡਿਵੈਲਪਮੈਂਟ ਹੁੰਦੀ ਹੈ ਔਰ ਇਹ ਪ੍ਰੀਸੀਡ ਕਰਦੀ ਹੈ। ਦੈਟ ਮੀਨਸ ਸੋਸ਼ਲ ਲਰਨਿੰਗ ਪਹਿਲਾਂ ਹੁੰਦੀ ਹੈ ਤੇ ਡਿਵੈਲਪਮੈਂਟ ਉਹਦੀ ਬਾਅਦ ਵਿੱਚ ਹੁੰਦੀ ਹੈ। ਸੋ ਰੋਲ ਆਫ ਸੋਸ਼ਲ ਇੰਟਰੈਕਸ਼ਨ ਐਂਡ ਲਰਨਿੰਗ, ਇਸ ਚੀਜ਼ ਨੂੰ ਵੀ ਆਪਾਂ ਹੋਰ ਅੱਗੇ ਕਰਦੇ ਹਾਂ, ਦੈਟ ਲੀਡਸ ਟੂ ਡਿਵੈਲਪਮੈਂਟ। ਸੋ ਅਸੀਂ ਸੋਸ਼ਲ ਡਿਵੈਲਪਮੈਂਟ ਹੈਗੀ ਹੈ ਕਿ ਅਸੀਂ ਬ੍ਰਸ਼ ਕਰਦੇ ਹਾਂ ਤਾਂ ਬੱਚਾ ਵੀ ਨਾਲ ਜਿਹੜਾ ਸੀਗਾ ਉਹਨੂੰ ਵੀ ਕਹਿੰਦਾ ਮੈਂ ਵੀ ਬ੍ਰਸ਼ ਕਰੂੰਗਾ, ਹੈ ਨਾ। ਸੋ ਦੈਟਸ ਅਨਦਰ ਕਿ ਬੱਚੇ ਨੂੰ ਪਤਾ ਲੱਗਦਾ ਕਿ ਮਾਪੇ ਜਿਹੜੇ ਸੀਗੇ ਇਸ ਤਰੀਕੇ ਨਾਲ ਕਰਦੇ ਨੇ, ਕਿਉਂ ਕਰਦੇ ਨੇ। ਅਸੀਂ ਭਾਵੇਂ ਸਾਨੂੰ ਪਤਾ ਕਿ ਬੱਚੇ ਦੇ ਇਹ ਦੰਦ ਟੁੱਟ ਕੇ ਗਿਰ ਜਾਣੇ ਨੇ, ਪਰ ਅਸੀਂ ਫਿਰ ਵੀ ਉਹਨੂੰ ਬ੍ਰਸ਼ ਦਿੰਦੇ ਹਾਂ ਔਰ ਉਹਨੂੰ ਸਿਖਾਉਂਦੇ ਹਾਂ। ਕਿਉਂਕਿ ਤਾਂ ਕਿ ਉਹਨੂੰ ਉਹ ਚੰਗੀ ਆਦਤ ਜਿਹੜੀ ਸੀ ਉਹ ਸ਼ੁਰੂ ਤੋਂ ਉਹ ਡਿਵੈਲਪ ਹੋ ਜਾਏ। ਠੀਕ ਹੈ, ਸੋ ਬੱਚਿਆਂ ਦੇ ਨਾਲ ਜਿਹੜਾ ਸੀਗਾ ਅਸੀਂ ਬਰਾਬਰ ਦਾ ਵਿਵਹਾਰ ਕਰਦੇ ਹਾਂ ਔਰ ਉਹਨਾਂ ਨੂੰ ਮਤਲਬ ਕਿ ਪਿਆਰ ਕਰਦੇ ਹਾਂ। ਸੋ ਇਹਨਾਂ ਚੀਜ਼ਾਂ ਦੇ ਨਾਲ ਜਿਹੜਾ ਸੀਗਾ ਉਹ ਸੋਸ਼ਲ ਡਿਵੈਲਪਮੈਂਟ ਹੋਣਾ ਬੱਚਿਆਂ ਦੀ ਸ਼ੁਰੂ ਹੋ ਜਾਂਦੀ ਹੈ। ਸੋ ਸੋਸ਼ਲ ਕੰਸਟਰਕਟਿਵਿਜ਼ਮ, ਠੀਕ ਹੈ, ਸੋਸਾਇਟੀ ਦੇ ਵਿੱਚ ਬੱਚੇ ਵਿਚਰਦੇ ਨੇ, ਠੀਕ ਹੈ ਜੀ, ਆਪਸ ਦੇ ਵਿੱਚ ਘੁਲਦੇ ਮਿਲਦੇ ਨੇ, ਇੱਕ ਦੂਜੇ ਤੋਂ ਬਹੁਤ ਚੀਜ਼ਾਂ ਸਿੱਖਦੇ ਨੇ, ਗੇਨ ਕਰਦੇ ਨੇ ਔਰ ਉਹਨਾਂ ਦੇ ਨਾਲ ਉਹਨਾਂ ਦੀ ਡਿਵੈਲਪਮੈਂਟ ਹੁੰਦੀ ਹੈ। ਸੋ ਦੈਟ ਇਜ਼ ਦ ਬੇਸਿਕ ਥਿਓਰੀ ਜਿਹੜੀ ਸੀ ਆਪਾਂ ਗੱਲ ਕਰ ਰਹੇ ਹਾਂ, ਵਾਈਗੋਟਸਕੀ ਦੀ ਥਿਓਰੀ ਹੈ। ਔਰ ਇਟਸ ਵਨਸ ਅਗੇਨ ਇਹ ਜਿਹੜੀ ਡਿਵੈਲਪਮੈਂਟ ਹੈਗੀ ਹੈ ਤਿੰਨਾਂ ਚੀਜ਼ਾਂ ਦਾ ਆਪਾਂ ਕਹਿ ਲਈਏ ਕਿ ਸੋਸ਼ਲ ਇੰਟਰੈਕਸ਼ਨਸ, ਕਲਚਰ ਔਰ ਲੈਂਗੁਏਜ, ਇਹਨਾਂ ਤਿੰਨਾਂ ਦਾ ਜਿਹੜਾ ਮੇਲ ਹੈ, ਠੀਕ ਹੈ ਜੀ, ਉਹਨਾਂ ਦੇ ਨਾਲ ਜਿਹੜੇ ਸੀਗੀ ਬੱਚੇ ਦੀ ਇਹ ਡਿਵੈਲਪਮੈਂਟ ਹੁੰਦੀ ਹੈ। ਠੀਕ ਹੈ, ਆਲ ਦ ਥਰੀ
ਲੀਡ ਟੂਵਰਡਸ ਦ ਡਿਵੈਲਪਮੈਂਟ ਆਫ ਦ ਚਾਈਲਡ। ਉਹਨਾਂ ਦੀ ਕੋਗਨੀਟਿਵ, ਜਦੋਂ ਆਪਾਂ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ ਆਪਾਂ ਕੋਗਨੀਟਿਵ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ, ਉਹਦੀ ਮੈਂਟਲ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ ਆਪਾਂ। ਸੋ ਲੈਂਗੁਏਜ ਮੂਵਸ ਟੂਵਰਡ ਥਾਟ, ਠੀਕ ਹੈ ਜੀ, ਦੈਟਸ ਅਨਦਰ ਪਾਰਟ ਆਫ ਇਟ। now ਪ੍ਰਾਈਵੇਟ ਸਪੀਚ ਐਂਡ ਇਨਰ ਸਪੀਚ, ਇਹ ਇੱਕ ਬਹੁਤ ਇੰਪੋਰਟੈਂਟ ਆਸਪੈਕਟ ਹੈ ਵਾਈਗੋਸਕੀ ਦੀ ਥਿਊਰੀ ਦਾ। ਵਾਈਗੋਸਕੀ ਕਹਿੰਦਾ ਕਿ ਬੱਚਾ, ਠੀਕ ਹੈ ਨਾ, ਉਹ ਪਹਿਲਾਂ ਬੋਲ ਕੇ ਕੋਈ ਗੱਲ ਕਰਨਾ ਚਾਹੁੰਦਾ ਹੈ, ਠੀਕ ਹੈ ਜੀ, ਜਾਂ ਜਦੋਂ ਕੋਈ ਗੱਲ ਕਰਦਾ ਡਿਵੈਲਪਮੈਂਟ ਹੁੰਦੀ ਹੈ ਤਾਂ ਉਹ ਬੋਲਦਾ ਹਰ ਇੱਕ ਗੱਲ ਉਹ, ਠੀਕ ਹੈ ਜੀ, ਮਾਮਾ ਪਾਪਾ ਹੈ ਨਾ। ਔਰ ਤਕਰੀਬਨ 2 ਸਾਲ ਤੱਕ ਜਿਹੜੀ ਬੱਚੇ ਦੀ ਡਿਵੈਲਪਮੈਂਟ ਹੁੰਦੀ ਹੈ ਉਹ ਅੱਖਰਾਂ ਨੂੰ ਬੋਲ ਕੇ ਰਿਪੀਟ ਕਰਕੇ ਜਿਹੜਾ ਸੀਗਾ ਉਹਨਾਂ ਨੂੰ ਜਿਹੜਾ ਸੀਗਾ ਉਹ ਯਾਦ ਕਰਦਾ ਤੇ ਉਹਨਾਂ ਨੂੰ ਉਹਦੀ ਪਹਿਚਾਣ ਹੁੰਦੀ ਹੈ। ਫਿਰ ਉਸ ਤੋਂ ਬਾਅਦ 2 ਸਾਲ ਤੋਂ ਲੈ ਕੇ ਫਰਦਰ ਜਿਹੜਾ ਸੀਗਾ ਉਹ ਤਕਰੀਬਨ 7-8 ਸਾਲ ਤੱਕ ਉਹ ਕੀ ਕਰਦਾ ਹੈ, ਠੀਕ ਹੈ, ਉਹ ਆਪਣੇ ਮੂੰਹ ਦੇ ਵਿੱਚ ਬੜਬੜਾਉਂਦਾ ਹੈ, ਠੀਕ ਹੈ ਜੀ, ਅੱਖਰਾਂ ਨੂੰ ਮਤਲਬ ਕਿ ਰਿਪੀਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿ ਉਹ ਉਹਨਾਂ 'ਚ ਆਤਮਸਾਤ ਹੋ ਜਾਣ, ਉਹ ਉਹਨਾਂ ਚੀਜ਼ਾਂ ਨੂੰ ਉਹਦੇ ਵਿੱਚ ਸਮਾ ਜਾਣ ਉਹ। ਸੋ ਦੈਟ ਇਜ਼ ਦ ਸੈਕਿੰਡ ਸਟੇਜ। ਔਰ ਉਸ ਤੋਂ ਬਾਅਦ ਜਿਹੜਾ ਸੀਗਾ ਕਹਿੰਦਾ ਕਿ ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਦੈਨ ਉਹ ਆਰਾਮ ਨਾਲ ਬੈਠਿਆ ਹੋਇਆ ਵੀ ਜਿਹੜਾ ਸੀਗਾ ਇੰਟਰਨਲੀ ਆਪਣੇ ਆਪ 'ਚ ਇੰਟਰਨਲਾਈਜ਼ ਕਰਦਾ, ਪੜ੍ਹ ਕੇ ਕਿਸੇ ਚੀਜ਼ ਨੂੰ ਉਹ ਬੋਲਦਾ ਨਹੀਂ, ਠੀਕ ਹੈ। ਤੁਸੀਂ ਦੇਖਿਆ ਹੋਣਾ ਛੋਟੇ ਬੱਚੇ ਜਦੋਂ ਕੋਈ ਕਿਤਾਬ ਪੜ੍ਹਦੇ ਨੇ ਤਾਂ ਉੱਚੀ ਉੱਚੀ ਬੋਲ ਕੇ ਪੜ੍ਹਦੇ ਨੇ ਉਹ, ਠੀਕ ਹੈ ਜੀ, ਉਹ ਚੀਜ਼ ਨੂੰ ਬੋਲ ਕੇ ਪੜ੍ਹਦੇ ਨੇ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ। ਔਰ ਇੱਕ ਵੱਡਾ ਬੱਚਾ ਜਿਹੜਾ ਹੈਗਾ ਉਹ ਚੁੱਪਚਾਪ ਜਿਹੜਾ ਸੀਗਾ ਉਸ ਕਿਤਾਬ ਨੂੰ ਪੜ੍ਹ ਕੇ ਜਿਹੜਾ ਸੀਗਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ। ਭਾਵੇਂ ਇਹ ਵੀ ਤੁਸੀਂ ਦੇਖਿਆ ਹੋਣਾ ਕਿ ਕਈ ਵੱਡੇ ਵੀ ਇਸ ਤਰੀਕੇ ਦੀ ਬੋਲ ਕੇ ਪੜ੍ਹਨ ਦੀ ਕੋਸ਼ਿਸ਼ ਕਰਦੇ ਨੇ, ਉਹ ਇਹੀ ਕਹਿੰਦੇ ਨੇ ਕਿ ਸਾਨੂੰ ਤਾਂ ਬੋਲ ਕੇ ਪੜ੍ਹ ਕੇ ਜਿਹੜਾ ਸੀਗਾ ਜ਼ਿਆਦਾ ਚੀਜ਼ ਸਮਝ ਆਉਂਦੀ ਹੈ। ਬਟ ਬੇਸਿਕਲੀ ਅਸੀਂ ਕਹਿੰਦੇ ਕੀ ਹਾਂ ਇਸ ਚੀਜ਼ ਨੂੰ ਇਹ ਕਿ ਜਿਹੜੀ ਸੋਸ਼ਲ ਤੇ ਐਕਸਟਰਨਲ ਜਿਹੜੀ ਸਪੀਚ ਹੈਗੀ ਹੈ ਦੈਟ ਲੀਡਸ ਟੂਵਰਡਸ ਦ ਇਨਰ ਸਪੀਚ, ਕਿ ਪਹਿਲਾਂ ਬੱਚਾ ਬੋਲ ਕੇ ਕਿਸੇ ਚੀਜ਼ ਨੂੰ ਸਮਝਦਾ ਹੈ ਔਰ ਉਹ ਕਮਿਊਨੀਕੇਟ ਕਰਦਾ ਹੈ, ਫਿਰ ਆਪਣੇ ਆਪ ਨਾਲ ਗੱਲਾਂ ਕਰਦਾ। ਉਹ ਤੁਸੀਂ ਦੇਖਿਆ ਹੋਣਾ ਕਈ ਵਾਰ ਬੰਦੇ ਨਾ ਆਪਣੇ ਆਪ ਨਾਲ ਗੱਲਾਂ ਕਰਦੇ ਨੇ, ਬੱਚੇ ਵੀ ਆਪਣੇ ਆਪ ਨਾਲ ਗੱਲਾਂ ਕਰਦੇ ਨੇ, ਉਹ ਕੀ ਕਰ ਰਹੇ ਨੇ ਆਪਣੇ ਆਪ 'ਚ ਉਹ ਚੀਜ਼ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਠੀਕ ਹੈ ਜੀ। ਕਿਸੇ ਚੀਜ਼ ਨੂੰ ਬਾਰੇ ਜਿਹੜਾ ਕੋਈ ਉਹਨਾਂ ਦਾ ਡਾਊਟ ਹੋਵੇ ਤਾਂ ਉਸ ਚੀਜ਼ ਨੂੰ ਜਿਹੜਾ ਸੀਗਾ ਬਾਰ-ਬਾਰ ਰਿਪੀਟ ਕਰਕੇ ਉਹ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਫਿਰ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਉਹ ਉਸ ਚੀਜ਼ ਨੂੰ ਬੋਲਦੇ ਨਹੀਂ, ਚੁੱਪਚਾਪ ਉਸ ਚੀਜ਼ ਨੂੰ ਜਿਹੜੇ ਸੀਗੇ ਆਪਣੇ ਅੰਦਰ ਉਸ ਚੀਜ਼ ਨੂੰ ਸਮਝਦੇ ਨੇ। ਔਰ ਉਹਨੂੰ ਅਸੀਂ ਹੋਰ ਕੀ ਕਹਿ ਦਿੰਦੇ ਹਾਂ, ਉਹਨੂੰ ਅਸੀਂ ਇੰਟਰਨਲਾਈਜੇਸ਼ਨ ਕਹਿ ਦਿੰਦੇ ਹਾਂ। ਦੈਟ ਪ੍ਰੋਸੈਸ ਇਜ਼ ਨੋਨ ਐਜ਼ ਇੰਟਰਨਲਾਈਜੇਸ਼ਨ, ਕਿ ਇਨਰ ਸਪੀਚ ਜਿਹੜਾ ਸੀਗਾ ਉਸ ਚੀਜ਼ ਨੂੰ ਵੀ ਕਹਿ ਦਿੱਤਾ ਜਾਂਦਾ ਹੈ। ਕਿ ਨਾਓ ਦੈਟ ਮੀਨਸ ਇਟ ਇਜ਼ ਆਲਸੋ ਏ 3-step ਪ੍ਰੋਸੈਸ। ਪਹਿਲਾ ਸਟੈਪ ਜਿਹੜਾ ਸੀਗਾ ਬਿਲਕੁਲ ਛੋਟੇ ਬੱਚੇ ਦਾ ਹੋ ਗਿਆ, ਫਿਰ ਥੋੜੇ ਵੱਡੇ ਬੱਚੇ ਦਾ ਹੋ ਗਿਆ, ਫਿਰ ਉਸ ਤੋਂ ਬਾਅਦ ਉਹ ਬਹੁਤੇ ਵੱਡੇ ਬੱਚੇ ਦਾ ਇਹ ਸਟੈਪ ਬਣ ਜਾਂਦਾ ਹੈ, ਠੀਕ ਹੈ ਜੀ। ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਵਾਈਗੋਸਕੀ ਦੀ ਥਿਊਰੀ ਦੇ ਵਿੱਚ 3 ਮੇਜਰ ਕਨਸੈਪਟਸ ਹੈਗੇ ਨੇ। ਉਹ 3 ਕਿਹੜੇ ਮੇਜਰ ਕਨਸੈਪਟ ਹੈਗੇ ਨੇ? ਦੈਟ ਇਜ਼ 1 ਇਜ਼ ਸਕੈਫੋਲਡਿੰਗ, ਸੈਕੰਡ ਇਜ਼ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਐਂਡ ਥਰਡ ਇਜ਼ ਮੋਰ ਨੌਲੇਜੇਬਲ ਅਦਰ, ਠੀਕ ਹੈ ਜੀ। ਇਹ 3 ਚੀਜ਼ਾਂ ਨੂੰ ਸਮਝ ਲਿੱਤਾ ਤਾਂ ਸਮਝੋ ਜਿਹੜਾ ਬੇਸਿਕਲੀ ਤੁਹਾਨੂੰ ਜਿਸੀ ਵਾਈਗੋਸਕੀ ਦੀ ਥਿਊਰੀ ਵੀ ਉਹ ਚੰਗੀ ਤਰੀਕੇ ਨਾਲ ਸਮਝ ਆ ਗਈ ਉਹ। ਨਾਓ ਟਰਾਈ ਟੂ ਅੰਡਰਸਟੈਂਡ ਦਿਸ ਪਾਰਟ ਆਲਸੋ, ਠੀਕ ਹੈ ਜੀ। ਤੁਸੀਂ ਮਕਾਨ ਬਣਦੇ ਦੇਖੇ, ਜਦੋਂ ਮਕਾਨ ਬਣਦੇ ਆ ਤਾਂ ਉਦੋਂ ਮਿਸਤਰੀ ਕੀ ਲਗਾਉਂਦੇ ਨੇ? ਪੈੜਾਂ ਲਗਾਉਂਦੇ ਨੇ, ਠੀਕ ਹੈ। ਆਪਾਂ ਉਹਨੂੰ ਪੰਜਾਬੀ 'ਚ ਇੰਗਲਿਸ਼ 'ਚ ਸ਼ਟਰਿੰਗ ਵੀ ਕਹਿ ਦਿੰਦੇ ਹਾਂ। ਉਹ ਸ਼ਟਰਿੰਗ ਕਿਉਂ ਲਗਾਉਂਦੇ ਨੇ? ਸ਼ਟਰਿੰਗ ਲਗਾਉਂਦੇ ਨੇ ਤਾਂ ਕਿ ਉਹ ਚੜ੍ਹ ਕੇ ਜਿਹੜਾ ਸੀਗਾ ਪਲਸਤਰ ਕਰ ਸਕਣ, ਉਹ ਇੱਟਾਂ ਲਗਾ ਸਕਣ ਉਹ, ਠੀਕ ਹੈ ਜੀ। ਸੋ ਉਹ ਜਿਹੜੀ ਸ਼ਟਰਿੰਗ ਲਗਾਈ ਹੈ ਉਹ ਕੀ ਹੈ? ਇੱਕ ਤਰ੍ਹਾਂ ਦੀ ਸਕੈਫੋਲਡਿੰਗ ਹੈ ਜਿਹਦੇ ਉੱਤੇ ਚੜ੍ਹ ਕੇ ਉਹ ਆਪਣਾ ਕੰਮ ਪੂਰਾ ਕਰ ਸਕਦੇ ਨੇ। ਸੋ ਕੋਈ ਵੀ ਐਸੀ ਚੀਜ਼ ਜਿਹਨੂੰ ਯੂਜ਼ ਕਰਕੇ ਬੱਚਾ ਜਿਹੜਾ ਸੀਗਾ ਆਪਣੀ ਨੌਲੇਜ 'ਚ ਵਾਧਾ ਕਰ ਸਕੇ ਜਾਂ ਆਪਣੇ ਕੰਮ ਨੂੰ ਪੂਰਾ ਕਰ ਸਕੇ, ਉਹ ਕੀ ਬਣ ਗਿਆ? ਉਹ ਸਕੈਫੋਲਡਿੰਗ ਹੋ ਗਈ। ਉਹਦੀ ਐਗਜ਼ਾਮਪਲ ਆਪਾਂ ਹਾਲੇ ਹੋਰ ਕਰਾਂਗੇ। ਮੈਂ ਤੁਹਾਨੂੰ ਮੋਟੀ ਗੱਲ ਦੱਸ ਰਿਹਾ ਹਾਲੇ। ਉਹ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕੀ ਹੁੰਦਾ? ਹੁਣ ਜੇ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ ਕਿ ਇੱਕ ਮਿਸਤਰੀ ਕੰਮ ਕਰ ਰਿਹਾ, ਉਹ ਇੱਟਾਂ ਲਗਾ ਰਿਹਾ, ਉਹ ਇੱਥੇ ਤੱਕ ਇੱਟਾਂ ਲਗਾ ਲੂ, ਵੱਧ ਤੋਂ ਵੱਧ ਇੱਥੇ ਤੱਕ ਇੱਟਾਂ ਲਗਾ ਲੇਗਾ ਉਹ, ਠੀਕ ਹੈ। ਪਰ ਜੇ ਉਹਨੇ ਉੱਪਰ ਹੋਰ 7 ਫੁੱਟ 8 ਫੁੱਟ ਤੇ ਇੱਟ ਲਗਾਉਣੀ ਹੈ ਤਾਂ ਉਹਨੂੰ ਪੈਡ ਲਗਾਉਣੀ ਪਏਗੀ ਨਾ, ਸ਼ਟਰਿੰਗ ਲਗਾਉਣੀ ਪਏਗੀ ਨਾ ਉਹ। ਸੋ ਬੇਸਿਕਲੀ ਜਦੋਂ ਸ਼ਟਰਿੰਗ ਲਗਾ ਕੇ ਉਹਨੇ ਹੋਰ ਉੱਪਰ ਤੱਕ ਜਿਹੜਾ ਸੀਗਾ ਦੀਵਾਰ ਚੜ੍ਹਾ ਲਈ ਉਹ, ਤਾਂ ਜਿੰਨਾ ਕੰਮ ਉਹਨੇ ਹੁਣ ਕੀਤਾ ਸ਼ਟਰਿੰਗ ਲਗਾਉਣ ਤੋਂ ਬਾਅਦ, ਉਹ ਕੀ ਹੋ ਗਿਆ? ਉਹ ਕਿਹਦੀ ਮਦਦ ਨਾਲ ਹੋਇਆ? ਉਹ ਇਹਦੀ ਮਦਦ ਨਾਲ ਹੋਇਆ, ਸ਼ਟਰਿੰਗ ਦੀ ਮਦਦ ਨਾਲ ਹੋਇਆ। ਦੈਟ ਮੀਨਸ that work would not have been done had there been no scaffolding.
ਜੇ ਉਹ ਸ਼ਟਰਿੰਗ ਨਾ ਹੁੰਦੀ ਤਾਂ ਉੱਪਰ ਵਾਲੀ ਦੀਵਾਰ ਬਣਨੀ ਮੁਸ਼ਕਲ ਹੋ ਜਾਣੀ ਸੀ ਉਹਦੇ ਵਾਸਤੇ ਉਹ। ਸੋ ਉਹ ਹਿੱਸਾ ਜਿਹੜਾ ਉਹਨੇ ਕਿਸੇ ਦੀ ਮਦਦ ਨਾਲ ਬਣਾਇਆ ਉਹ ਕੀ ਹੈ, ਉਹ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਹੈ। ਐਗਜ਼ਾਮਪਲ ਆਪ ਵਾਲੇ ਫਿਰ ਕਰਾਂਗੇ ਉਹ, ਠੀਕ ਹੈ ਜੀ। ਮੋਰ ਨੌਲੇਜੇਬਲ ਅਦਰ, ਠੀਕ ਹੈ ਜੀ, ਮੋਰ ਨੌਲੇਜੇਬਲ ਅਦਰ, ਦੈਟ ਮੀਨਸ ਕਿ ਜਦੋਂ ਮਿਸਤਰੀ ਨੇ ਦੀਵਾਰ ਬਣਾਉਣੀ ਸ਼ੁਰੂ ਕੀਤੀ ਤਾਂ ਇੱਥੇ ਤੱਕ ਦੀਵਾਰ ਤਾਂ ਬਣ ਗਈ, ਹੁਣ ਕਹਿੰਦਾ ਮੈਂ ਹੁਣ ਕੀ ਕਰਾਂ, ਇਹ ਉੱਪਰ ਮਤਲਬ ਦੀਵਾਰ ਤੋਂ ਉੱਪਰ ਤੱਕ ਬਣਾਉਣੀ ਹੈ। ਫਿਰ ਕਿਸੇ ਨੇ ਕਿਹਾ ਕਿ ਇਸ ਤਰ੍ਹਾਂ ਕਰ, ਤੂੰ ਸ਼ਟਰਿੰਗ ਲੈ ਕੇ ਆ, ਤੇ ਸ਼ਟਰਿੰਗ ਲੈ ਕੇ ਜਿਹੜਾ ਸੀਗਾ ਉਹ ਮੈਂ ਤੁਹਾਨੂੰ ਦੱਸਣਾ ਕਿਵੇਂ ਲਗਾਉਣੀ ਹੈ, ਤੇ ਫਿਰ ਚੜ੍ਹ ਕੇ ਤੂੰ ਦੀਵਾਰ ਬਣਾ ਲਈ। ਹੁਣ ਇਹ ਕਿਹਨੇ ਕਿਹਾ, ਕਿਸੇ ਤੀਜੇ ਦੂਜੇ ਬੰਦੇ ਨੇ ਗੱਲ ਕੀਤੀ ਜਿਹਨੂੰ ਕਿ ਪਤਾ ਸੀ ਕਿ ਸ਼ਟਰਿੰਗ ਲਗਾ ਦਈਏ ਤਾਂ ਫਿਰ ਜਿਹੜਾ ਸੀਗਾ ਮਿਸਤਰੀ ਉਹਦੇ ਉੱਤੇ ਚੜ੍ਹ ਕੇ ਜਿਹੜਾ ਸੀਗਾ ਉਹ ਇੱਟਾਂ ਲਗਾ ਸਕਦਾ ਹੈ। ਸੋ ਦੈਟ ਪਰਸਨ ਜਿਹਨੇ ਉਹਨੂੰ ਗਾਈਡ ਕੀਤਾ, ਕੋਚ ਕੀਤਾ, ਦੱਸਿਆ, ਉਹ ਕੀ ਹੈ, ਮੋਰ ਨੌਲੇਜੇਬਲ ਅਦਰ। ਨਾਓ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਕਿ ਬੱਚਾ ਜਿਹੜਾ ਹੈਗਾ ਸੋਸ਼ੋ ਕਲਚਰਲ ਥਿਊਰੀ ਹੈ ਵਾਈਗੋਟਸਕੀ ਦੀ। ਦੈਟ ਮੀਨਸ ਕਿ ਬੱਚਿਆਂ ਦੀ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹ ਸੁਸਾਇਟੀ ਦੇ ਵਿੱਚ ਰਹਿ ਕੇ ਹੁੰਦੀ ਹੈ। ਸੁਸਾਇਟੀ ਦੇ ਵਿੱਚ ਰਹਿੰਦਾ ਬੱਚਾ ਤਾਂ ਕਿਹਦੇ ਵਿੱਚ ਰਹਿੰਦਾ ਉਹ, ਠੀਕ ਹੈ, ਬੱਚਾ ਰਹਿੰਦਾ ਫੈਮਿਲੀ ਦੇ ਵਿੱਚ ਰਹਿੰਦਾ ਹੈ, ਠੀਕ ਹੈ ਜੀ। ਬੱਚਾ ਕਿਹਦੇ ਰਹਿੰਦਾ ਹੈ, ਬੱਚਾ ਸੁਸਾਇਟੀ 'ਚ ਰਹਿੰਦਾ ਹੈ। ਫੈਮਿਲੀ ਇਜ਼ ਆਲਸੋ ਪਾਰਟ ਆਫ ਸੁਸਾਇਟੀ, ਠੀਕ ਹੈ ਜੀ। ਬੱਚਾ ਰਿਸ਼ਤੇਦਾਰਾਂ ਨਾਲ ਮਿਲਦਾ ਜੁਲਦਾ ਹੈ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਉਹ ਸਕੂਲ ਜਾਂਦਾ ਹੈ, ਵੱਡਾ ਹੋ ਜਾਂਦਾ, ਉਹ ਸਕੂਲ ਜਾਂਦਾ ਹੈ, ਠੀਕ ਹੈ। ਦੈਟਸ ਵਾਂਸ ਅਗੇਨ ਏ ਪਾਰਟ ਆਫ ਸੁਸਾਇਟੀ, ਉਹਦੀ ਸੁਸਾਇਟੀ ਦਾ ਹਿੱਸਾ ਹੀ ਬਣ ਜਾਂਦਾ, ਸੁਸਾਇਟੀ ਦਾ ਹਿੱਸਾ ਹੈ, ਠੀਕ ਹੈ। ਨਾ ਫੈਮਿਲੀ ਤੋਂ ਬੱਚੇ ਨੇ ਕੁਝ ਸਿੱਖਿਆ, ਬਿਲਕੁਲ ਸਿੱਖਿਆ ਹੋਏਗਾ, ਠੀਕ ਹੈ ਜੀ। ਬੱਚੇ ਨੇ ਆਪਣੀਆਂ ਜਿਹੜੀਆਂ ਵੈਲਿਊਜ਼ ਆ, ਜੋ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਸੀ, ਕਿੱਥੋਂ ਸਿੱਖਦਾ, ਮੇਰੇ ਮਾਪੇ ਜਿਹੜੇ ਸੀਗੇ ਉਹ ਕਿਵੇਂ ਕਰਦੇ ਨੇ, ਕਿਵੇਂ ਇੱਕ ਦੂਜੇ ਨੂੰ ਬੁਲਾਉਂਦੇ ਨੇ, ਆਪਣੇ ਭੈਣ ਭਰਾ ਨੂੰ ਦੇਖਦਾ ਕਿ ਉਹ ਪੇਰੈਂਟਸ ਨੂੰ, ਮੰਮੀ ਨੂੰ, ਡੈਡੀ ਨੂੰ ਕਿਵੇਂ ਬੁਲਾਉਂਦਾ ਹੈ, ਠੀਕ ਹੈ ਜੀ। ਉਹ ਕਿਤੇ ਡੈਡੀ ਨੂੰ ਆਪਾਂ ਨਾਮ ਲੈ ਕੇ ਥੋੜ੍ਹੀ ਬੁਲਾਉਂਦੇ ਪਏ ਨੇ, ਉਹਨੂੰ ਕਹਿੰਦੇ ਪਏ ਨੇ ਪਾਪਾ, ਕਹਿੰਦੇ ਨੇ ਪਾਪਾ ਜੀ ਕਹਿ ਰਹੇ ਨੇ, ਬਜ਼ੁਰਗਾਂ ਨੂੰ ਕਹਿ ਰਹੇ ਨੇ ਬਾਊ ਜੀ ਕਹਿ ਰਹੇ ਨੇ, ਠੀਕ ਹੈ ਜੀ, ਜਾਂ ਦਾਦੀ ਨੂੰ ਦਾਦੀ ਮਾਂ ਕਹਿ ਰਹੇ ਨੇ ਉਹ, ਠੀਕ ਹੈ। ਸੋ ਇਸ ਤਰੀਕੇ ਨਾਲ ਉਹਨੂੰ ਸਮਝ ਆਉਂਦੀ ਪਈ ਹੈ ਕਿ ਹਾਊ ਟੂ ਬਿਹੇਵ ਇਨ ਦਾ ਸੁਸਾਇਟੀਜ਼, ਔਰ ਇਹ ਮੇਰੇ ਕੀ ਲੱਗਦੇ ਨੇ, ਕਿਸ ਤਰੀਕੇ ਨਾਲ ਜੈਸੇ ਉਹਨਾਂ ਦਾ ਮੇਰਾ ਕੀ ਰਿਲੇਸ਼ਨਸ਼ਿਪ ਹੈ, ਇਹ ਚੀਜ਼ਾਂ ਸਮਝ ਆਉਂਦੀਆਂ ਉਹਨੂੰ। ਕਿੱਥੋਂ ਆਉਂਦੀਆਂ ਨੇ, ਫੈਮਿਲੀ ਦੇ ਵਿੱਚ ਰਹਿ ਕੇ ਸਮਝ ਆਉਂਦੀਆਂ ਨੇ ਉਹਨੂੰ, ਠੀਕ ਹੈ। ਨਾਲ ਵਾਲੇ ਪੜੋਸੀ ਮੇਰੇ ਅੰਕਲ ਨੇ, ਉਹ ਆਂਟੀ ਨੇ, ਠੀਕ ਹੈ, ਉਹਨਾਂ ਨੂੰ ਮੈਂ ਜਿਹੜਾ ਸੀਗਾ ਨਾਮ ਲੈ ਕੇ ਨਹੀਂ ਬੁਲਾ ਰਿਹਾ, ਮੈਂ ਕਿਹਾ ਅੰਕਲ ਜੀ ਆਂਟੀ ਜੀ ਕਹਿ ਕੇ ਬੁਲਾ ਰਿਹਾ। ਜਿਹੜਾ ਮੇਰਾ ਫਰੈਂਡ ਹੈ ਮੇਰੇ ਨਾਲ ਦਾ, ਉਹਨੂੰ ਮੈਂ ਨਾਮ ਲੈ ਕੇ ਵੀ ਬੁਲਾ ਲੈਂਦਾ। ਸੋ ਇਹ ਕਦਰਾਂ ਕੀਮਤਾਂ ਕਿੱਥੋਂ ਸਿੱਖੀਆਂ ਜਾ ਰਹੀਆਂ ਨੇ, ਇਹ ਫੈਮਿਲੀ ਤੋਂ ਸਿੱਖੀਆਂ ਜਾ ਰਹੀਆਂ ਨੇ, ਇਹ ਸੁਸਾਇਟੀ ਤੋਂ ਸਿੱਖੀਆਂ ਜਾ ਰਹੀਆਂ ਨੇ। ਸਿਮਿਲਰਲੀ ਲਰਨਿੰਗ ਦਾ ਪ੍ਰੋਸੈਸ, ਸਕੂਲ ਜਾ ਕੇ ਜਿਹੜਾ ਸੀਗਾ, ਸਕੂਲ ਜਾਂਦਾ ਬੱਚਾ, ਉੱਥੇ ਜਾ ਕੇ ਜੈਸੇ ਟੀਚਰ ਤੋਂ ਕੋਈ ਗੱਲਾਂ ਸਿੱਖਦਾ। ਨਾਓ ਦੈਟ ਮੀਨਸ ਜਦੋਂ ਬੱਚਾ ਕਿਸੇ ਤੋਂ ਵੀ ਕੋਈ ਗੱਲ ਸਿੱਖ ਰਿਹਾ, ਭਾਵੇਂ ਉਹ ਛੋਟਾ ਹੈ ਭਾਵੇਂ ਉਹ ਵੱਡਾ ਹੈ, ਠੀਕ ਹੈ ਜੀ। ਨਾਓ ਫਿਰ ਮੈਂ ਦੁਬਾਰਾ ਗੱਲ ਕਰ ਰਿਹਾ, ਬੱਚਾ ਕਿੱਥੇ ਸਿੱਖ ਰਿਹਾ, ਫੈਮਿਲੀ ਦੇ ਵਿੱਚ ਰਹਿ ਰਿਹਾ, ਸਕੂਲ 'ਚ ਜਾ ਰਿਹਾ, ਭਾਵੇਂ ਉਹ ਘਰ ਰਹਿ ਰਿਹਾ, ਭਾਵੇਂ ਉਹ ਸਕੂਲ ਜਾ ਰਿਹਾ ਜਾਂ ਕਾਲਜ ਜਾ ਰਿਹਾ, ਉਹ ਬੱਚਾ ਕੁਝ ਚੀਜ਼ਾਂ ਸਿੱਖ ਰਿਹਾ ਹੈ। ਕਿਹਨਾਂ ਤੋਂ ਸਿੱਖ ਰਿਹਾ ਹੈ, ਉਹ ਆਪਣੇ ਵੱਡਿਆਂ ਤੋਂ ਵੀ ਸਿੱਖ ਰਿਹਾ ਹੈ, ਆਪਣੇ ਸਾਥੀਆਂ ਤੋਂ ਵੀ ਸਿੱਖ ਰਿਹਾ ਹੈ, ਠੀਕ ਹੈ, ਆਪਣੇ ਛੋਟਿਆਂ ਤੋਂ ਵੀ। ਮੈਂ ਵੀ ਕੁਝ ਸਿੱਖ ਸਕਦਾ, ਮੈਂ ਤੁਹਾਡੇ ਤੋਂ ਕੁਝ ਨਾ ਕੁਝ ਸਿੱਖ ਸਕਦਾ, ਠੀਕ ਹੈ। ਇਨ ਦੈਟ ਕੇਸ ਤੁਸੀਂ ਕੌਣ ਹੋ, ਤੁਸੀਂ ਮੇਰੇ ਇੱਕ ਤਰ੍ਹਾਂ ਦੇ ਟੀਚਰ ਬਣ ਗਏ, ਮੇਰੇ ਗਾਈਡ ਬਣ ਗਏ। ਜੇ ਮੈਂ ਤੁਹਾਡੇ ਤੋਂ ਕੁਝ ਸਿੱਖਿਆ, ਯੂ ਆਰ ਮਾਈ ਟੀਚਰ, ਯੂ ਆਰ ਮਾਈ ਗਾਈਡ ਆਲਸੋ। then in that case who you are more knowledgeable other। ਅੱਜ ਦੀ ਤਰੀਕ ਦੇ ਵਿੱਚ ਸ਼ਾਇਦ ਮੈਨੂੰ ਮੋਬਾਈਲ ਚਲਾਉਣ 'ਚ ਮੁਸ਼ਕਲ ਆਉਂਦੀ ਹੋਵੇ, ਪਰ 4-5 ਸਾਲ ਦੇ ਬੱਚੇ ਨੂੰ ਮੋਬਾਈਲ ਫੜਾ ਦਿਓ, ਉਹ ਫਟ ਜਿਹੜਾ ਸੀਗਾ ਮੋਬਾਈਲ ਖੋਲ ਵੀ ਲਏਗਾ ਔਰ ਆਪਣੇ ਕੋਈ ਵੀਡੀਓ ਗੇਮ ਵੀ ਸ਼ੁਰੂ ਕਰ ਲਏਗਾ, ਜਾਂ ਉਹਨੇ ਕੋਈ ਗੇਮ ਖੇਲਣੀ ਸ਼ੁਰੂ ਕਰ ਦੇਗਾ। ਮੇਰੇ ਤੋਂ ਚੀਜ਼ ਨਹੀਂ ਹੁੰਦੀ ਉਹ, ਠੀਕ ਹੈ। ਦੈਟ ਮੀਨਸ ਉਹ, ਔਰ ਜਿਵੇਂ ਕਹਾਂ ਇਹ ਬੇਟਾ ਤੂੰ ਕਿਵੇਂ ਕੀਤਾ, ऐसे करना था दादू, ऐसे करना था, इसको आप ये करना चाहिए था, ठीक है ना। दैट मीन्स आई एम लर्निंग फ्रॉम हिम, दैट मीन्स ही इज मोर नॉलेजेबल दैन मी। सो जिस बंदे तो भी, भावें वो छोटा बच्चा है, भावें वो वड्डा है, भावें मेरा बुजुर्ग है, ठीक है। सो जे उस तो मैं कोई गल सीख रहा, दैट पर्सन इज नोन एज मोर नॉलेजेबल अदर, ठीक है जी। और मैं जिवें पहले गल की तुहाडे नाल ये कि मैं कित्थों कित्थों सीखदा, कि मैं सोसाइटी तो सीखदा, फैमिली तो सीखदा, ਆਂਡੀਆਂ ਗਵਾਂਡੀਆਂ ਤੋਂ ਸਿੱਖਦਾ, ਸਕੂਲ ਜਾ ਕੇ ਸਿੱਖਦਾ। ਉਹ ਮੇਰਾ ਪਾਰਟ ਕਿਸ ਚੀਜ਼ ਦਾ ਬਣ ਜਾਂਦੀਆਂ ਨੇ, ਉਹ ਸੁਸਾਇਟੀ ਦਾ ਪਾਰਟ ਬਣ ਜਾਂਦੀਆਂ ਨੇ, ਠੀਕ ਹੈ ਜੀ। ਸੋ ਆਪਾਂ ਇਹਨਾਂ ਚੀਜ਼ਾਂ ਨੂੰ ਹੋਰ ਥੋੜ੍ਹਾ ਜਿਹਾ ਅੱਗੇ ਜਾ ਕੇ ਸਮਝਦੇ ਹਾਂ, ਡਿਵੈਲਪ ਕਰਦੇ ਹਾਂ। ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੋਰ ਨੌਲੇਜੇਬਲ ਅਦਰ, ਐਨੀਵਨ ਹੂ ਇਜ਼ ਬੈਟਰ ਅੰਡਰਸਟੈਂਡਿੰਗ ਔਰ ਹਾਇਰ ਐਬਿਲਿਟੀ ਲੈਵਲ, ਠੀਕ ਹੈ ਜੀ। ਇੱਕ 5-6 ਸਾਲ ਦਾ ਬੱਚਾ, ਮੈਂ ਨਹੀਂ ਕਹਿੰਦਾ ਕਿ ਉਹ ਇੰਟੈਲੀਜੈਂਟ ਨਹੀਂ, ਇੰਟੈਲੀਜੈਂਟ ਬਹੁਤ ਹੋਏਗਾ ਉਹ, ਪਰ ਸ਼ਾਇਦ ਉਹਨੂੰ ਦੁਨੀਆ ਦਾ ਇੰਨਾ ਪਤਾ ਨਹੀਂ ਜਿੰਨਾ ਮੈਨੂੰ ਪਤਾ ਹੋਏਗਾ ਉਹ।
ਪਰ ਜੇ ਮੈਂ ਤੁਹਾਡੇ ਨਾਲ ਗੱਲ ਕੀਤੀ ਕਿ ਮੋਬਾਈਲ ਦੇ ਕੇਸ ਦੇ ਵਿੱਚ ਸ਼ਾਇਦ ਉਹਨੂੰ ਮੇਰੇ ਤੋਂ ਜ਼ਿਆਦਾ ਪਤਾ ਹੋਵੇ, ਦੈਟ ਉਹਦੀ ਇਨ ਕੇਸ ਆਫ ਮੋਬਾਈਲ ਉਹਦੀ ਐਬਿਲਿਟੀ ਲੈਵਲ ਜ਼ਿਆਦਾ ਹੋ ਗਿਆ। ਦੈਟ ਮੀਨਸ ਕਿ ਉਸ ਚੀਜ਼ ਦੇ ਵਿੱਚ ਮੈਂ ਉਹ ਤੋਂ ਕੁਝ ਸਿੱਖ ਰਿਹਾ, ਠੀਕ ਹੈ ਜੀ, ਭਾਵੇਂ ਉਹ ਛੋਟਾ ਹੈ। ਸੋ ਦੈਟ ਪਰਸਨ ਇਜ਼ ਨੋਨ ਐਜ਼ ਮੋਰ ਨੌਲੇਜੇਬਲ ਅਦਰ, ਠੀਕ ਹੈ ਜੀ, ਕਿਉਂਕਿ ਉਹਦੀ ਬੈਟਰ ਅੰਡਰਸਟੈਂਡਿੰਗ ਵੀ ਹੈਗੀ ਹੈ ਤੇ ਉਹਦੀ ਐਬਿਲਿਟੀ ਵੀ ਹੈਗੀ ਹੈ ਕਿ ਉਹ ਮੋਬਾਈਲ ਨੂੰ ਚਲਾਉਣਾ ਆਉਂਦਾ। ਪਰ ਜੇ ਕਿਸੇ ਟੌਪਿਕ ਨੂੰ ਸਮਝਣਾ ਹੋਏਗਾ, ਸਮਝਾਉਣਾ ਹੋਏਗਾ ਔਰ ਕਿਸੇ ਕਲਾਸ 'ਚ ਦੱਸਣਾ ਹੋਏਗਾ, ਤਾਂ ਉਹ 5 ਸਾਲ ਦੇ ਬੱਚੇ ਨੂੰ ਜਿਹੜਾ ਸੀਗਾ ਉਹਨੂੰ ਕੋਈ ਫਿਲਾਸਫੀ ਨਹੀਂ ਆਉਂਦੀ ਹੋਏਗੀ, ਉਹਨੂੰ ਚਾਈਲਡ ਪੈਡਾਗੋਜੀ ਜਿਹੜੀ ਸੀ ਸਮਝ ਨਹੀਂ ਆਉਂਦੀ ਹੋਏਗੀ। ਉਹ ਚੀਜ਼ ਜਿਹੜੀ ਸੀਗੀ ਨਾ ਫॉर ਯੂ ਆਈ ਐਮ ਅ ਪਰਸਨ ਹੂ ਇਜ਼ ਮੋਰ ਨੌਲੇਜੇਬਲ ਪਰਸਨ, ਕਿਉਂਕਿ ਮੈਂ ਤੁਹਾਨੂੰ ਪੜ੍ਹਾ ਰਿਹਾ, ਮੈਂ ਤੁਹਾਨੂੰ ਦੱਸ ਰਿਹਾ ਔਰ ਤੁਸੀਂ ਮੇਰੇ ਤੋਂ ਕੋਈ ਚੀਜ਼ ਸਿੱਖ ਰਹੇ ਹੋ। ਜਦੋਂ ਤੁਸੀਂ ਕੋਈ ਚੀਜ਼ ਮੇਰੇ ਤੋਂ ਸਿੱਖ ਰਹੇ ਹੋ, ਤੁਸੀਂ ਕੀ ਹੈਗੇ ਹੋ, ਠੀਕ ਹੈ, ਯੂ ਆਰ ਦਾ ਪਿਊਪਿਲ, ਯੂ ਆਰ ਦਾ ਸਟੂਡੈਂਟ ਐਂਡ ਆਈ ਐਮ ਏ ਮੋਰ ਨੌਲੇਜੇਬਲ ਅਦਰ, ਜਿਹੜਾ ਕਿ ਤੁਹਾਨੂੰ ਕੋਈ ਚੀਜ਼ ਦੱਸ ਰਿਹਾ ਹੈ ਔਰ ਤੁਹਾਡੀ ਸਮਝ ਦੇ ਵਿੱਚ ਉਹਦੇ ਨਾਲ ਵਾਧਾ ਹੋ ਰਿਹਾ ਹੋ, ਠੀਕ ਹੈ, ਦੈਨ ਦ ਲਰਨਰ, ਠੀਕ ਹੈ ਜੀ। ਸੋ ਟੀਚਰ ਹੋਵੇ, ਕੋਚ ਹੋਵੇ, ਉਹ ਐਲਡਰ ਹੋਵੇ, ਕੋਈ ਅਡਲਟ ਹੋਵੇ, ਭਾਵੇਂ ਉਹ ਛੋਟਾ ਹੋਵੇ, ਵੱਡਾ ਹੋਵੇ, ਨਾਲ ਦੇ ਬਰਾਬਰ ਦਾ ਹੋਵੇ, ਇਹ MKO ਕੋਈ ਵੀ ਹੋ ਸਕਦਾ, ਠੀਕ ਹੈ। ਸੋ ਇਟ ਡਜ਼ਨਟ ਮੇਕ ਅ ਡਿਫਰੈਂਸ ਕਿ MKO ਬੰਦਾ ਜਿਹੜਾ ਸੀਗਾ ਉਹ ਵੱਡਾ ਹੀ ਹੋਣਾ ਚਾਹੀਦਾ, ਡਜ਼ਨਟ ਮੇਕ ਅ ਡਿਫਰੈਂਸ ਐਟ ਆਲ, ਠੀਕ ਹੈ। ਸੋ ਇਹ ਆਪਾਂ ਗੱਲ ਕਰਦੇ ਹਾਂ, ਕਲਾਸਰੂਮ ਦੇ ਵਿੱਚ ਟੀਚਰ ਹੈ, ਬੱਚੇ ਨੂੰ ਸਮਝਾ ਰਿਹਾ ਉਹ, ਸੋ ਟੀਚਰ ਇਜ਼ MKO। ਸੋ ਹੁਣ ਸੈਕੰਡ ਕਨਸੈਪਟ ਆਪਣਾ, ਠੀਕ ਹੈ। ਆਈ ਹੋਪ ਕਿ ਵੀ ਤੁਹਾਡੇ ਕੋਲ ਜਿਹੜਾ MKO ਵਾਲਾ ਕਨਸੈਪਟ ਹੈ ਤੁਹਾਨੂੰ ਬਹੁਤ ਕਲੀਅਰ ਹੋਏਗਾ। ਦੂਜਾ ਜਿਹੜਾ ਕਨਸੈਪਟ ਹੈ ਸਾਡੇ ਕੋਲ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਠੀਕ ਹੈ। ਪ੍ਰੋਕਸੀਮਲ ਡਿਵੈਲਪਮੈਂਟ ਦੀ ਬਹੁਤ ਸਿੱਧੀ ਸਾਦੀ ਜਿਹੀ ਐਗਜ਼ਾਮਪਲ ਹੈਗੀ ਹੈ, ਇੱਕ ਜਿਹੜੀ ਮੈਂ ਤੁਹਾਨੂੰ ਜੇ ਕਹਾਂ ਕਿ ਮੈਂ ਬਿਨਾਂ ਕਿਸੇ ਦੀ ਮਦਦ ਤੋਂ ਕੀ ਕਰ ਸਕਦਾ, ਠੀਕ ਹੈ, ਜਾਂ ਕੋਈ ਵੀ ਲਰਨਰ ਜਾਂ ਕੋਈ ਵੀ ਸਟੂਡੈਂਟ ਬਿਨਾਂ ਕਿਸੇ ਦੀ ਮਦਦ ਦੇ ਕਿੰਨਾ ਕਰ ਸਕਦਾ ਹੈ, ਔਰ ਜੇ ਕਿਸੇ ਦੀ ਮਦਦ ਲੈ ਕੇ ਕੋਈ ਜ਼ਿਆਦਾ ਕੰਮ ਕਰ ਲਿੱਤਾ ਤਾਂ ਜਿੰਨਾ ਉਹਨੇ ਵੱਧ ਕੰਮ ਕੀਤਾ, ਦੈਟ ਇਜ਼ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਆਪਾਂ ਐਗਜ਼ਾਮਪਲ ਕਰਦੇ ਹਾਂ ਬੜੇ ਆਰਾਮ ਦੇ ਨਾਲ ਇਹਦੀ, ਉਹ ਠੀਕ ਹੈ ਜੀ। ਬੇਸਿਕਲੀ ਦਿਸ ਇਜ਼ ਦਾ ਇੱਕ ਆਮ ਤੌਰ ਤੇ ਹਰ ਇੱਕ ਪਾਸੇ ਇਹੀ ਫਿਗਰ ਦਿੱਤੀ ਜਾਂਦੀ ਹੈ ਕਿ ਇੱਕ ਬੱਚਾ ਜਿਹੜਾ ਸੀਗਾ ਇਹ ਕੰਮ ਕਰ ਸਕਦਾ, ਠੀਕ ਹੈ ਜੀ, ਔਰ ਜੇ ਉਹਨੂੰ ਹੈਲਪ ਕੀਤੀ ਜਾਵੇ, ਕੋਈ ਉਹਨੂੰ ਗਾਈਡ ਕਰੇ ਤਾਂ ਉਹ ਇੰਨਾ ਕੰਮ ਕਰ ਸਕਦਾ ਹੈ। ਔਰ ਇਹ ਕੰਮ ਹੈ ਕਿ ਵੀ ਉਹਦੀ ਅਬਿਲਿਟੀ ਦੇ ਵਿੱਚ ਹੈ ਹੀ ਨਹੀਂ, ਉਹ ਕਰ ਹੀ ਨਹੀਂ ਸਕਦਾ, ਭਾਵੇਂ ਤੁਸੀਂ ਜਿੰਨੀ ਮਰਜ਼ੀ ਮਦਦ ਕਰ ਲਓ, ਠੀਕ ਹੈ। ਨਾ ਇਹਦੀ ਐਗਜ਼ਾਮਪਲਾਂ ਜਿਹੜੀ ਸੀਗੀਆਂ ਮੈਂ ਤੁਹਾਡੇ ਨਾਲ ਕਰਦਾ ਹੁਣ, ਠੀਕ ਹੈ। ਸੋ ਲੈਟ ਅਸ ਸੇ ਕਿ ਇੱਕ ਸਟੂਡੈਂਟ ਹੈ, ਠੀਕ ਹੈ, ਔਰ ਉਹ 150 ਨੰਬਰ ਦਾ ਪੇਪਰ ਹੈ, ਠੀਕ ਹੈ ਜੀ। 150 ਨੰਬਰ ਦਾ ਪੇਪਰ ਜਦੋਂ ਦੇ ਕੇ ਆਇਆ ਤਾਂ ਉਹਦੇ 80 ਨੰਬਰ ਆ ਗਏ ਉਹਦੇ 'ਚੋਂ, ਠੀਕ ਹੈ ਜੀ, 80 ਨੰਬਰ ਆ ਗਏ। ਵਿਦਾਊਟ ਐਨੀ ਗਾਈਡੈਂਸ ਹੀ ਇਜ਼ ਏਬਲ ਟੂ, ਉਹਨੇ ਮਤਲਬ ਕੋਸ਼ਿਸ਼ ਕੀਤੀ, ਇੱਕ ਵਾਰ ਕੀਤੀ, 2 ਵਾਰ ਕੀਤੀ, ਕਦੇ 80 ਆ ਗਏ, ਕਦੇ 75 ਆ ਗਏ, ਕਦੇ 82 ਨੰਬਰ ਆ ਗਏ। ਸੋ ਹੀ ਇਜ਼ ਇਨ ਦ ਰੀਜਨ ਆਫ 80। ਔਰ ਜਦੋਂ ਮਤਲਬ ਕਿ ਉਹਨੇ ਲੈਟ ਅਸ ਸੇ ਕਿ ਵੀ ਪੜ੍ਹਨਾ ਸ਼ੁਰੂ ਕੀਤਾ ਜਾਂ ਮਤਲਬ ਕਿ ਕੋਚਿੰਗ ਲਿੱਤੀ ਉਹਨੇ ਉਹ, ਔਰ ਭਾਵੇਂ ਉਹਨੇ ਸਾਡੇ ਕੋਲ ਲਿੱਤੀ ਹੋਵੇ, ਭਾਵੇਂ ਕਿਸੇ ਹੋਰ ਕੋਲ ਲਿੱਤੀ ਹੋਵੇ, ਤੇ ਚੰਗੀ ਕੋਚਿੰਗ ਮਿਲ ਗਈ ਤਾਂ ਉਹਦੇ ਨੰਬਰ ਜਿਹੜੇ ਸੀਗੇ 135 ਆ ਗਏ, 135 ਨੰਬਰ ਆ ਗਏ। ਨਾਓ ਵਾਟ ਹੈਜ਼ ਹੈਪਨਡ ਕਿ ਉਹਦੇ ਨੰਬਰ ਪਹਿਲਾਂ 80 ਆ ਰਹੇ ਸੀਗੇ, ਹੁਣ 130-35 ਨੰਬਰ ਆਣੇ ਸ਼ੁਰੂ ਹੋ ਗਏ, ਤਾਂ ਦੈਟ ਮੀਨਸ ਕਿੰਨੇ ਨੰਬਰ ਵੱਧ ਗਏ ਉਹਦੇ, ਠੀਕ ਹੈ ਜੀ। 135 ਦੇ ਵਿੱਚੋਂ ਅਸੀਂ 80 ਕੱਢ ਦਿੱਤੇ, ਠੀਕ ਹੈ ਜੀ, ਦੈਟ ਮੀਨਸ 55 ਨੰਬਰ ਵੱਧ ਗਏ ਉਹਦੇ, ਠੀਕ ਹੈ। ਸੋ ਵਾਟ ਇਜ਼ 55? 55 is the zone of proximal development। 55 ਨੰਬਰ ਜਿਹੜੇ ਕੈਂਡੀਡੇਟ ਵਧੇ ਨੇ ਉਹ ਕਿਵੇਂ ਵਧੇ ਨੇ? ਕਿਉਂਕਿ ਉਹਨੂੰ ਕੋਚਿੰਗ ਪ੍ਰੋਪਰ ਮਿਲ ਗਈ, ਗਾਈਡੈਂਸ ਪ੍ਰੋਪਰ ਮਿਲ ਗਈ, ਔਰ ਉਸ ਗਾਈਡੈਂਸ ਦੇ ਬੇਸਿਸ ਦੇ ਉੱਤੇ ਉਹਦੇ ਨੰਬਰ 80 ਤੋਂ 55 ਹੋ ਗਏ। ਉਹਦੀ ਕੈਪੈਸਿਟੀ ਜਿਹੜੀ ਸੀਗੀ ਉਹ 80 ਨੰਬਰ ਲੈਣ ਦੀ ਸੀਗੀ, ਪਰ ਜਦੋਂ ਉਹਨੂੰ ਪ੍ਰੋਪਰਲੀ ਗਾਈਡ ਕੀਤਾ ਗਿਆ ਉਹਦੇ ਨੰਬਰ 135 ਹੋ ਗਏ। 55 ਨੰਬਰ ਜਿਹੜੇ ਉਹਦੇ ਵੱਧ ਆ ਗਏ, ਉਹਨਾਂ ਨੂੰ ਕੀ ਕਹਾਂਗੇ ਅਸੀਂ? ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕਹਾਂਗੇ, ਠੀਕ ਹੈ ਜੀ। ਹੁਣ ਫਿਰ ਇਹਦੇ ਨਾਲ ਆਪਾਂ ਪਿਛਲੀ ਸਲਾਈਡ ਤੇ ਚੱਲੀਏ, ਠੀਕ ਹੈ ਜੀ, ਕਿ 150 ਨੰਬਰ ਲੈ ਸਕਦਾ ਕੋਈ ਵੀ ਬੰਦਾ, ਠੀਕ ਹੈ ਜੀ, ਪਰ ਇਸ ਕੈਂਡੀਡੇਟ ਦੀ ਕੈਪੈਸਿਟੀ ਕੈਪੇਬਿਲਿਟੀ ਇੰਨੀ ਹੀ ਹੈ ਕਿ ਉਹ 135 ਤੋਂ ਉੱਪਰ ਨਹੀਂ ਜਾ ਰਿਹਾ, ਕਿ ਉਹਨੂੰ ਜਿਹੜੀ ਗਾਈਡੈਂਸ ਮਿਲੀ ਉਹਦੇ ਨਾਲ ਜਿਹੜੇ ਸੀ ਉਹਦੇ 55 ਨੰਬਰ ਵਧੇ, ਉਹਦੇ ਜਿਹੜੇ ਸੀਗੇ 70 ਨੰਬਰ ਦੀ ਵਧੇ ਉਹ। ਸੋ ਇਹ ਦਿਸ ਇਜ਼ ਅ ਲੈਵਲ ਆਫ ਕੈਪੈਸਿਟੀ ਕਿ ਜਿੱਥੇ ਤੱਕ ਉਹ 135 ਨੰਬਰ ਤੱਕ ਜਾ ਸਕਦਾ ਸੀਗਾ, 150 ਤੇ ਉਹ ਨਹੀਂ ਪਹੁੰਚਿਆ, ਨਾ ਉਹ ਪਹੁੰਚ ਸਕਦਾ ਭਾਵੇਂ ਉਹਦੀ ਮਦਦ ਕਰ ਲਓ, ਠੀਕ ਹੈ। ਸੋ ਦਿਸ ਕਨਸੈਪਟ ਇਜ਼ ਨੋਨ ਐਜ਼ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਠੀਕ ਹੈ। ਨਾਓ
ਵਨਸ ਅਗੇਨ ਹੁਣ ਫਿਰ ਆ ਗਿਆ ਸਾਡੇ ਕੋਲ ਕਨਸੈਪਟ ਆਫ ਸਕੈਫੋਲਡਿੰਗ, ਠੀਕ ਹੈ ਜੀ। ਸੋ ਵਟ ਇਜ਼ ਸਕੈਫੋਲਡਿੰਗ? ਸਕੈਫੋਲਡਿੰਗ ਇਜ਼ ਦਾ ਕਿ ਜਿਵੇਂ ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਕਿ ਆਪਾਂ ਸ਼ਟਰਿੰਗ ਲਾਈ, ਪੈਡ ਲਾਈ, ਠੀਕ ਹੈ ਜੀ, ਪੈਡ ਲਾ ਕੇ ਜਿਹੜਾ ਸੀਗਾ ਉਹ ਕੰਮ ਕੀਤਾ ਤਾਂ ਉਹ ਜਿਹੜੀ ਸੀ ਦੀਵਾਰ ਬਣ ਗਈ, ਠੀਕ ਹੈ। ਜਦੋਂ ਦੀਵਾਰ ਬਣ ਗਈ ਤਾਂ ਫਿਰ ਆਪਾਂ ਸ਼ਟਰਿੰਗ ਲਾਤੀ, ਠੀਕ ਹੈ ਜੀ। ਸੋ ਜਿਹੜੀ ਚੀਜ਼ ਅਸੀਂ ਕਿਸੇ ਨੂੰ ਟੈਂਪਰੇਰੀਲੀ ਪ੍ਰੋਵਾਈਡ ਕੀਤੀ ਤਾਂ ਕਿ ਉਹ ਆਪਣਾ ਕੰਮ ਪੂਰਾ ਕਰ ਸਕੇ, ਉਹਨੂੰ ਕੀ ਕਿਹਾ ਜਾਂਦਾ? ਉਹਨੂੰ ਸਕੈਫੋਲਡਿੰਗ ਕਿਹਾ ਜਾਂਦਾ ਹੈ, ਠੀਕ ਹੈ ਜੀ। ਸਿਮਿਲਰਲੀ ਆਪਾਂ ਜਦੋਂ ਸਟੂਡੈਂਟ ਦੀ ਗੱਲ ਕੀਤੀ, ਸਟੂਡੈਂਟ ਦੇ ਕੇਸ ਦੇ ਵਿੱਚ ਉਹਦੇ ਨੰਬਰ ਕਿੰਨੇ ਆ ਰਹੇ ਸੀਗੇ? 80 ਨੰਬਰ ਆ ਰਹੇ ਸੀਗੇ, ਠੀਕ ਹੈ ਜੀ। ਉਹਨੇ ਕੀ ਲਿੱਤਾ? ਉਹਨੇ ਕੋਚਿੰਗ ਲਿੱਤੀ, ਠੀਕ ਹੈ ਜੀ। ਕੋਚਿੰਗ ਲਿੱਤੀ, ਉਹਦੇ ਨੰਬਰ ਕਿੰਨੇ ਆ ਗਏ? 135 ਆ ਗਏ, ਠੀਕ ਹੈ ਜੀ। ਨਾਓ ਇਹ ਕੋਚਿੰਗ ਕੀ ਹੈ? ਕੋਚਿੰਗ ਇਜ਼ ਸਕੈਫੋਲਡਿੰਗ। स्कैफोल्डिंग, कोचिंग की चीज है? स्कैफोल्डिंग है, ठीक है जी। और जोन ऑफ प्रॉक्सिमल डेवलपमेंट की है वो 55 नंबर ने। 55 नंबर किहदे करके आए ने? यह स्कैफोल्डिंग करके आए ने, कोचिंग करके आए ने, ठीक है जी। 55 नंबर इज जोन ऑफ प्रॉक्सिमल डेवलपमेंट और कोचिंग की है वो स्कैफोल्डिंग है। सो यह बरीक जिहा फर्क है, इस चीज़ का थानू पता रहना चाहिए कि दोनों के विच फर्क की है। जिहड़ा आउटपुट है दैट इज जोन ऑफ प्रॉक्सिमल डेवलपमेंट और जिहड़ी इनपुट है वो की है, वो स्कैफोल्डिंग है, ठीक है। ये बेसिकली आप गल करते हैं ना स्कैफोल्डिंग, शटरिंग की गल करते हैं। शटरिंग ला के आप जी दीवार चढ़ा लेंगे ये, और फिर बाद आप ला देंगे शटरिंग में, क्यों? क्योंकि साडा काम पूरा हो गया, साडा दैट मीनस कि साडी बिल्डिंग पूरी हो गई, जिहड़ा काम असीं करना चाहते ही साडा काम वो पूरा हो गया, ठीक है जी। सो ਸਕੈਫੋਲਡਿੰਗ ਸਟ੍ਰੈਟੇਜੀਜ਼ ਹੁਣ ਕਿਹੜੀਆਂ ਹੋ ਸਕਦੀਆਂ ਨੇ ਉਹਨਾਂ ਦੇ ਵਿੱਚ, ਠੀਕ ਹੈ ਜੀ। ਉਹਦੇ ਵਿੱਚ ਯੂਜ਼ ਆਫ ਫਸਟ ਲੈਂਗੁਏਜ, ਮਾਡਲਿੰਗ ਜੈਸਚਰਸ, ਇੰਟੈਂਸ਼ਨਲ ਸਮਾਲ ਗਰੁੱਪ ਪਾਰਟਨਰ। ਨਾ ਇਹਦੇ ਬਾਰੇ ਆਪਾਂ ਹੁਣ ਹੋਰ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਕਿ ਜਦੋਂ ਲਰਨਿੰਗ ਪ੍ਰੋਸੈਸ ਦੇ ਵਿੱਚ, ਟੀਚਿੰਗ ਦੇ ਵਿੱਚ ਜਿਹੜੇ ਸੀਗੀਆਂ ਕਿਹੜੀਆਂ ਪ੍ਰੋਸੈਸਿਸ ਹੋ ਸਕਦੇ ਨੇ। ਇਹ ਵੀ ਇੱਕ ਐਗਜ਼ਾਮਪਲ ਹੈਗੀ ਆ ਕਿ ਬੱਚੇ ਨੂੰ ਜਦੋਂ ਆਪਾਂ ਸਾਈਕਲ ਚਲਾਉਣਾ ਸਿਖਾਉਂਦੇ ਹਾਂ, ਕਈ ਵਾਰ ਤਾਂ ਆ ਸਾਈਡਾਂ 'ਤੇ ਪਹੀਏ ਜਿਹੇ ਲੱਗੇ ਹੁੰਦੇ ਨੇ ਨਾ ਤਾਂ ਕਿ ਬੱਚਾ ਗਿਰ ਨਾ ਜਾਏ, ਇਹ ਵੀ ਸਕੈਫੋਲਡਿੰਗ ਹੈ। ਮਾਪੇ ਜਿਹੜਾ ਸੀਗਾ ਬੱਚੇ ਦਾ ਸਾਈਕਲ ਹੱਥ ਫੜ ਕੇ ਉਹਨੂੰ ਮਤਲਬ ਕਿ ਚਲਾਉਣ ਦੀ ਉਹਨੂੰ ਹੈਲਪ ਕਰਦੇ ਨੇ, ਬਾਅਦ ਦੇ ਵਿੱਚ ਜਿਹੜਾ ਸੀਗਾ ਉਹਨੂੰ ਛੱਡ ਦਿੰਦੇ ਨੇ, ਠੀਕ ਹੈ। ਦੈਟ ਇਜ਼ ਆਲਸੋ ਸਕੈਫੋਲਡਿੰਗ। ਬਾਅਦ ਵਿੱਚ ਜਦੋਂ ਬੱਚਾ ਸਾਈਕਲ ਚਲਾਉਣਾ ਸਿੱਖ ਜਾਂਦਾ ਹੈ ਤੇ ਇਹਨਾਂ ਨੂੰ ਲਾ ਦਿੰਦੇ ਆ, ਹੈ ਨਾ। ਕਿਉਂ? ਕਿਉਂਕਿ ਹੁਣ ਬੱਚਾ ਸਾਈਕਲ ਚਲਾਉਣਾ ਸਿੱਖ ਗਿਆ। ਤਾਂ ਇਹ ਜਿਹੜੇ ਪਹੀਏ ਲਾਏ ਹੋਏ ਸੀਗੇ ਜਾਂ ਪੇਰੈਂਟਸ ਜਿਹੜੇ ਸੀਗੇ ਉਹਦੇ ਸਾਈਕਲ ਨੂੰ ਫੜ ਕੇ ਚੱਲਦੇ ਪਏ ਸੀਗੇ, ਉਹ ਕੀ ਸੀ? ਉਹ ਸਕੈਫੋਲਡਿੰਗ ਸੀਗੀ, ਠੀਕ ਹੈ ਜੀ। ਨਾ ਜੇ ਇਹ ਚੀਜ਼ਾਂ ਨਾ ਹੁੰਦੀਆਂ ਤਾਂ ਪਰਹੈਪਸ ਬੱਚਾ ਜਿਹੜਾ ਸੀ ਸਾਈਕਲ ਚਲਾਉਣਾ ਨਹੀਂ ਸੀ ਸਿੱਖ ਸਕਦਾ ਉਹਨੇ ਉਹ, ਠੀਕ ਹੈ। ਸੋ ਦੀਜ਼ ਆਰ ਐਗਜ਼ਾਮਪਲਸ ਆਫ ਸਕੈਫੋਲਡਿੰਗ। ਨਾ ਇੱਥੇ ਆ ਜਾਂਦਾ ਕਿ ਵਾਟ ਆਰ ਦ ਕਲਾਸਰੂਮ ਐਪਲੀਕੇਸ਼ਨਸ। ਸੋ ਇੱਥੇ ਥੋੜ੍ਹਾ ਜਿਹਾ ਉੱਪਰ ਨੀਚੇ ਹੋ ਗਿਆ ਹੈ। ਸੋ ਫਸਟ ਇਜ਼ ਗਾਈਡਡ ਪਾਰਟੀਸਪੇਸ਼ਨ, ਠੀਕ ਹੈ ਜੀ। then cooperative learning, collaborative learning, reciprocal teaching, peer tutoring, assisted learning, intersubjectivity, ठीक है जी। so these are classroom applications of Vygotsky theory। क्यों? क्योंकि मैं ਤੁਹਾਨੂੰ ਪਹਿਲਾਂ ਇਹ ਗੱਲ ਕੀਤੀ ਕਿ ਵਾਈਗੋਟਸਕੀ ਦੀ ਥਿਊਰੀ ਜਿਹੜੀ ਸੀਗੀ ਨਾ, ਇਹ ਟੀਚਿੰਗ ਪ੍ਰੋਸੈਸ ਦੇ ਵਿੱਚ ਇਹਦੇ ਇੱਕ ਵੱਡਾ ਰੋਲ ਪਲੇ ਕੀਤਾ ਹੈ ਕਿ ਟੀਚਰਸ ਨੇ ਬੱਚਿਆਂ ਨੂੰ ਪੜ੍ਹਾਉਣਾ ਤਾਂ ਕਿਸ ਤਰੀਕੇ ਨਾਲ ਪੜ੍ਹਾਉਣਾ, ਔਰ ਉਹਨਾਂ ਦੇ ਪੜ੍ਹਾਉਣ ਦਾ ਤਰੀਕਾ ਕੀ ਹੋਣਾ ਚਾਹੀਦਾ ਹੈ, ਔਰ ਉਹਨਾਂ ਨੂੰ ਕਿਸ ਤਰੀਕੇ ਨਾਲ ਬੱਚੇ ਦੀ ਪੜ੍ਹਾਈ ਨੂੰ ਹੋਰ ਬੈਟਰ ਕੀਤਾ ਜਾ ਸਕਦਾ ਹੈ। ਇਹ ਸਾਰੇ ਚੀਜ਼ਾਂ ਦੇ ਉੱਤੇ ਬਹੁਤ ਸਟੱਡੀ ਹੋਈ ਹੈ ਔਰ ਬਹੁਤ ਚੰਗੇ ਤਰੀਕੇ ਨਾਲ ਇਹਨਾਂ ਨੂੰ ਜਿਹੜਾ ਅੱਜ ਦੀ ਡੇਟ ਦੇ ਵਿੱਚ ਅਪਲਾਈ ਕੀਤਾ ਜਾ ਰਿਹਾ। ਭਾਵੇਂ ਆਪਾਂ ਕਹਿ ਸਕਦੇ ਹਾਂ ਕਿ ਇਹ ਚੀਜ਼ਾਂ ਕਾਫੀ ਲੇਟ ਆਈਆਂ ਨੇ, ਜਦੋਂ ਕਿ ਇਹ ਤਾਂ ਜਨਮਜਾਤ ਤੋਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ ਸੀਗੀਆਂ, ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਅੱਜ ਸਾਇੰਟੀਫਿਕ ਤਰੀਕੇ ਨਾਲ ਆਪਾਂ ਇਹਨਾਂ ਚੀਜ਼ਾਂ ਨੂੰ ਅਪਲਾਈ ਕਰ ਰਹੇ ਹਾਂ ਔਰ ਉਹਨਾਂ ਦੀ ਐਗਜ਼ਾਮਪਲਸ ਨੂੰ ਆਪਾਂ ਹੁਣੇ ਦੇਖਦੇ ਹਾਂ ਆਪਾਂ ਅੱਗੇ ਚੱਲ ਕੇ ਕਿ ਇੱਕ ਐਗਜ਼ਾਮਪਲ ਨੂੰ ਆਪਾਂ ਕਰਦੇ ਹਾਂ। ਗਾਈਡਡ ਪਾਰਟੀਸਿਪੇਸ਼ਨ, ਠੀਕ ਹੈ ਜੀ। ਸੋ ਗਾਈਡਡ ਪਾਰਟੀਸਿਪੇਸ਼ਨ ਦਾ ਕੀ ਮਤਲਬ ਕੀ ਹੋਇਆ ਕਿ ਚਲੋ ਕਿਸੇ ਵੀ ਬੱਚੇ ਨੂੰ ਜਦੋਂ ਅਸੀਂ ਕੋਈ ਚੀਜ਼ ਸਿਖਾਉਣੀ ਹੈ ਤਾਂ ਸਿਖਾਉਣ ਦੇ ਨਾਲ ਨਾਲ ਅਸੀਂ ਉਹਨੂੰ ਕੀ ਕਰਦੇ ਹਾਂ ਆਪਾਂ, ਠੀਕ ਹੈ ਜੀ, ਸੌਰੀ, ਉਹਨੂੰ ਅਸੀਂ ਕੀ ਕਹਿੰਦੇ ਹਾਂ ਗਾਈਡਡ ਪਾਰਟੀਸਿਪੇਸ਼ਨ ਦੇ ਵਿੱਚ ਅਸੀਂ ਉਹ, ਠੀਕ ਹੈ। ਅਸੀਂ ਬੱਚੇ ਨੂੰ ਮਤਲਬ ਕਿ ਮਿਊਜ਼ਿਕ ਸਿੱਖਣਾ ਚਾਹੁੰਦਾ ਉਹ, ਅਤੇ ਮਿਊਜ਼ਿਕ ਜਿਹੜਾ ਸੀਗਾ ਅਸੀਂ ਉਹਦੇ ਨਾਲ ਪੇਰੈਂਟਸ ਜਿਹੜੇ ਹੈਗੇ ਜਾਂ ਟੀਚਰ ਹੈਗਾ ਹੀ ਆਲਸੋ ਸਿੰਗਸ ਅਲੋਂਗ, ਠੀਕ ਹੈ ਜੀ। ਜਾਂ ਬੱਚਾ ਕੋਈ ਜਿਹੜਾ ਸੀਗਾ ਉਹ ਪੋਇਮ ਬੱਚੇ ਨੂੰ ਸਿਖਾਉਣੀ ਹੈ ਤਾਂ
ਬੱਚੇ ਨਾਲ ਮਤਲਬ ਕਿ ਪੋਇਮ ਚੰਦਾ ਮਾਮਾ ਦੂਰ ਕੇ ਪੂਏ ਪਕਾਏ ਪੂਰ ਕੇ ਜੋ ਹੈ ਨਾ, ਸੋ ਇਸ ਤਰੀਕੇ ਨਾਲ ਦੱਸਦੇ ਨੇ ਕਿ ਬੱਚਿਆਂ ਨਾਲ ਅਸੀਂ ਪੋਇਮਸ ਵਗੈਰਾ ਸਿਖਾਉਂਦੇ ਹਾਂ ਨਾ। ਹੌਲੀ ਹੌਲੀ ਕੀ ਕਹਿੰਦਾ ਹੈ, ਹੌਲੀ ਹੌਲੀ ਹੁੰਦਾ ਕੀ ਹੈ ਕਿ ਬੱਚਾ ਜਿਹੜਾ ਸੀਗਾ ਕਿ ਪੇਰੈਂਟ ਨੇ ਇੱਕ ਲਾਈਨ ਬੋਲੀ ਹੈ ਤੇ ਬੱਚਾ ਉਹ ਦੂਜੇ ਲਾਈਨ ਨੂੰ ਪੂਰਾ ਕਰ ਲੈਂਦਾ ਫਿਰ ਉਹ। ਕਿਉਂ? ਕਿਉਂਕਿ ਉਹਨੇ ਇਹ ਗਾਈਡਡ, ਇਸ ਪ੍ਰੋਸੈਸ ਨੂੰ ਕੀ ਕਹਿੰਦੇ ਆਪਾਂ ਗਾਈਡਡ ਪਾਰਟਿਸਿਪੇਸ਼ਨ ਕਹਿੰਦੇ ਹਾਂ, ਠੀਕ ਹੈ। ਇੱਥੇ ਤੁਸੀਂ ਯਾਦ ਕਰੋ ਕਿ ਆਪਾਂ ਨੇ ਪ੍ਰੋਸੈਸ ਆਫ ਜਿਹੜਾ ਸੀਗਾ ਚਾਈਲਡ ਡਿਵੈਲਪਮੈਂਟ ਪਿਆਜੇ ਦੇ ਵਿੱਚ ਉੱਥੇ ਵਰਡ ਸੀ ਐਕਟੀਵਿਟੀ, ਐਕਸਪੀਰੀਅੰਸ ਸੀਗਾ, ਠੀਕ ਹੈ। ਬੱਚਾ ਐਕਸਪੀਰੀਅੰਸ ਨਾਲ ਸਿੱਖਦਾ ਜਾਂ ਐਕਟੀਵਿਟੀ ਨਾਲ ਸਿੱਖਦਾ, ਠੀਕ ਹੈ। ਇੱਥੇ ਵਾਈਗੋਟਸਕੀ ਕੀ ਕਹਿੰਦਾ, ਵਾਈਗੋਟਸਕੀ ਕਹਿੰਦਾ ਹੈ ਕਿ ਜਿਹੜਾ ਐਕਟੀਵਿਟੀ ਹੈ, ਐਕਸਪੀਰੀਅੰਸ ਹੈਗਾ, ਇਹ ਗਾਈਡਡ ਪਾਰਟਿਸਿਪੇਸ਼ਨ ਹੈ। ਜਦੋਂ ਗਾਈਡਡ ਪਾਰਟਿਸਿਪੇਸ਼ਨ ਹੋਏਗੀ ਬੱਚਾ ਜਿਹੜਾ ਸੀਗਾ ਚੰਗੇ ਤਰੀਕੇ ਨਾਲ ਸਿੱਖੇਗਾ ਔਰ ਉਹਦੇ ਨਾਲ ਜਿਹੜਾ ਸੀਗਾ ਬੱਚੇ ਨੂੰ ਉਹਦੀ ਡਿਵੈਲਪਮੈਂਟ ਵੀ ਹੋਏਗੀ ਉਹ, ਠੀਕ ਹੈ ਨਾ। ਆਪਾਂ ਕਈ ਵਾਰ ਕਹਿੰਦੇ ਝੂਟੇ ਮਾਈਆਂ ਖੰਡ ਖੀਰ ਖਾਈਆਂ, ਠੀਕ ਹੈ। ਬੱਚੇ ਨੂੰ ਅਸੀਂ ਮਤਲਬ ਕਿ ਪੈਰਾਂ ਤੇ ਬਿਠਾ ਕੇ ਜਿਹੜਾ ਸੀਗਾ ਉਹਦੇ ਨਾਲ ਝੂਟੇ ਲੈਂਦੇ ਹਾਂ, ਇਹ ਉਹਨੂੰ ਝੂਟੇ ਦਿੰਦੇ ਹਾਂ, ਉਹ ਬੱਚੇ ਨੂੰ ਉਹ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ ਨੇ ਔਰ ਫਿਰ ਹੌਲੀ ਹੌਲੀ ਜਿਹੜਾ ਸੀਗਾ ਬੱਚਾ ਉਹਨਾਂ ਚੀਜ਼ਾਂ ਨੂੰ ਸਿੱਖ ਵੀ ਜਾਂਦਾ ਤੇ ਬੋਲਣਾ ਵੀ ਸ਼ੁਰੂ ਹੋ ਜਾਂਦਾ ਨਾ। ਇਹਦੇ ਵਿੱਚ 2-3 ਪ੍ਰੋਸੈਸ ਹੋ ਰਹੇ ਨੇ, ਠੀਕ ਹੈ। ਬੱਚੇ ਦੇ ਬੋਲਣ ਦਾ ਪ੍ਰੋਸੈਸ, ਬੱਚੇ ਨੂੰ ਚੀਜ਼ਾਂ ਦੀ ਸਮਝ ਔਰ ਬੱਚੇ ਦੀ ਤੁਹਾਡੇ ਨਾਲ ਰੂਹ ਨਾਲ ਰੂਹ ਮਿਲਣਾ, ਇਹ ਸਾਰੇ ਪ੍ਰੋਸੈਸ ਜਿਹੜੇ ਸੀਗੇ ਇਹ ਕਲਚਰਲ ਡਿਵੈਲਪਮੈਂਟ ਜਿਹੜੀ ਸੀਗੀ ਉਹਦੇ ਨਾਲ ਦੀ ਨਾਲ ਹੋ ਰਹੀ ਹੈ। ਔਰ ਬੱਚਾ ਇਹਦੇ ਨਾਲ ਜਿਹੜਾ ਸੀਗਾ ਉਹ ਤੁਹਾਡੇ ਐਕਸ਼ਨਸ ਦੇ ਨਾਲ, ਤੁਹਾਡੇ ਕਲਚਰ ਗਾਈਡਡ ਪਾਰਟਿਸਿਪੇਸ਼ਨ ਦੇ ਨਾਲ ਲੈਂਗੁਏਜ ਔਰ ਉਹਨੂੰ ਬੋਲਣ ਦਾ ਜਿਹੜਾ ਸੀਗਾ, ਪਹਿਲਾਂ ਉਹ ਇਸ਼ਾਰੇ ਕਰਦਾ ਸੀਗਾ, ਹੁਣ ਉਹ ਬੋਲਣਾ ਸ਼ੁਰੂ ਹੋ ਗਿਆ ਉਹ, ਠੀਕ ਹੈ ਜੀ। ਹੁਣ that is what we call as guided participation। ਇਹਨੂੰ ਇੱਕ ਆਪਾਂ ਐਗਜ਼ਾਮਪਲ ਛੋਟੀ ਜਿਹੀ ਹੋਰ ਕਰ ਲਈਏ, that is also very important, ਕਿਉਂਕਿ ਇਹ ਤਾਂ ਇੱਕ ਐਗਜ਼ਾਮਪਲ ਹੋ ਗਈ। ਹੁਣ ਗਾਈਡਡ ਪਾਰਟਿਸਿਪੇਸ਼ਨ ਦੇ ਵਿੱਚ ਲੈਟ ਅਸ ਸੇ ਕਿ ਬੱਚਾ ਖੇਡਦਾ ਪਿਆ ਸੀਗਾ ਤੇ ਆ ਕੇ ਕਹਿੰਦਾ ਪਾਪਾ ਪਾਪਾ ਮੇਰੀ ਕਾਰ ਕਿੱਥੇ ਹੈ, ਠੀਕ ਹੈ ਜੀ। ਕਾਰ ਦਾ ਤੈਨੂੰ ਪਤਾ ਹੋਏਗਾ, ਤੁਸੀਂ ਰੱਖੀ ਹੋਣੀ ਬੇਟਾ, ਕਿਤੇ ਕਾਰ ਰੱਖੀ ਹੋਏਗੀ, ਮੈਨੂੰ ਤਾਂ ਨਹੀਂ ਪਤਾ ਹੈ ਕਾਰ ਦਾ, ਪਰ ਪਾਪਾ ਮੈਂ ਤਾਂ ਸਾਰੇ ਪਾਸੇ ਕਾਰ ਢੂੰਡ ਲਈ, ਮੈਨੂੰ ਤਾਂ ਕਿਤੇ ਮਿਲੀ ਨਹੀਂ। ਅੱਛਾ ਬੇਟਾ ਤੁਸੀਂ ਬੈਡਰੂਮ 'ਚ ਦੇਖੀ ਕਾਰ ਇਹ, ਜਾਂ ਤੁਸੀਂ ਆਪਣੇ ਕਮਰੇ ਦੇ ਵਿੱਚ ਕਾਰ ਦੇਖੀ? ਹਾਂਜੀ ਮੈਂ ਉੱਥੇ ਵੀ ਦੇਖ ਲਈ ਕਾਰ, ਦੇਖ ਲਈ, ਉੱਥੇ ਮੈਨੂੰ ਲੱਭੀ ਕੋਈ ਨਹੀਂ। ਤੁਸੀਂ ਅਲਮਾਰੀ ਵਿੱਚ ਦੇਖੀ? ਅਲਮਾਰੀ ਵਿੱਚ ਵੀ ਮੈਂ ਦੇਖ ਆਇਆ, ਉੱਥੇ ਵੀ ਕੋਈ ਨਹੀਂ ਲੱਭੀ ਮੈਨੂੰ, ਠੀਕ ਹੈ। ਤੁਸੀਂ ਆਪਣੇ ਖਿਡੌਣਿਆਂ ਵਾਲੀ ਟੋਕਰੀ ਦੇਖੀ? ਖਿਡੌਣਿਆਂ ਵਾਲੀ ਟੋਕਰੀ ਹਾਂਜੀ ਮੈਂ ਉੱਥੇ ਵੀ ਦੇਖੀ। ਬੇਟਾ ਤੁਸੀਂ ਸਵੇਰੇ ਜਦੋਂ ਬਾਥਰੂਮ ਜਾ ਰਹੇ ਸੀ ਤੁਹਾਡੇ ਹੱਥ ਵਿੱਚ ਫੜੀ ਹੋਈ ਸੀ, ਬਾਥਰੂਮ ਦੇ ਵਿੱਚ ਤਾਂ ਨਹੀਂ ਪਈ ਕਿਤੇ ਕਿਤੇ, ਤੁਸੀਂ ਉੱਥੇ ਤਾਂ ਨਹੀਂ ਛੱਡ ਕੇ ਆਏ, ਠੀਕ ਹੈ। ਨਾਓ ਵਾਟ ਹੈਜ਼ ਹੈਪਨਡ, ਹਾਂ ਮੈਂ ਉਹ ਬੱਚਾ ਭੱਜ ਭੱਜ ਕੇ ਜਾਂਦਾ ਬਾਥਰੂਮ 'ਚ ਜਾਂਦਾ, ਦੇਖਦਾ ਉੱਥੇ ਪਈ ਸੀ ਕਾਰ। ਹੁਣ ਪਾਪਾ ਪਾਪਾ ਆਈ ਗੋਟ ਦਾ ਕਾਰ, ਦੇਖਿਆ ਮੈਨੂੰ ਕਾਰ ਮਿਲ ਗਈ, ਇਹ ਬਾਥਰੂਮ ਦੇ ਵਿੱਚ ਪਈ ਸੀ। ਨਾਓ ਵਾਟ ਹੈਜ਼ ਹੈਪਨਡ, ਗਾਈਡਡ ਪਾਰਟਿਸਿਪੇਸ਼ਨ ਹੋ ਗਈ ਔਰ ਬੱਚੇ ਨੇ ਆਪਣੀ ਕਾਰ ਲੱਭ ਲਈ। ਹੁਣ ਜਦੋਂ ਦੂਜੀ ਵਾਰ ਜੇ ਉਹਨੂੰ ਕਾਰ ਨਹੀਂ ਲੱਭੇਗੀ ਤਾਂ ਬੈਠ ਕੇ ਸੋਚੇਗਾ ਮੈਂ ਕੀ ਕੀਤਾ ਸੀਗਾ, ਮੇਰੇ ਅੱਜ ਸਾਰਾ ਦਿਨ ਮੇਰੇ ਕਾਰ ਨਾਲ ਮੈਂ ਖੇਡ ਰਿਹਾ ਸੀਗਾ, ਮੈਂ ਕਾਰ ਨਾਲ ਖੇਡ ਕੇ ਮੈਂ ਬਾਹਰ ਲੈ ਗਿਆ ਸੀਗਾ, ਫਿਰ ਅਸੀਂ ਪਾਪਾ ਨਾਲ ਕਾਰ 'ਚ ਬੈਠ ਕੇ ਜਾ ਰਹੇ ਸੀਗੇ, ਬਾਜ਼ਾਰ ਗਏ ਸੀਗੇ ਤਾਂ ਉਸ ਵੇਲੇ ਕਾਰ ਮੇਰੇ ਹੱਥ 'ਚ ਸੀਗੀ, ਫਿਰ ਅਸੀਂ ਘਰ ਆ ਗਏ। ਹਾਂ ਹੋ ਸਕਦਾ ਕਿ ਜਿਹੜੀ ਕਾਰ ਹੋਵੇ ਨਾ ਉਹ ਸਾਡੀ ਕਾਰ ਦੇ ਵਿੱਚ ਹੀ ਪਈ ਹੋਵੇ। ਨਾ ਵਾਟ ਹੈਜ਼ ਹੈਪਨਡ, ਉਹਨੇ ਕੋਈ ਚੀਜ਼ ਗਾਈਡਡ ਪਾਰਟਿਸਿਪੇਸ਼ਨ ਦੇ ਨਾਲ ਬੱਚੇ ਨੂੰ ਕੋਈ ਚੀਜ਼ ਸਮਝ ਆ ਗਈ ਕਿ ਮੈਂ ਕੋਈ ਚੀਜ਼ ਲੱਭਣੀ ਹੈ ਤਾਂ ਮੈਂ ਕਿਸ ਤਰੀਕੇ ਨਾਲ ਲੱਭਣੀ ਉਹ, ਠੀਕ ਹੈ। ਸੋ ਦਿਸ ਪ੍ਰੋਸੈਸ ਇਜ਼ ਨੋਨ ਐਜ਼ ਗਾਈਡਡ ਪਾਰਟਿਸਿਪੇਸ਼ਨ, ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਜਿਹੜਾ ਸੀਗਾ ਆਪਾਂ ਕਹਿੰਦੇ ਹਾਂ ਕਿ ਬੱਚੇ ਗਾਈਡ ਹੋ ਕੇ ਨਵੀਆਂ ਨਵੀਆਂ ਚੀਜ਼ਾਂ ਸਿੱਖਦੇ ਨੇ। ਇਸੇ ਤਰੀਕੇ ਨਾਲ ਕੋਈ ਗੇਮਸ ਖੇਡੀਆਂ ਨੇ, ਬੱਚੇ ਨਾਲ ਅਸੀਂ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੰਦੇ ਹਾਂ, ਬੱਚੇ ਨੂੰ ਜਿਹੜਾ ਸੀਗਾ ਬੈਟ ਫੜਨਾ ਸਿਖਾਉਂਦੇ ਹਾਂ, ਤਾਂ ਬੱਚਾ ਉਹਨਾਂ ਚੀਜ਼ਾਂ ਦੇ ਨਾਲ ਜਿਹੜਾ ਸੀਗਾ ਗਾਈਡਡ ਪਾਰਟਿਸਿਪੇਸ਼ਨ ਦੇ ਨਾਲ ਨਵੀਆਂ ਨਵੀਆਂ ਚੀਜ਼ਾਂ ਉਹ ਸਿੱਖਣੀਆਂ ਸ਼ੁਰੂ ਕਰ ਦਿੰਦਾ ਉਹ, ਠੀਕ ਹੈ ਜੀ। ਨਾਓ ਸੈਕੰਡ ਐਸਪੈਕਟ ਕੋਆਪਰੇਟਿਵ ਲਰਨਿੰਗ, ਠੀਕ ਹੈ। ਇਹ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਹੈ ਕੋਆਪਰੇਟਿਵ ਲਰਨਿੰਗ ਦਾ ਜਿਹੜਾ ਪ੍ਰੋਸੈਸ ਹੈਗਾ। ਕਿਉਂ? ਔਰ ਖਾਸ ਤੌਰ 'ਤੇ ਇਹ ਕਿਹਾ ਜਾਂਦਾ ਕਿ ਜਦੋਂ ਅਸੀਂ ਟੀਚਰਸ ਵਾਸਤੇ ਬਹੁਤ ਇੰਪੋਰਟੈਂਟ ਕੋਆਪਰੇਟਿਵ ਲਰਨਿੰਗ ਦਾ ਜਿਹੜਾ ਪ੍ਰੋਸੈਸ ਹੈਗਾ। ਕਿਉਂ? ਕਿਉਂਕਿ ਕੋਆਪਰੇਟਿਵ ਲਰਨਿੰਗ ਦੇ ਵਿੱਚ ਜਦੋਂ ਬੱਚੇ ਇਕੱਠੇ ਹੁੰਦੇ ਨੇ ਨਾ ਤਾਂ ਇਕੱਠੇ ਹੋ ਕੇ ਜਦੋਂ ਕੋਈ ਗੱਲਬਾਤ ਕਰਦੇ ਨੇ ਔਰ ਕੋਈ ਸੋਲੂਸ਼ਨ ਲੱਭਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਹਨਾਂ ਨੂੰ ਉਹ ਚੀਜ਼ਾਂ ਜਲਦੀ ਸਮਝ ਆਉਣੀ ਸ਼ੁਰੂ ਹੋ ਜਾਂਦੀਆਂ ਨੇ। ਹੁਣ ਸੋ ਕੋਆਪਰੇਟਿਵ ਲਰਨਿੰਗ ਐਜ਼ ਏ ਗਰੁੱਪ ਬੱਚੇ ਕੋਈ ਐਕਟੀਵਿਟੀ ਕਰਨ ਟੂ ਫਾਈਂਡ ਆਊਟ ਅ ਸੋਲਿਊਸ਼ਨ, ਉਸ ਚੀਜ਼ ਨੂੰ ਅਸੀਂ ਕੀ ਕਹਾਂਗੇ, ਉਹਨੂੰ ਕੋਆਪਰੇਟਿਵ ਲਰਨਿੰਗ ਕਹਾਂਗੇ ਅਸੀਂ ਉਹ, ਠੀਕ ਹੈ ਜੀ। ਨਾਓ ਇਹ ਇੱਕ ਜਿਗਸਾ ਪਜ਼ਲ ਹੈ, ਆਪਾਂ ਦੇਖਦੇ ਨਾ ਕਿ ਕਈ ਵਾਰੀ ਕਾਰਡ ਦੇ ਕੱਟੇ ਹੁੰਦੇ ਨੇ ਉਹ, ਤਾਂ ਬੱਚਾ ਕੋਸ਼ਿਸ਼ ਕਰਦਾ ਹੈ ਕਿ ਜਹਾਂ ਤੱਕ ਮੈਂ ਉਹਨਾਂ ਸਾਰਿਆਂ ਜਿਗਸਾ ਪਜ਼ਲ ਨੂੰ ਜੈਸੇ ਐਡਜਸਟ ਕਰਨ ਦੀ ਕੋਸ਼ਿਸ਼ ਕਰਦਾ, ਨਹੀਂ ਹੁੰਦੀ ਤਾਂ ਫਿਰ ਲੈਟ ਅਸ ਸੇ ਕਿ ਟੀਚਰ ਕਹਦੇ ਤੁਸੀਂ 3-4 ਬੱਚੇ ਇਕੱਠੇ ਹੋ ਜਾਓ, ਟਰਾਈ ਟੂ ਡੂ ਇਟ। ਫਿਰ ਬੱਚਾ ਕਹਿੰਦਾ ਉਹ ਦੇਖ ਤੂੰ ਇਹਨੂੰ ਗਲਤ ਲਗਾ ਲਿਆ, ਇਹ ਇੱਥੇ ਫਿੱਟ ਹੋਣਾ ਚਾਹੀਦਾ ਸੀਗਾ। ਬੱਚੇ ਨੂੰ ਚੀਜ਼ਾਂ ਸਮਝ ਆਉਣੇ ਸ਼ੁਰੂ ਹੋ ਜਾਂਦੀਆਂ ਨੇ ਕਿ ਮੈਨੂੰ
इस तरीके नाल सोचना चाहिए कि इस तरीके का कार्ड हैगा वो इत्थे फिट होना है, इस तरीके का कार्ड है इत्थे फिट होना है। सो इस तरीके नाल जिहड़ा सीगा दैट बिकम्स कोलैबोरेटिव लर्निंग प्रोसैस जिहड़ा सीगा बच्चों दे विच आना शुरू हो जाता है। कोऑपरेटिव लर्निंग जिहड़ी सीगी वो शुरू हो जाती है। ठीक है, सो टीचर्स वास्ते एक बहुत बड़ा मैसेज है ये कि मैसेज की है कि जो बच्चों को असी इकट्ठियां कर दईए, एक तरीके की एक्टिविटी दे विच इनवॉल्व कर दईए तो उन्होंने कोई टास्क दे दईए तो बच्चों दे विच आपस दे विच कोऑपरेशन भी वधदी है, लर्निंग का प्रोसैस भी फास्टर हो जाता है। लर्निंग का प्रोसैस भी जिहड़ा सीगा वो फास्टर हो जाता है। और बेसिकली हुण आपां क्लास दे लेट अस से क्लास एक क्लासरूम है, क्लासरूम दे विच अलग अलग तरह के बच्चे आए हुए हैं। ठीक है जी, कोई बच्चा बिहार तो है, कोई यूपी तो है, कोई हिमाचल तो है, कोई पंजाब तो है, कोई चंडीगढ़ तो है, कोई हरियाणा तो आया है। जो वो बच्चे आपस दे विच रल मिल के कोई टास्क को अकंपलिश करने की कोशिश करेंगे, कोऑपरेटिव लर्निंग होएगी, बहुत सारे फायदे होंगे कि नहीं होंगे। ऑटोमैटिकली जो सीगा पीपल चिल्ड्रन विल लर्न फ्रॉम ईच अदर ऑल्सो, उन्होंने लेवल ऑफ कोऑपरेशन। एंड सैकेंडली कि डिफरेंट तरीक़ों तो जिस चीज़ को असी चीज़ करने की कोशिश करते हैं ना, असी कई बार ये गल करते हैं कि देयर आर डिफरेंट वेज टू अकंपलिश वन टास्क। एक चीज़ को असी अकंपलिश करने वास्ते बहुत सारे तरीके हो सकते हैं। जो अलग अलग प्रांतां तो बंदे आके कोई एक चीज़ को करने की कोशिश करेंगे तो बाकी बच्चों को डेफिनेटली ये पता लगेगा कि यह काम इस तरीके नाल भी हो सकता है, ये काम इस तरीके नाल भी हो सकता है, ये काम इस तरीके नाल भी हो सकता है। ठीक है, एंड इट बिकम्स ए गेम फॉर द चिल्ड्रन ऑल्सो। ठीक है, उन्होंने वास्ते लर्निंग का प्रोसैस भी है, डेवलपमेंट का प्रोसैस भी है और एक गेम भी बन जाती है। और दैट्स ए वेरी गुड एग्जाम्पल ऑफ कोऑपरेटिव लर्निंग। ठीक है जी, सो इस तरीके नाल असीं होर चलते हैं कोलैबोरेटिव लर्निंग। हुण कोलैबोरेटिव लर्निंग जिहड़ी सीगी एक कोऑपरेटिव लर्निंग नाल कोई बहुत ही वख नहीं हैगी। कोलैबोरेटिव लर्निंग दे विच बेसिकली टीचर्स जिहड़े सीगे दे कैन मेक स्मॉल ग्रुप्स ऑफ द चिल्ड्रन ऑल्सो। ठीक है जी, और उहदे विच की हो सकदा है, लेट अस से कि इस तरह डेस्क बैठे ने, इत्थे एक बच्चा बैठा, इत्थे एक बच्चा बैठा, इत्थे बैठा, इत्थे बैठा, इत्थे बैठा, इत्थे बैठा। ठीक है जी, सो इनू कहता है कि भी तू क्वेश्चन बोलने ने, इन्हें आंसर देना है, तू क्वेश्चन 5 बोल लेने, इन्हें आंसर देना है। ठीक है जी, आपस दे विच दे आर एक्सचेंजिंग देयर आइडियाज बिटवीन देमसेल्व्स। ठीक है, दोनों जिहड़े सीगे आपस दे विच दे आर क्वेश्चनिंग एंड आंसरिंग। ठीक है जी, दैन वट यू कैन डू। ठीक है जी, बाद में तुसीं क्लास नूं जिहड़ा सीगा 2-3 हिस्सिਆਂ ਦੇ ਵਿੱਚ डिवाइड करके जिस इस तरह के ग्रुप बना सकते हो ना। वट इज दिस इज कोलैबोरेटिव लर्निंग। ठीक है, तो उसदे नाल की होंदा है कि बच्चों का वंस अगेन प्रोसैस तो वही है, आस्पैक्ट वही है कि बच्चों का जिहड़ा सीगा एक तो हौसला भी वधदा है। ठीक है जी, सो ये भी कहा जाता है कि बजाए बच्चों को तुसीं होमवर्क देण दे, क्लास वर्क देण दे, जे तुसीं उन्होंने इस तरह टास्क दे दिओ दैट इज मच बेटर। उन्होंने नाल बच्चे ज़्यादा जल्दी जिहड़े सीगे वो सीखना शुरू हो जाएंगे वो। ठीक है जी, उन्होंने वोकैबलरी जी इंप्रूव हो जाएगी। तुसीं उन्होंने ये भी कह सकते हो चलो तुसीं इस तरह करो, ये वाला जो ग्रुप हैगा ये बनाएगा एक लिस्ट बनाएगा ऐसी वेजिटेबल्स की, ऐसी सब्जियां की जिन्हों तो सानू विटामिन ज़्यादा मिलते हैं कि या विटामिन ए मिलती है, किहड़ी सब्जियां ने जिन्हों तो विटामिन बी सानू मिलती है, या किहड़ा तो सानू जिहड़ा सीगा विटामिन के मिलती है ना। जदों आपां ना इस तरह की होएगा द चिल्ड्रन विल ट्राई टू अपनी जिहड़ी सीगी ਲੱਭਣ की कोशिश करेंगे। और जब असीं आपस दे विच गलबात करेंगे दे विल जदों गलबात करेंगे ਲੱਭਣ की कोशिश करेंगे तो वो नैचुरली जिहड़ी गल हैगी आ वो कि उन्हां दी अपनी सोच विच भी वाधा होएगा और उन्हां दी जिहड़ी सीगी डेवलपमेंट दे विच भी जिहड़ा सीगा वाधा होएगा। सो दिस इज नोन एज कोलैबोरेटिव लर्निंग। ठीक है जी, सो सिमिलरली होर आ जाता साडे कोल ये रेसिप्रोकल लर्निंग। ठीक है जी, रेसिप्रोकल लर्निंग दे विच भी बेसिकली जिहड़ा सीगा ओपन डायलॉग बिटवीन स्टूडेंट टीचर वी गोज बियॉन्ड सिंपल क्वेश्चन। ठीक है जी, बेसिकली देयर इज ओपन डायलॉग बिटवीन द पर्सनस। ठीक है जी, ये नहीं कि जिहड़ा सीगा असीं सिर्फ एक लैवल के क्वेश्चन पुछने ने उत्थे पुछ के जिहड़ा सीगा उस अगे नहीं जाना। ठीक है, दिस इज ओपन डायलॉग बिटवीन द स्टूडेंट एंड द टीचर। और किते ये भी कह सकते हैं कि टीचर कैन आल्सो आस्क ए स्टूडेंट टू कम अप कि तुसीं क्लास च आओ, क्लास दे आके जिहड़ा सीगा किसी सवाल पूछो या जिहड़ा सीगा उहदा किसी क्वेश्चन का जवाब दिओ। ठीक है, सो बेसिकली एक जो कोई स्टूडेंट क्लास दे खड़ा होके सामने आके
ਜਾਂ ਕਿਸੇ ਟੌਪਿਕ ਨੂੰ ਸਮਝਾਏਗਾ ਜਾਂ ਕੋਈ ਕੁਐਸਚਨ ਪੁੱਛੇਗਾ ਜਾਂ ਉਹਦਾ ਜਵਾਬ ਦੇਗਾ, ਬੱਚੇ ਦਾ ਹੌਸਲਾ, ਉਹਦਾ ਕੌਨਫੀਡੈਂਸ ਆਪਣੇ ਆਪ ਵੱਧ ਜਾਂਦਾ ਹੈ ਔਰ ਬੱਚੇ ਬਾਕੀਆਂ ਨੂੰ ਵੀ ਜਿਹੜਾ ਸੀਗਾ ਉਹਦੇ ਨਾਲ ਇੱਕ ਉਤਸ਼ਾਹ ਮਿਲਦਾ ਹੈ ਕਿ ਆਈ ਕੈਨ ਆਲਸੋ ਗੋ ਦੇਅਰ ਐਂਡ ਲਰਨ ਡੂ ਸਮਥਿੰਗ। ਠੀਕ ਹੈ, ਸੋ ਇਸ ਤਰੀਕੇ ਦੀਆਂ ਐਕਟੀਵਿਟੀਜ਼ ਜਿਹੜੀਆਂ ਸੀਗੀਆਂ ਟੀਚਰਾਂ ਨੂੰ ਕਰਵਾਉਣੀਆਂ ਚਾਹੀਦੀਆਂ ਨੇ। ਸੋ ਆਲ ਥੀਸ ਟੈਕਨੀਕਸ ਆਰ ਨੋਨ ਐਜ਼ ਕਲਾਸਰੂਮ ਟੀਚਿੰਗ ਟੈਕਨੀਕਸ ਜਿਹੜੀਆਂ ਸੀਗੀਆਂ ਇਹ ਵਾਈਗੋਟਸਕੀ ਦੇ ਇਸ ਆਸਪੈਕਟ ਤੋਂ ਡਿਵੈਲਪ ਹੁੰਦੀਆਂ ਨੇ ਕਿ ਸੋਸ਼ੋ ਕਲਚਰਲ ਥਿਊਰੀ ਤੋਂ ਡਿਵੈਲਪ ਹੁੰਦੀਆਂ ਨੇ। ਠੀਕ ਹੈ ਜੀ, ਫਿਰ ਅਸਿਸਟਡ ਲਰਨਿੰਗ ਜਿਹੜੀ ਸੀਗੀ ਅਸੀਂ ਉਹ ਵੀ ਕੀਤੀ ਰੈਸੀਪ੍ਰੋਕਲ ਦੇ ਵਿੱਚ ਸੀਗਾ। ਨਾਓ where small group of students improve their reading comprehension by scaffolded application, predicting, clarifying, questioning and summarizing। ਠੀਕ ਹੈ ਜੀ, ਨਾ ਇਹਦੇ ਵਿੱਚ ਰੈਸੀਪ੍ਰੋਕਲ ਦੇ ਵਿੱਚ ਇੱਕ ਹੋਰ ਚੀਜ਼ ਆ ਜਾਂਦੀ ਹੈ। ਠੀਕ ਹੈ ਜੀ, ਸੋ ਬੇਸਿਕਲੀ ਕੀ ਕਿਹਾ ਜਾਂਦਾ ਕਿ ਰੈਸੀਪ੍ਰੋਕਲ ਦੇ ਵਿੱਚ, ਲੈਟ ਮੀ ਮੂਵ ਫਰਦਰ ਆਲਸੋ, ਕਿ ਇੱਕ ਆਸਪੈਕਟ ਹੈ ਕਿ ਪ੍ਰੈਡਿਕਸ਼ਨ, ਕਲੈਰੀਫਿਕੇਸ਼ਨ, ਕੁਐਸਚਨ ਜਨਰੇਸ਼ਨ ਐਂਡ ਸਮਰਾਈਜ਼ਿੰਗ। ਠੀਕ ਹੈ ਜੀ, ਸੋ ਬੇਸਿਕਲੀ ਇਹ ਪ੍ਰੋਸੈਸ ਇਸ ਤਰੀਕੇ ਨਾਲ ਵੀ ਹੋ ਸਕਦਾ ਹੈ, ਇਸ ਤਰੀਕੇ ਨਾਲ ਵੀ ਹੋ ਸਕਦਾ ਹੈ। ਠੀਕ ਹੈ ਜੀ, ਕਿ ਕੁਝ ਕੰਪਰੀਹੈਂਸ਼ਨ ਦਿੱਤਾ ਬੱਚਿਆਂ ਨੂੰ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਮਰਾਈਜ਼ ਕਰੋ, ਫਿਰ ਕਿਸੇ ਨੂੰ ਕਹਿਤਾ ਤੁਸੀਂ ਕੁਐਸਚਨ ਜਨਰੇਟ ਕਰੋ, ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਕਲੈਰੀਫਾਈ ਕਰੋ, ਫਿਰ ਪ੍ਰੈਡਿਕਟ ਕਰੋ ਵਾਟ ਇਜ਼ ਦ ਇੰਪਲਾਈਡ ਇਨ ਦ ਟੈਕਸਟ, ਦੈਟ ਮੀਨਸ ਟਰਾਈ ਟੂ ਫਾਈਂਡ ਆਊਟ ਦ ਕਨਕਲੂਜਨ। ਠੀਕ ਹੈ, ਲੌਜੀਕਲੀ ਤੁਸੀਂ ਉਸ ਚੀਜ਼ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੋ ਕਿ ਆਥਰ ਕੀ ਕਹਿਣਾ ਚਾਹੁੰਦਾ ਸੀਗਾ। ਸੋ ਇਸ ਤਰੀਕੇ ਦੇ ਇੱਕ ਸੀਕੁਐਂਸ ਆਫ ਐਕਟੀਵਿਟੀ ਜਦੋਂ ਬਣ ਜਾਂਦੀ ਹੈ ਤਾਂ ਬੱਚਿਆਂ ਨੂੰ ਜਿਹੜਾ ਸੀਗਾ ਉਹਨਾਂ ਦੀ ਸਮਝ ਦੇ ਵਿੱਚ ਹੋਰ ਜ਼ਿਆਦਾ ਵਾਧਾ ਡਿਵੈਲਪ ਹੋ ਜਾਂਦਾ ਹੈ। ਠੀਕ ਹੈ, ਦੈਟ ਇਜ਼ ਨੋਨ ਐਜ਼ ਰੈਸੀਪ੍ਰੋਕਲ ਟੀਚਿੰਗ ਸਟ੍ਰੈਟੇਜੀਜ਼। ਪੀਅਰ ਟਿਊਟਰਿੰਗ, ਬੱਚੇ ਆਪਸ ਦੇ ਵਿੱਚ ਜਦੋਂ ਇੰਟਰੈਕਟ ਕਰਦੇ ਨੇ, ਇੱਕ ਦੂਜੇ ਨਾਲ ਇੰਟਰੈਕਟ ਕਰਦੇ ਨੇ ਤਾਂ ਉਹ ਡੈਫੀਨੇਟਲੀ ਜਿਹੜਾ ਸੀਗਾ ਉਹਦਾ ਫਰਕ ਜ਼ਿਆਦਾ ਪੈਂਦਾ ਔਰ ਉਹਨਾਂ ਤੋਂ ਉਹ ਜ਼ਿਆਦਾ ਸਿੱਖਦੇ ਨੇ। ਠੀਕ ਹੈ ਜੀ, ਦੋ ਬੱਚੇ ਭਾਵੇਂ ਉਹ ਸੇਮ ਏਜ ਦੇ ਹੋਣ, ਠੀਕ ਹੈ ਜੀ, ਇੱਕ ਕਲਾਸ ਅੱਗੇ ਪਿੱਛੇ ਹੋਣ ਤਾਂ ਉਹ ਤਕਰੀਬਨ ਸੇਮ ਏਜ ਦੇ ਬੱਚੇ ਹੋਏ, ਸੋ ਉਹਨਾਂ ਨੂੰ ਅਸੀਂ ਪੀਅਰ ਬੇਸਿਕਲੀ ਕਿਹਨੂੰ ਕਹਾਂਗੇ ਅਸੀਂ, ਜਿਸ ਤੋਂ ਅਸੀਂ ਕੁਝ ਸਿੱਖਦੇ ਹਾਂ। ਔਰ ਪੀਅਰ ਬੇਸਿਕਲੀ ਜੇ ਸਾਡੀ ਹਮ ਉਮਰ ਦਾ ਹੈਗਾ ਤਾਂ ਉਸ ਤੋਂ ਅਸੀਂ ਜ਼ਿਆਦਾ ਚੰਗੀ ਤਰੀਕੇ ਨਾਲ ਸਿੱਖ ਲੈਂਦੇ ਹਾਂ। ਕਿਉਂ? ਕਿਉਂਕਿ ਮੈਨੂੰ ਉਹਦਾ ਡਰ ਜਿਹਾ ਨਹੀਂ ਹੁੰਦਾ। ਠੀਕ ਹੈ ਜੀ, ਮੈਨੂੰ ਲੱਗਦਾ ਕਿ ਇਹ ਮੇਰਾ ਕੁਲੀਗ ਜਿਹਾ ਹੈ ਤਾਂ ਉਸ ਤੋਂ ਜਿਹੜਾ ਸੀ ਮੈਂ ਚੰਗੇ ਤਰੀਕੇ ਨਾਲ ਕੁਝ ਪੁੱਛ ਵੀ ਸਕਦਾ ਅਤੇ ਸਿੱਖ ਵੀ ਸਕਦਾ ਹਾਂ। ਠੀਕ ਹੈ, ਅਸਿਸਟਡ ਲਰਨਿੰਗ, ਅਸਿਸਟਡ ਲਰਨਿੰਗ ਦੇ ਵਿੱਚ ਕੀ ਆ ਗਿਆ ਕਿ ਇੱਕ ਵੱਡਾ ਟੀਚਰ ਹੋ ਗਿਆ, ਫਾਦਰ ਹੋ ਗਿਆ, ਮਦਰ ਹੋ ਗਿਆ ਜਾਂ ਵੱਡੀ ਸਿਸਟਰ ਹੋ ਗਈ, ਬ੍ਰਦਰ ਹੋ ਗਿਆ, ਉਹ ਇੱਕ ਅਸਿਸਟ ਕਰਦਾ ਬੱਚੇ ਨੂੰ ਕਿਸੇ ਚੀਜ਼ ਨੂੰ ਲਰਨ ਕਰਨ ਦੇ ਵਿੱਚ ਤਾਂ ਦੈਟ ਇਜ਼ ਨੋਨ ਐਜ਼ ਅਸਿਸਟਡ ਲਰਨਿੰਗ ਕਿਹਾ ਜਾਂਦਾ ਉਹ। ਸੋ ਲਾਸਟ ਦੇ ਵਿੱਚ ਅਸੀਂ ਕਿਹੜੇ ਐਸਪੈਕਟ ਤੇ ਆ ਜਾਂਦੇ, ਦੈਟ ਇਜ਼ ਇੰਟਰ ਸਬਜੈਕਟਿਵਿਟੀ। ਠੀਕ ਹੈ ਜੀ, ਇੰਟਰ ਸਬਜੈਕਟਿਵਿਟੀ ਦਾ ਜਿਹੜਾ ਐਸਪੈਕਟ ਹੈਗਾ ਸਾਡਾ ਉਹ ਨਾ ਆਪਾਂ ਬੱਚਿਆਂ ਨੂੰ ਕਿਸੇ ਲੁਕਣ ਮਿੱਟੀ ਖੇਡਦੇ ਹੋਏ ਦੇਖਿਆ ਸੀ। ਠੀਕ ਹੈ ਜੀ, ਜਦੋਂ ਲੁਕਣ ਮਿੱਟੀ ਬੱਚੇ ਖੇਡਦੇ ਨੇ ਦੇ ਆਰ, ਉਹ ਬੇਸਿਕਲੀ ਦੇ ਆਰ ਆਲਸੋ ਟਰਾਈਂਗ ਟੂ ਫਾਈਂਡ ਨਿਊ ਵੇਜ਼, ਨਵੀਆਂ ਚੀਜ਼ਾਂ ਲੱਭਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਔਰ ਇਹ ਵੀ ਚੀਜ਼ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਕਿ ਲੋਕਾਂ ਦੇ ਦਿਮਾਗ 'ਚ ਕੀ ਚੱਲ ਰਿਹਾ। ਮੈਂ ਬੱਚਾ ਇਹ ਦੇਖਣ ਦੀ ਕੋਸ਼ਿਸ਼ ਕਰਦਾ ਕਿ ਕੋਈ ਜਾ ਕੇ ਲੁਕ ਸਕਦਾ ਤਾਂ ਕਿੱਥੇ ਲੁਕ ਸਕਦਾ। ਠੀਕ ਹੈ, ਸ਼ੇਅਰਿੰਗ ਆਫ ਮਾਈਂਡਸ ਜਾਂ ਡਿਫਰੈਂਸਿਸ ਆਫ ਮਾਈਂਡਸ, ਇਹਨਾਂ ਚੀਜ਼ਾਂ ਨੂੰ ਸਮਝਣ ਦੀ ਜਿਹੜਾ ਸੀਗਾ ਬੱਚਾ ਕੋਸ਼ਿਸ਼ ਕਰਦਾ। ਉਹ ਪਰਦੇ ਪਿੱਛੇ ਜਾ ਕੇ ਦੇਖਦਾ, ਉਹ ਸੋਫੇ ਪਿੱਛੇ ਜਾ ਕੇ ਦੇਖਦਾ ਨਾ। ਇਹਨਾਂ ਚੀਜ਼ਾਂ ਨਾਲ ਕੀ ਹੋ ਰਿਹਾ ਕਿ ਵਨਸ ਅਗੇਨ ਉਹਦੇ ਮਾਈਂਡ ਦੀ ਕਿਤੇ ਨਾ ਕਿਤੇ ਡਿਵੈਲਪਮੈਂਟ ਹੁੰਦੀ ਹੈ। ਦੈਟ ਇਜ਼ ਇੰਟਰ ਸਬਜੈਕਟਿਵਿਟੀ, ਕਿ ਕਿੱਥੇ ਕਿਸ ਤਰੀਕੇ ਨਾਲ ਕੋਈ ਕੰਮ ਹੋ ਸਕਦੇ ਨੇ। ਠੀਕ ਹੈ ਜੀ, ਸੋ ਇੰਟਰੈਕਸ਼ਨ ਬੇਸਿਕਲੀ ਔਰ ਇਹ ਇੰਟਰ ਸਬਜੈਕਟਿਵਿਟੀ ਜਿਹੜੀ ਆਸਪੈਕਟ ਹੈਗਾ ਇਹ ਬਹੁਤ ਤਰੀਕੇ ਨਾਲ ਡਿਵੈਲਪ ਹੋ ਸਕਦਾ। ਠੀਕ ਹੈ ਜੀ, ਜਦੋਂ ਵੀ ਕੋਈ ਕੰਮ ਕਰਨਾ, ਕੋਈ ਨਵੀਂ ਚੀਜ਼ ਕਰਨੀ ਹੈ ਜਾਂ ਮੈਂ ਕਿਤੇ ਜਾ ਕੇ ਲੁਕਣਾ, ਕਈ ਵਾਰ ਆਪਾਂ ਪੁੱਛਦੇ ਹਾਂ ਨਾ ਡੈਡ ਮੈਂ ਕਿੱਥੇ ਲੁਕਾਂ। ਠੀਕ ਹੈ, ਉਹ ਤਾਂ ਕਿ ਮੈਨੂੰ ਲੱਭ ਨਾ ਲਏ ਉਹ ਕਿਤੇ ਨਾ ਕਿਤੇ ਮਦਦ ਮੰਗ ਰਿਹਾ। ਠੀਕ ਹੈ ਜੀ, ਹੀ ਇਜ਼ ਆਸਕਿੰਗ ਉਸ ਸਕੈਫੋਲਡਿੰਗ ਜਿਹੜੀ ਸੀਗੀ ਉਹ ਮੈਂ ਆਈ ਐਮ ਏ ਕਾਈਂਡ ਆਫ MKO। ਠੀਕ ਹੈ ਜੀ, ਔਰ ਜਿਹੜੀ ਮੈਂ ਉਹਨੂੰ ਗਾਈਡੈਂਸ ਦਿੱਤੀ ਉਹ ਦੈਟਸ ਸਕੈਫੋਲਡਿੰਗ ਕਿ ਜਾ ਤੂੰ ਨਾ ਪਰਦੇ ਦੇ ਜਾ ਕੇ ਸੋਫੇ ਦੇ ਪਿੱਛੇ ਜਾ ਕੇ ਲੁਕ ਜਾਓ। ਠੀਕ ਹੈ ਜੀ, ਸੋ ਇਸ ਤਰੀਕੇ ਦੇ ਨਾਲ ਜਿਹੜਾ ਸੀਗਾ ਇਹ ਇੰਟਰ ਸਬਜੈਕਟਿਵਿਟੀ ਬੱਚੇ ਦੇ ਵਿੱਚ ਜਿਹੜੀ ਸੀਗੀ ਆਪਣੀ ਗਰੋਥ ਨੂੰ ਜਾਂ ਆਪਣੀ ਨੌਲੇਜ ਨੂੰ ਵਾਧਾ ਕਰਨ ਵਾਸਤੇ ਇਹਨਾਂ ਚੀਜ਼ਾਂ ਦਾ ਜਿਹੜਾ ਸੀਗਾ ਡਿਫਰੈਂਟ ਪਰਸਨ ਦਾ ਰੋਲ ਜਿਹੜਾ ਸੀਗਾ ਆ ਜਾਂਦਾ। ਭਾਵੇਂ ਉਹ ਟੀਚਰ ਹੈਗੇ ਨੇ, ਭਾਵੇਂ ਉਹ ਸਟੂਡੈਂਟ ਇੰਗੇਜਮੈਂਟ ਹੈਗੀ ਹੈ, ਭਾਵੇਂ ਉਹ ਸੋਸ਼ਲ ਮੈਥਡਸ ਹੈਗੇ ਨੇ ਜਾਂ ਔਨਲਾਈਨ ਮੈਥਡਸ ਹੈਗੇ ਨੇ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜਿਹੜਾ ਸੀਗਾ ਬੱਚਾ ਵੀ ਆਪਣੀ ਪ੍ਰੋਸੈਸਿਸ ਨੂੰ ਉਹ ਅੰਤਰਸਾਤ ਵੀ ਕਰਦਾ। ਠੀਕ ਹੈ, ਇੰਟਰ ਸਬਜੈਕਟਿਵਿਟੀ ਜਿਹੜੀ ਹੁੰਦੀ ਹੈ ਉਹਨੂੰ ਸਮਝਦਾ ਵੀ ਹੈ ਅਤੇ ਉਹਨੂੰ ਅੰਤਰਸਾਤ ਵੀ ਕਰਦਾ। ਸੋ ਦੈਟ ਪ੍ਰੋਸੈਸ ਇਜ਼ ਨੋਨ ਐਜ਼ ਇੰਟਰ ਸਬਜੈਕਟਿਵਿਟੀ। ਸੋ ਇਸ ਤਰੀਕੇ ਨਾਲ ਅਸੀਂ ਸਮਝਦੇ ਹਾਂ ਕਿ ਦਿਸ ਇਜ਼ ਅ ਪ੍ਰੋਸੈਸ ਜਿਹੜਾ ਸੀਗਾ ਉਹ ਵਾਈਗੋਟਸਕੀ ਦੀ ਜਿਹੜੇ ਸੀਗੇ ਡਿਫਰੈਂਟ ਆਸਪੈਕਟਸ ਆਫ ਜਿਹੜੇ ਸੀਗੇ ਉਹ
ਸੋਸ਼ਲ ਕਲਚਰਲ ਥਿਊਰੀ ਦੇ ਡਿਫਰੈਂਟ ਆਸਪੈਕਟਸ ਹੈਗੇ ਨੇ, ਉਹਨਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਆ ਹੁਣ, ਠੀਕ ਹੈ ਜੀ। ਸੋ ਇਹ ਵੀ ਕੁਝ ਟਰਮਸ ਨੇ ਜਿਹੜੇ ਕਿ ਵਾਈਗੋਟਸਕੀ ਥਿਊਰੀ ਦੇ ਵਿੱਚ ਆਉਂਦੀਆਂ ਨੇ। ਇੰਟਰਨਲਾਈਜੇਸ਼ਨ, ਮੀਡੀਏਸ਼ਨ, ਠੀਕ ਹੈ ਜੀ, ਔਰ ਇਨਰ ਸਪੀਚ ਐਂਡ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਇੰਟਰਨਲਾਈਜੇਸ਼ਨ, ਲਰਨਰ ਐਪਰੋਪ੍ਰੀਏਸ਼ਨ ਬਾय ਦ ਲਰਨਰ ਆਫ ਦ ਲੈਂਗੁਏਜ ਐਂਡ ਕਲਚਰ ਆਫ ਦ ਕਮਿਊਨਿਟੀ, ਠੀਕ ਹੈ ਜੀ। ਸੁਸਾਇਟੀ ਦੇ ਵਿੱਚ ਕੀ ਵਿਚਰ ਰਿਹਾ ਹੈ, ਬੱਚਾ ਭਾਵੇਂ ਛੋਟਾ ਹੈ ਭਾਵੇਂ ਵੱਡਾ ਹੈ, ਉਹਨੂੰ ਪਤਾ ਲੱਗਦਾ, ਸਮਝ ਆਉਂਦੀ ਹੈ ਉਹਨੂੰ, ਠੀਕ ਹੈ ਜੀ। ਭਾਵੇਂ ਉਹ ਹਾਲੇ ਐਕਸਪ੍ਰੈਸ ਨਹੀਂ ਕਰ ਸਕਦਾ ਪਰ ਉਹਨੂੰ ਸਮਝ ਆਉਂਦੀ ਹੈ। ਆਈ ਕੈਨ ਗਿਵ ਯੂ ਅ ਵੈਰੀ ਗੁੱਡ ਐਗਜ਼ਾਮਪਲ ਦੇਅਰ ਆਫ ਆਲਸੋ ਕਿ ਆਈ ਰਿਕਾਲ ਕਿ ਵਨ ਆਫ ਮਾਈ ਕਲਾਸ ਫੈਲੋਜ਼ ਸ਼ੀ ਨੈਰੇਟਡ ਮੀ ਦ ਇੰਸੀਡੈਂਟ ਕਿ ਉਹਦਾ 1.25 ਸਾਲ ਦਾ ਬੱਚਾ ਸੀਗਾ ਜਦੋਂ, ਗੱਲ ਬਹੁਤ ਪੁਰਾਣੀ ਹੋ ਗਈ ਹੁਣ ਤਾਂ ਇਹ, ਕਿ ਹੁਣ ਤਾਂ ਬੱਚਾ ਖੁਦ ਡਾਕਟਰ ਹੈਗਾ। ਉਹ ਜਦੋਂ ਵੀ ਦੁੱਧ ਪਿਲਾਉਂਦੇ ਸੀ ਨਾ, ਉਹ ਉਲਟੀ ਕਰ ਦਿੰਦਾ ਸੀਗਾ, ਠੀਕ ਹੈ ਜੀ। ਐਂਡ ਸਮਝ ਨਹੀਂ ਸੀ ਆਉਂਦੀ ਪਈ ਕਿ ਬੱਚੇ ਨੂੰ ਕਿਹੜੀ ਬਿਮਾਰੀ ਹੈ ਕਿ ਉਹ ਦੁੱਧ ਪੀਂਦਾ ਨਹੀਂ, ਦੁੱਧ ਪੀਂਦੇ ਹੀ ਉਲਟੀ ਕਰ ਦਿੰਦਾ। ਤਾਂ ਉਹਨਾਂ ਨੇ ਬਥੇਰੇ ਡਾਕਟਰਾਂ ਨਾਲ ਗੱਲ ਕੀਤੀ। ਐਂਡ ਮੈਂ ਗੱਲ ਕਰ ਰਿਹਾ ਕਿ ਚੰਡੀਗੜ੍ਹ ਦੇ PGI ਦੇ ਵਿੱਚ ਲੈ ਕੇ ਗਏ, ਤਾਂ PGI ਦੇ ਵਿੱਚ ਜਦੋਂ ਲੈ ਕੇ ਗਏ ਤਾਂ ਡਾਕਟਰ ਨੇ ਆਪਣੀ ਪੂਰੀ ਟੀਮ ਬੁਲਾਈ, ਟੀਮ ਬੁਲਾ ਕੇ ਜਿਹੜਾ ਸੀਗਾ ਅਲਟੀਮੇਟਲੀ ਦੇ ਫਾਊਂਡ ਦ ਸੋਲਿਊਸ਼ਨ ਕਿ ਬੱਚੇ ਨੂੰ ਜਦੋਂ ਦੁੱਧ ਪਿਲਾਇਆ ਤੁਸੀਂ ਤਾਂ ਇੱਕ ਬੋਤਲ ਹੋਰ ਤਿਆਰ ਰੱਖੋ, ਠੀਕ ਹੈ ਜੀ। ਔਰ ਉਹਦੇ ਨਾਲ ਕੀ ਹੋਏਗਾ, ਜਦੋਂ ਬੱਚਾ ਉਲਟੀ ਕਰਦਾ ਹੈਗਾ ਤਾਂ ਉਹਨੂੰ ਦੂਜੀ ਬੋਤਲ ਜਿਹੜੀ ਸੀ ਉਹਦੇ ਮੂੰਹ ਤੇ ਲਾ ਦਿਓ, ਠੀਕ ਹੈ ਜੀ, ਉਹਨੂੰ ਫਿਰ ਪਿਲਾਓ ਦੁੱਧ। ਬੱਚਾ ਕੀ ਕਰ ਰਿਹਾ ਸੀਗਾ, ਬੱਚਾ ਸ਼ਾਇਦ ਅਟੈਂਸ਼ਨ ਗੇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਠੀਕ ਹੈ ਜੀ। ਔਰ ਉਹ ਉਲਟੀ ਕਰ ਦਿੰਦਾ ਸੀਗਾ ਤਾਂ ਉਸ ਤੋਂ ਬਾਅਦ ਰੋਂਦਾ ਵੀ ਸੀਗਾ ਕਿਉਂਕਿ ਉਹਨੂੰ ਭੁੱਖ ਵੀ ਲੱਗੀ ਹੁੰਦੀ ਸੀ। ਕਿਤੇ ਨਾ ਕਿਤੇ maybe my friend she was working somewhere, maybe she was not able to give that much of attention also। ਤਾਂ ਉਹਦਾ ਕਹਿਣਾ ਇਹ ਸੀਗਾ ਕਿ ਇਹ ਬੱਚਾ ਜੈਸੇ ਅਟੈਂਸ਼ਨ ਮੰਗ ਰਿਹਾ ਤੁਹਾਡੀ, ਇਹ ਠੀਕ ਹੈ ਜੀ। ਸੋ ਜਦੋਂ ਉਹਨੂੰ ਉਲਟੀ ਕਰਾ ਕੇ ਦੁਬਾਰਾ ਦੁੱਧ ਪਿਲਾਇਆ, ਉਹ ਦੁੱਧ ਪੀ ਗਿਆ ਔਰ ਉਸ ਤੋਂ ਬਾਅਦ ਠੀਕ ਹੋ ਗਿਆ ਉਹ ਨਾ। ਕਿਤੇ ਨਾ ਕਿਤੇ ਬੱਚੇ ਦੀ ਹਰਕਤਾਂ ਜਿਹੜੀਆਂ ਸੀ ਉਹੀ ਬੋਲਦੀਆਂ ਨੇ। ਸੋ ਇਹ ਜਿਹੜਾ ਸੀ ਪ੍ਰੋਸੈਸ ਆਫ ਇੰਟਰਨਲਾਈਜੇਸ਼ਨ ਕਿ ਆਲੇ ਦੁਆਲੇ ਦੇ ਕੀ ਹੋ ਰਿਹਾ, ਬੱਚਾ ਨੂੰ ਪਤਾ ਲੱਗਦਾ, ਸਮਝ ਆਉਂਦੀ ਉਹਨਾਂ ਚੀਜ਼ਾਂ ਦੀ ਉਹ, ਠੀਕ ਹੈ ਜੀ। ਫਿਰ ਮੀਡੀਏਸ਼ਨ, ਠੀਕ ਹੈ ਜੀ। ਮੀਡੀਏਸ਼ਨ ਕੀ ਹੈਗੀ ਹੈ ਤੁਹਾਡੀ, ਇਹ ਕਿ ਉਹ ਬੰਦਾ ਜਿਹੜਾ MKO ਹੈਗਾ ਉਹਨੂੰ ਕੋਈ ਚੀਜ਼ ਸਮਝ ਆਈ, ਉਹਨੇ ਦੱਸਿਆ ਕਿ ਸਾਨੂੰ ਇਹ ਨਹੀਂ ਇਸ ਤਰੀਕੇ ਨਾਲ ਕਰਨਾ ਚਾਹੀਦਾ। ਦਿਸ ਇਜ਼ ਬੇਸਿਕਲੀ ਕਿ ਉਹ ਐਕਸਪਰਟ ਬੰਦੇ ਦੀ ਗਾਈਡੈਂਸ, ਦੈਟ ਇਜ਼ ਮੀਡੀਏਸ਼ਨ, ਜਾਂ ਉਹਨੂੰ ਆਪਾਂ ਕਹਿ ਲਈਏ ਕਿ ਸਕੈਫੋਲਡਿੰਗ ਹੈਗਾ, ਸਕੈਫੋਲਡਿੰਗ ਪ੍ਰੋਵਾਈਡ ਕੀਤੀ। ਔਰ ਫਿਰ ਉਹ ਇਨਰ ਸਪੀਚ, ਠੀਕ ਹੈ ਜੀ। ਸੋ ਜਿਹੜਾ ਫਿਨੋਮੀਨਾ ਆਫ ਟਾਕਿੰਗ ਆਊਟ ਐਂਡ ਲਾਊਡ ਟੂ ਆਵਰਸੈਲਵਸ, ਲਰਨਰਸ ਪ੍ਰਾਈਵੇਟ ਸਪੀਚ, ਬੇਸਿਕਲੀ ਜਿਹੜਾ ਸੀਗਾ ਉਹ ਗੱਲ ਜਿਹੜਾ ਲਰਨਰ ਹੈਗਾ ਉਹਦੇ ਸਮਝ ਆ ਗਈ ਔਰ ਉਸਨੇ ਜਿਹੜਾ ਸੀ ਆਪਣਾ ਟਾਰਗੇਟ ਅਚੀਵ ਕਰ ਲਿਆ। ਐਂਡ ਦੈਟ ਇਜ਼ ਨੋਨ, ਉਹ ਜਿਹੜਾ ਕੰਮ ਉਹਨੇ ਅਚੀਵ ਕੀਤਾ ਵਿਦ ਦ ਹੈਲਪ ਆਫ ਗਾਈਡੈਂਸ ਐਂਡ ਸਕੈਫੋਲਡਿੰਗ, ਦੈਟ ਇਜ਼ ਨੋਨ ਐਜ਼ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਠੀਕ ਹੈ। ਹੁਣ ਆਪਾਂ ਇੱਥੇ ਆ ਜਾਂਦੇ ਹਾਂ ਪਿਆਜੇ ਤੇ ਵਾਈਗੋਟਸਕੀ ਦੇ ਵਿੱਚ ਆਪਸ ਦੇ ਵਿੱਚ ਕੀ ਫਰਕ ਹੈ, ਠੀਕ ਹੈ ਜੀ। ਇਹਨਾਂ ਦੀ ਥਿਊਰੀਆਂ ਦੇ ਵਿੱਚ ਕੀ ਫਰਕ ਹੈਗਾ ਉਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਇਹ। ਹਾਂਜੀ, ਸੋ ਫਸਟ ਇਜ਼ ਸੋਸ਼ੋ ਕਲਚਰਲ ਕੰਟੈਕਸਟ। ਇਹ ਕੀ ਕੰਟੈਕਸਟ ਹੋਇਆ ਤੁਹਾਡਾ? ਉਹ ਪਿਆਜੇ ਕਹਿੰਦਾ ਕਿ ਸੋਸ਼ੋ ਕਲਚਰਲ ਜਿਹੜਾ ਆਸਪੈਕਟ ਹੈ ਨਾ, ਤੁਹਾਨੂੰ ਯਾਦ ਹੋਏਗਾ ਉਹਦੇ 'ਚ ਪਹਿਲਾ ਕੀ ਸੀਗਾ, ਮੈਚਿਓਰਿਟੀ, ਦੂਜਾ ਕੀ ਸੀਗਾ, ਐਕਟੀਵਿਟੀ, ਤੀਜੇ ਦੇ ਉੱਤੇ ਸੋਸ਼ੋ ਆਉਂਦਾ ਸੀਗਾ ਔਰ ਚੌਥੇ ਨੰਬਰ ਤੇ ਇਕੁਇਲਿਬਰੇਸ਼ਨ ਆਉਂਦਾ ਸੀਗਾ। ਸੋ ਅਕੋਰਡਿੰਗ ਟੂ ਵਾਈਗੋਟਸਕੀ, ਸੋਸ਼ੋ ਕਲਚਰਲ ਆਸਪੈਕਟਸ ਇਜ਼ ਦ ਮੋਸਟ ਇੰਪੋਰਟੈਂਟ ਪਾਰਟ ਆਫ ਚਾਈਲਡਸ ਡਿਵੈਲਪਮੈਂਟ। ਕੰਸਟਰਕਟਿਵਿਜ਼ਮ, ਠੀਕ ਹੈ ਜੀ, ਇਹ ਕਹਿੰਦੇ, ਇਹਨੂੰ ਆਪਾਂ ਰੈਡੀਕਲ ਕੰਸਟਰਕਟਿਵਿਸਟ ਵੀ ਕਹਿੰਦੇ ਹਾਂ। ਕੋਗਨੀਟਿਵ ਕੰਸਟਰਕਟਿਵਿਜ਼ਮ ਹੈਗਾ, ਇਹ ਸੋਸ਼ਲ ਕੰਸਟਰਕਟਿਵਿਜ਼ਮ ਹੈਗਾ ਕਿ ਸੁਸਾਇਟੀ ਤੋਂ ਸਿੱਖਦਾ ਹੈ। ਔਰ ਪਿਆਜੇ ਕੀ ਕਹਿੰਦਾ ਕਿ ਬੱਚਾ ਆਪਣੀ ਸਕੀਮਾਂ ਜਿਹੜੇ ਸੀਗੀਆਂ, ਨਵੇਂ ਆਈਡੀਆਜ਼ ਉਹ ਅਡਾਪਟ ਕਰਦਾ ਸੁਸਾਇਟੀ ਦੇ ਵਿੱਚ, ਉਹ ਸਮਝਦਾ ਉਹਨਾਂ ਨੂੰ। ਔਰ ਦੈਟ ਮੀਨਸ ਉਹਦੇ ਦਿਮਾਗ 'ਚ ਪਹਿਲਾਂ ਥਿੰਕਿੰਗ ਆਉਂਦੀ ਹੈ, ਉਸ ਤੋਂ ਬਾਅਦ ਉਹਦੇ ਦਿਮਾਗ 'ਚ ਲੈਂਗੁਏਜ ਆਉਂਦੀ ਹੈ। ਸਟੇਜਿਸ, ਇਹ ਕਹਿੰਦਾ ਕਿ ਸਟੇਜਿਸ ਦੇ ਉੱਤੇ, ਜਿਵੇਂ ਆਪਾਂ ਕੱਲ੍ਹ ਗੱਲ ਕੀਤੀ ਸੀਗੀ, ਦੈਟ ਇਜ਼ ਪਹਿਲੀ ਸੈਂਸਰੀ ਸਟੇਜ ਹੋ ਗਈ, ਫਿਰ ਤੁਹਾਡੀ ਸੈਕਿੰਡ ਸਟੇਜ ਹੋ ਗਈ, ਦੈਟ ਇਜ਼ ਪ੍ਰੀ ਆਪਰੇਸ਼ਨਲ ਸਟੇਜ ਹੋ ਗਈ, ਫਿਰ ਸਟੇਜ ਹੋ ਗਈ ਤੁਹਾਡੀ, 4 ਸਟੇਜਾਂ ਹੋ ਗਈਆਂ ਆਪਣੀਆਂ ਉਹ। ਫਿਰ ਇੱਥੇ ਇਹ ਕਹਿੰਦਾ ਕੋਈ ਸਟੇਜ ਦੀ ਕਹਿੰਦਾ ਇਹ, ਠੀਕ ਹੈ ਜੀ। ਫਿਰ ਕੀ ਪ੍ਰੋਸੈਸਿਸ ਇਨ ਡਿਵੈਲਪਮੈਂਟ ਐਂਡ ਲਰਨਿੰਗ, ਇਕੁਇਲਿਬਰੇਸ਼ਨ, ਸਕੀਮਾ ਅਡੈਪਟੇਸ਼ਨ, ਇੱਥੇ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਐਂਡ ਸਕੈਫੋਲਡਿੰਗ, ਲੈਂਗੁਏਜ, ਇਹ ਟੂਲਸ ਆਫ ਕਲਚਰ ਹੋ ਗਏ। ਰੋਲ ਆਫ ਲੈਂਗੁਏਜ, ਇਹ ਕਹਿੰਦਾ ਮਿਨੀਮਲ ਰੋਲ ਹੈ, ਇਹ ਕਹਿੰਦਾ ਮੇਜਰ ਰੋਲ ਹੈ, ਠੀਕ ਹੈ ਜੀ। ਲੈਂਗੁਏਜ ਹੀ ਹੈ ਜਿਹੜੀ ਕਿ ਜਿਸ ਤੋਂ ਬੱਚਾ ਸਿੱਖਣਾ ਸ਼ੁਰੂ ਹੋਏਗਾ, ਲੈਂਗੁਏਜ ਹੀ ਹੈ ਜਿਸ ਤੋਂ ਉਹਨੂੰ
समझ आनी शुरू होएगी, लैंग्वेज जिस तो रीजनिंग बनेगी, लैंग्वेज जिस तो वर्बल बनेगा, सो वो कहता कि राइटिंग बनेगी, वो वाइगोत्स्की कहता कि मेजर पार्ट है। टीचिंग इम्प्लीकेशन, सपोर्ट चिल्ड्रन टू एक्सप्लोर देयर वर्ल्ड एंड डिस्कवर नॉलेज, एस्टैब्लिश अपॉर्चुनिटी फॉर चिल्ड्रन टू लर्न विद द टीचर और मोर स्किल्ड पर्सन। ठीक है, ਇੱਥੇ ਬੱਚਾ ਜਿਹੜਾ ਸੀਗਾ ਉਹਦੀ ਲਰਨਿੰਗ ਪ੍ਰੋਸੈਸ ਦੇ ਉੱਤੇ ਜ਼ੋਰ ਹੈ। ਇੱਥੇ ਕਹਿੰਦੇ ਬੱਚੇ ਦੀ ਲਰਨਿੰਗ ਵਿਦ ਦਾ ਹੈਲਪ ਆਫ ਅ ਟੀਚਰ ਜਾਂ ਮੋਰ ਨੌਲੇਜੇਬਲ ਪਰਸਨ, ਉਸ ਦੇ ਉੱਤੇ ਜ਼ੋਰ ਹੈ। ਠੀਕ ਹੈ, ਜਿਵੇਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਸੀਗੀ ਕਿ ਪਿਆਜੇ ਉਹਦੀ ਥਿਓਰੀ ਕਿਹਦੇ ਉੱਤੇ ਡਿਪੈਂਡ ਕਰਦੀ ਹੈ, ਉਹਦੀ ਚਿਲਡਰਨ ਦੇ ਉੱਤੇ ਡਿਪੈਂਡ ਕਰਦੀ ਹੈ। ਠੀਕ ਹੈ, ਔਰ ਵਾਈਗੋਟਸਕੀ ਇਹ ਲਰਨਰ ਦੇ ਉੱਤੇ ਹੈ, ਲਰਨਰ ਦੇ ਉੱਤੇ ਹੈ। ਲਰਨਰ ਮੈਂ ਵੀ ਹੋ ਸਕਦਾ, ਪਰ ਪਿਆਜੇ ਜਿਹੜਾ ਸੀਗਾ ਉਹ ਛੋਟੇ ਜੰਮਦੇ ਬੱਚੇ ਤੋਂ ਲੈ ਕੇ ਉਹ ਜਿਹੜਾ ਸੀਗਾ ਉਹ ਵੱਡੇ ਬੱਚਿਆਂ ਤੱਕ ਗੱਲ ਕਰਦਾ ਔਰ ਉਹਨਾਂ ਦੀ ਸਟੇਜਿਸ ਦੀ ਗੱਲ ਕਰਦਾ ਉਹ। ਠੀਕ ਹੈ, ਸੋ ਇਹ ਇੱਕ ਮੇਜਰ ਫਰਕ ਹੈ। ਠੀਕ ਹੈ, ਔਰ ਪਿਆਜੇ ਡਿਵੈਲਪਮੈਂਟ ਦੀ ਗੱਲ ਕਰਦਾ ਹੈ, ਡਿਵੈਲਪਮੈਂਟ ਦੀ ਗੱਲ ਕਰਦਾ ਹੈ, ਔਰ ਵਾਈਗੋਟਸਕੀ ਕਿਹਦੀ ਗੱਲ ਕਰਦਾ ਹੈ, ਵਾਈਗੋਟਸਕੀ ਲਰਨਿੰਗ ਦੀ ਗੱਲ ਕਰਦਾ ਹੈ। Okay, so these are the two major differences which you need to understand as far as these policies are, these two theories are concerned. ठीक है जी, सो ਜਦੋਂ ਕ੍ਰਿਟੀਕਲ ਇਵੈਲੂਏਸ਼ਨ ਦੀ ਗੱਲ ਕਰੀਏ ਤਾਂ ਬੇਸਿਕਲੀ ਅਸੀਂ ਦੇਖਦੇ ਹਾਂ ਕਿ ਵਾਈਗੋਟਸਕੀ ਦੀ ਥਿਓਰੀ ਦਾ ਕੋਈ ਕ੍ਰਿਟੀਕਲ ਬਹੁਤ ਜ਼ਿਆਦਾ ਕ੍ਰਿਟਿਕ ਨਹੀਂ ਹੋਇਆ। ਕਿਉਂ? ਕਿਉਂਕਿ ਹਰ ਕੋਈ ਇਸ ਚੀਜ਼ ਨੂੰ ਸਮਝਦਾ ਹੈ ਅੱਜ ਦੀ ਡੇਟ ਦੇ ਵਿੱਚ ਕਿ ਜਿਹੜੀ ਲਰਨਿੰਗ ਦਾ ਪ੍ਰੋਸੈਸ ਹੈਗਾ ਉਹਦੇ ਵਿੱਚ ਟੀਚਰ ਦਾ, ਗਾਈਡ ਦਾ, ਕੋਚ ਦਾ ਇੱਕ ਬਹੁਤ ਵੱਡਾ ਰੋਲ ਹੈ, ਔਰ ਉਹਨਾਂ ਜਿਹੜੀ ਚੀਜ਼ਾਂ ਹੈਗੀਆਂ ਨੇ ਉਹ ਇੱਕ ਬਹੁਤ ਵੱਡਾ ਰੋਲ ਪਲੇ ਕਰਦੀਆਂ ਫॉर द ਡਿਵੈਲਪਮੈਂਟ ਆਫ ਵਨਸ ਪਰਸਨੈਲਿਟੀ ਆਲਸੋ। ਠੀਕ ਹੈ, ਸੋ ਇਸ ਦੇ ਨਾਲ ਹੀ ਜਿਹੜਾ ਸੀਗਾ ਹੋਰ ਬਹੁਤ ਸਾਰੇ MCQ ਹੈਗੇ ਨੇ। ਚਲੋ ਇੱਕ ਕੁਐਸਚਨ ਮੈਂ ਤੁਹਾਡੇ ਨਾਲ ਕਰਦਾ, ਪਰ ਕਿਉਂਕਿ ਕੁਐਸਚਨ ਬਹੁਤ ਜ਼ਿਆਦਾ ਨੇ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਕੁਐਸਚਨ ਨੂੰ ਡਿਸਕਸ ਕਰਾਂਗੇ। ਇੱਕ ਦੋ ਕੁਐਸਚਨ ਆਪਾਂ ਕਰਕੇ ਜਿਹੜਾ ਸੀਗਾ ਵੀਲ ਮੂਵ ਔਨ ਟੂ, ਫਿਰ ਦੁਬਾਰਾ ਜਿਹੜਾ ਸੀਗਾ ਵੀਲ ਕਮ ਬੈਕ ਟੂ ਯੂ ਵਿਦ ਦ MCQs ਆਲਸੋ। Scaffolding in the context of learning theory is referred to simulation, recapitulation, temporary support in learning by adults, ascertaining the causes of mistakes done by students। ਠੀਕ ਹੈ ਜੀ, ਸੋ ਦਿਸ ਇਜ਼ ਇਹਦੇ ਵਿੱਚੋਂ ਸਾਡਾ ਕਿਹੜਾ ਜਿਹੜਾ ਸੀਗਾ ਜਵਾਬ ਹੋਏਗਾ? ਆਈ ਥਿੰਕ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਇਹ ਸਿਮੂਲੇਸ਼ਨ। ਸਕੈਫੋਲਡਿੰਗ ਇਜ਼ ਨਾਟ ਸਿਮੂਲੇਸ਼ਨ ਕਿ ਵੀ ਅਸੀਂ ਕਿਸੇ ਨੂੰ ਸਿਮੂਲੇਟ ਕੀਤਾ ਤੇ ਰੀਕੈਪੀਚੁਲੇਸ਼ਨ ਕਿ ਰੱਟਾ ਮਾਰ ਲਿਆ, ਉਹ ਨਹੀਂ ਹੋਇਆ। ਉਹ ascertaining the cause and mistake done by student, no। ਟੈਂਪਰੇਰੀ ਸਪੋਰਟ ਇਨ ਦ ਲਰਨਿੰਗ ਜਿਹੜੀ ਸੀਗੀ ਉਹ ਜਿਹੜੀ ਪ੍ਰੋਵਾਈਡ ਕੀਤੀ ਹੈ, ਦੈਟ ਇਜ਼ ਅਸੀਂ ਉਹਨੂੰ ਕੀ ਕਹਿੰਦੇ ਹਾਂ, ਦੈਟ ਇਜ਼ ਸਕੈਫੋਲਡਿੰਗ ਕਿਹਾ ਜਾਂਦਾ ਉਹਨੂੰ। ਠੀਕ ਹੈ ਜੀ, ਸੋ ਹੋਰ ਬਹੁਤ ਸਾਰੇ ਕੁਐਸਚਨ ਨੇ, ਬਟ ਆਈ ਥਿੰਕ ਵੀ ਵਿਲ ਕਮ ਡਾਊਨ ਟੂ ਥੀਸ ਕੁਐਸਚਨ ਇਨ ਦ ਨੈਕਸਟ ਵੀਡੀਓ, ਕਿਉਂਕਿ ਪਹਿਲਾਂ ਕਾਫੀ ਟਾਈਮ ਹੋ ਗਿਆ। ਐਂਡ ਅਗਲੀ ਵੀਡੀਓ ਨੂੰ ਆਪਾਂ ਫਿਰ ਕੱਲ੍ਹ ਦੁਬਾਰਾ ਡਿਸਕਸ ਕਰਦੇ ਹਾਂ, ਉਹਦੇ 'ਚ ਆਪਾਂ ਹੋਰ MCQ ਜਿਹੜੇ ਸੀਗੇ ਚੰਗੇ ਤਰੀਕੇ ਨਾਲ ਹੋਰ ਕਰਦੇ ਹਾਂ। ਐਂਡ ਵਿਲ ਕਮ ਬੈਕ ਟੂ ਯੂ ਵਿਦ ਹੋਰ ਬਾਕੀਆਂ ਜਿਹੜੇ ਬਰੂਨਰ ਦੀ ਥਿਓਰੀ ਹੈ, ਤੁਹਾਡੀ ਕੋਲਬਰਗ ਦੀ ਥਿਓਰੀ ਹੈ, ਉਹਨਾਂ ਦੇ ਉੱਤੇ ਵੀ ਜਿਹੜੇ ਆਪਾਂ ਨੇ ਵੀਡੀਓਜ਼ ਜਲਦੀ ਆਪਾਂ ਪਾਵਾਂਗੇ। ਐਂਡ ਆਈ ਹੋਪ ਕਿ ਵੀ ਤੁਹਾਨੂੰ ਇਹ ਸਾਰੀਆਂ ਵੀਡੀਓਜ਼ ਚੰਗੀਆਂ ਵੀ ਲੱਗਣਗੀਆਂ, ਸਮਝ ਆਈਆਂ ਹੋਣਗੀਆਂ। ਕੋਈ ਚੀਜ਼ ਨਾ ਸਮਝ ਆਈ ਹੋਵੇ ਤਾਂ ਵੀ ਸਾਨੂੰ ਮਤਲਬ ਕਿ ਕਾਲ ਬੈਕ ਕਰੋ, ਸੋ ਦੈਟ ਵੀ ਆਰ ਏਬਲ ਟੂ ਵਨਸ ਅਗੇਨ ਕੋਸ਼ਿਸ਼ ਕਰਾਂਗੇ ਤਾਂ ਕਿ ਤੁਹਾਨੂੰ ਸਾਰੀਆਂ ਚੀਜ਼ਾਂ ਚੰਗੇ ਤਰੀਕੇ ਨਾਲ ਸਮਝ ਆ ਜਾਣ, ਔਰ ਐਗਜ਼ਾਮ ਦੇ ਵਿੱਚ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਦੀ ਐਗਜ਼ਾਮਪਲਸ ਵੀ ਡਿਸਕਸ ਕਰਾਂਗਾ ਤਾਂ ਕਿ ਜਿਸ ਤਰੀਕੇ ਦੇ ਬੇਸਿਸ ਦੇ ਉੱਤੇ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦੇ ਨੇ। ਔਰ ਕਿਉਂਕਿ ਉਹ ਕੁਐਸਚਨ ਬੇਸਿਕਲੀ ਮੈਂ ਇਹ ਦੇਖਦਾ ਕਿ ਪ੍ਰੈਕਟੀਕਲ ਐਗਜ਼ਾਮਪਲਸ ਲੈ ਕੇ ਵੀ ਐਗਜ਼ਾਮ ਦੇ ਵਿੱਚ ਕੁਐਸਚਨ ਜਿਹੜੇ ਸੀ ਉਹ ਪੁੱਛੇ ਜਾਂਦੇ ਨੇ, ਉਹਨਾਂ ਚੀਜ਼ਾਂ ਨੂੰ ਆਪਾਂ ਡਿਸਕਸ ਕਰਾਂਗੇ। ਆਈ ਹੋਪ ਕਿ ਵੀ ਤੁਸੀਂ ਵੀ ਆਪਣੇ ਜਿਹੜਾ ਸੀਗਾ ਕੋਈ ਡਾਊਟਸ ਹੋਣਗੇ ਤਾਂ ਸਾਨੂੰ ਲਿਖ ਕੇ ਭੇਜੋ, ਵੀ ਵਿਲ ਡਿਸਕਸ ਦੋਜ਼ ਡਾਊਟਸ ਆਲਸੋ। ਐਂਡ ਵਿਦ ਦਿਸ ਆਈ ਵਿਸ਼ ਯੂ ਬੈਸਟ ਆਫ ਲੱਕ ਕਿ ਚੰਗੇ ਤਰੀਕੇ ਨਾਲ ਤਿਆਰੀ ਕਰੋ ਔਰ ਕਾਮਯਾਬੀ ਹਾਸਲ ਕਰੋ। ਥੈਂਕ ਯੂ।